ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਿਛਲੇ 3 ਦਿਨ ਤੋਂ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਿਹੜੀ ਲੈਕਚਰਾਂ ਦੀ ਲੜੀ ਚਲਾਈ ਜਾ ਰਹੀ ਹੈ। ਵੈਬੀਨਾਰ ਵਰਚੁਅਲ ਮੀਟਿੰਗ ਰਾਹੀਂ ਘਰੋਂ ਬੈਠ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਾਬਤਾ ਕਾਇਮ ਕਰਕੇ ਇਸ ਲੜੀ ਰਾਹੀਂ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਬੁਲਾਰਿਆਂ ਰਾਹੀਂ ਵਿਸ਼ੇਸ਼ ਲੈਕਚਰ ਕਰਵਾ ਕੇ ਪੰਜਾਬੀ ਸੂਬਾ ਦਿਵਸ ਮਨਾਇਆ ਜਾ ਰਿਹਾ ਹੈ। ਪਿਛਲੇ 2 ਦਿਨਾਂ ਦੇ ਵਿੱਚ ਸਾਡੇ ਕੋਲੇ ਇਤਿਹਾਸਕਾਰ, ਸਾਹਿਤਕਾਰ, ਚਿੰਤਕ, ਰਾਜਨੀਤਿਕ ਵੀਰ ਸਾਡੇ ਕੋਲ ਪਹੁੰਚੇ, ਜਿਨ੍ਹਾਂ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੈਂਬਰ ਪਾਰਲੀਮੈਂਟ ਤੇ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਲੋਚਨ ਸਿੰਘ ਜੀ, ਪਿਛਲੇ ਕੱਲ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਗੁਰਮੀਤ ਸਿੰਘ ਜੀ ਉਚੇਚੇ ਤੌਰ ਤੇ ਸਾਡੇ ਵਿੱਚ ਹਾਜ਼ਰ ਹੋਏ ਸਨ। ਅੱਜ ਤੀਸਰਾ ਦਿਨ ਹੈ ਤੇ ਅੱਜ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਮਨਜੀਤ ਸਿੰਘ ਜੀ ਰਾਜਪੁਰਾ, ਜੋ ਸਾਹਿਤਕਾਰ ਤੇ ਚਿੰਤਕ ਨੇ, ਬਹੁਤ ਸੋਹਣਾ ਬੋਲਦੇ ਨੇ, ਬਹੁਤ ਦਰਦ ਹੈ। ਅੱਜ ਆਪਾਂ ਸਾਰੇ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅੱਜ ਦੀ ਇਹ ਲੜੀ ਸ਼ੁਰੂ ਕਰਨ ਲੱਗਿਆ ਆਓ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰਦੇ ਹੋਏ ਮੂਲ ਮੰਤਰ ਤੇ ਗੁਰਮੰਤਰ ਨਾਲ ਜੁੜੀਏ, ਉਪਰੰਤ ਅਗਲੀ ਕਾਰਵਾਈ ਜਿਹੜੀ ਉਹ ਆਰੰਭ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਾਜ਼ਰੀਨ ਸਭਨਾਂ ਵੀਰਾਂ ਭੈਣਾਂ ਦਾ, ਜਿਹੜੇ ਅੱਜ ਦੀ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਹਾਜ਼ਰ ਹੋਏ ਨੇ। ਸਭਨਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ, ਨਿੱਘਾ ਸਵਾਗਤ ਹੈ। ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਇਹ ਪੰਜਾਬੀ ਸੂਬਾ ਦਿਵਸ ਨੂੰ ਮਨਾਉਂਦੇ ਹੋਏ ਅਸੀਂ 3 ਦਿਨਾਂ ਦੀ ਇਹ ਲੜੀ ਵਿਸ਼ੇਸ਼ ਤੌਰ ਤੇ ਲੈਕਚਰਾਂ ਦੀ ਚਲਾਈ ਸੀ, ਜਿਹਦੇ ਵਿੱਚ ਪਹਿਲੇ ਦਿਨ ਸਾਡੇ ਕੋਲੇ ਸਰਦਾਰ ਤਲੋਚਨ ਸਿੰਘ ਜੀ ਪਹੁੰਚੇ ਸਨ, ਜਿਨ੍ਹਾਂ ਨੇ ਆਪਣੇ ਅੰਦਾਜ਼ ਦੇ ਵਿੱਚ, ਆਪਣੇ ਸਟਾਈਲ ਦੇ ਵਿੱਚ ਗੱਲ ਕੀਤੀ ਕਿ ਪੰਜਾਬੀ ਸੂਬਾ ਕਿਵੇਂ ਬਣਿਆ, ਕਿੱਥੇ ਕਿੱਥੇ ਊਣਤਾਈਆਂ ਰਹੀਆਂ,
ਕਿਵੇਂ ਮੋਰਚੇ ਲੱਗੇ, ਉਹ ਸਾਰੀ ਜਾਣਕਾਰੀ ਜਿਹੜੀ ਉਹ ਸਰਦਾਰ ਤਰਲੋਚਨ ਸਿੰਘ ਹੁਣਾਂ ਨੇ ਦਿੱਤੀ। ਪਿਛਲੇ ਕੱਲ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਗੁਰਮੀਤ ਸਿੰਘ ਸਿੱਧੂ ਜੀ ਸਾਡੇ ਵਿੱਚ ਆਏ ਸਨ। ਉਹਨਾਂ ਨੇ ਜਾਣਕਾਰੀ ਦਿੱਤੀ ਪੰਜਾਬੀ ਮਾਂ ਬੋਲੀ ਬਾਰੇ, ਪੰਜਾਬੀ ਭਾਸ਼ਾ ਬਾਰੇ ਪੂਰੀ ਜਾਣਕਾਰੀ, ਵੀ ਕਿੱਥੇ ਅਸੀਂ ਮਾਰ ਖਾਧੀ ਆ, ਕਿੱਥੇ ਅਸੀਂ ਸਾਡੇ 'ਚ ਕਮੀਆਂ ਰਹੀਆਂ, ਤੇ ਅੱਜ ਜਿਹੜੀ ਪੰਜਾਬੀ ਆ ਉਹਦਾ ਜਿਹੜਾ ਦਰਜਾ ਉਹ ਘਟਦਾ ਜਾ ਰਿਹਾ ਹੈ। ਤੇ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਹੁਲਾਰਾ ਵੀ ਦਿੱਤਾ ਵੀ ਅਸੀਂ ਘਰਾਂ ਦੇ ਵਿੱਚ ਪੰਜਾਬੀ ਬੋਲੀਏ, ਆਪਣੇ ਬੱਚਿਆਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰੀਏ। ਜਦੋਂ ਆਪਸ ਦੇ ਵਿੱਚ ਦੋ ਪੰਜਾਬੀ ਬੋਲਣ ਵਾਲੇ ਵੀਰ ਭੈਣ ਇਕੱਠੇ ਹੋਣ ਤੇ ਉਹ ਪੰਜਾਬੀ ਦੇ ਵਿੱਚ ਗੱਲ ਕਰਕੇ ਮਾਣ ਮਹਿਸੂਸ ਕਰਨ। ਸੋ ਇਸ ਤਰ੍ਹਾਂ ਜਿਹੜਾ ਪਿਛਲੇ 2 ਦਿਨਾਂ ਦੇ ਵਿੱਚ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਵੈਬੀਨਾਰ ਜਿਹੜੇ ਚੱਲਦੇ ਰਹੇ ਸਨ। ਸੋ ਅੱਜ ਤੀਸਰਾ ਦਿਨ ਜਿਹੜਾ ਸਾਡਾ ਹੈ, ਤੇ ਉਹਦੇ ਵਿੱਚ ਸਾਡੇ ਕੋਲੇ ਅੱਜ ਪਹੁੰਚੇ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਕਿ ਸਰਦਾਰ ਮਨਜੀਤ ਸਿੰਘ ਜੀ ਰਾਜਪੁਰਾ। ਮੈਂ ਦੇਖ ਰਿਹਾ ਹਾਲੇ ਤੱਕ ਸਾਡੇ ਕੋਲੇ ਆਏ ਨਹੀਂ ਹੈਗੇ, ਸ਼ਾਇਦ ਸਰਦਾਰ ਖਿਜਰਾਵਤੀ ਜੀ, ਸਰਦਾਰ ਮਨਜੀਤ ਸਿੰਘ ਜੀ ਨਜ਼ਰ ਨਹੀਂ ਆਏ ਹਾਲੇ ਤੱਕ, ਜੁੜੇ ਨਹੀਂ। ਪ੍ਰੋਫੈਸਰ ਸਾਹਿਬ ਕਿਰਪਾ ਕਰਕੇ ਫੋਨ ਕਰਕੇ ਦੇਖੋ ਜੀ ਉਹਨਾਂ ਨੂੰ। ਪ੍ਰਧਾਨ ਜੀ ਕਿਰਪਾ ਕਰੋ ਜੀ, ਇੱਕ ਵਾਰੀ ਫੋਨ ਕਰਕੇ ਦੇਖੋ ਵੀ ਕੀ ਉਹ ਨਹੀਂ ਜੁੜ ਰਹੇ। ਹਾਂਜੀ ਵੀਰ ਜੀ, ਗੱਲ ਹੋ ਗਈ ਉਹਨਾਂ ਨਾਲ, ਜਸਟ ਉਹ ਟਰਾਈ ਕਰ ਰਹੇ ਕਨੈਕਟ ਹੋਣ ਦੀ, ਕਰ ਹੋ ਜਾਣਗੇ ਹੁਣ। ਠੀਕ ਹੈ ਵੀਰ ਜੀ, ਮੈਂ ਫਿਰ ਦੁਬਾਰਾ ਟਰਾਈ ਕਰਦਾ। ਹਾਂਜੀ ਇੱਕ ਵਾਰੀ ਟਰਾਈ ਕਰ ਲਓ। ਸੋ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਜਿੱਥੇ ਸਰਦਾਰ ਮਨਜੀਤ ਸਿੰਘ ਜੀ ਰਾਜਪੁਰਾ ਨੇ ਗੱਲ ਕਰਨੀ ਆ, ਅੱਜ ਦੇ ਜੋ ਟੌਪਿਕ ਹੈ ਪੰਜਾਬੀ ਮਾਣਮੱਤੀ ਬੋਲੀ, ਸ਼ੈਲੀ ਤੇ ਨੁਹਾਰ, ਇਸ ਵਿਸ਼ੇ ਨੂੰ ਲੈ ਕਰਕੇ ਜਿੱਥੇ ਸਰਦਾਰ ਮਨਜੀਤ ਸਿੰਘ ਹੁਣਾਂ ਨੇ ਗੱਲ ਕਰਨੀ ਆ, ਉੱਥੇ ਮੇਰਾ ਖਿਆਲ ਹਾਂਜੀ ਜੁੜ ਗਏ ਨੇ। ਹਾਂਜੀ, ਸਰਦਾਰ ਮਨਜੀਤ ਸਿੰਘ ਜੀ ਸਾਡੇ ਨਾਲ ਆ ਗਏ ਨੇ, ਤੇ ਮੈਂ ਬੇਨਤੀ ਕਰਾਂਗਾ ਆਪਣੇ ਬਹੁਤ ਹੀ ਸਤਿਕਾਰਯੋਗ ਵੀਰ ਚੀਫ ਸੈਕਟਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਰਦਾਰ ਤਜਿੰਦਰ ਸਿੰਘ ਜੀ ਖਿਜਰਾਵਾਦੀ, ਉਹ ਕਿਰਪਾ ਕਰਕੇ ਆਪਣਾ ਮਾਈਕ ਅਨਮਿਊਟ ਕਰਕੇ ਅੱਜ ਦੇ ਜਿਹੜੇ ਸਵਾਗਤੀ ਸ਼ਬਦ ਉਹ ਕਹਿਣ। ਸਰਦਾਰ ਤਜਿੰਦਰ ਸਿੰਘ ਜੀ ਖਿਜਰਾਵਾਦੀ। ਸਰਦਾਰ ਮਨਜੀਤ ਸਿੰਘ ਜੀ ਕਿਰਪਾ ਕਰਕੇ, ਉਹਨਾਂ ਦਾ ਹਾਲੇ ਮਾਈਕ ਨਹੀਂ ਸ਼ੋ ਹੋ ਰਿਹਾ, ਨਾ ਵੀਡੀਓ ਔਨ ਹੈ। ਸੋ ਸਰਦਾਰ ਮਨਜੀਤ ਸਿੰਘ ਜੀ ਜੇ ਮੇਰੀ ਆਵਾਜ਼ ਸੁਣਦੇ ਹੋਣ ਤਾਂ ਕਿਰਪਾ ਕਰਕੇ ਹਾਂਜੀ ਆਪਣਾ ਮਾਈਕ, ਆਵਾਜ਼ ਦਾ ਕਿਵੇਂ ਤੁਹਾਡਾ ਪਤਾ ਲੱਗੇਗਾ ਕਿ ਮਾਈਕ ਔਨ ਹੈ ਜਾਂ ਕਿਵੇਂ? ਹਾਂਜੀ, ਸਰਦਾਰ ਤਜਿੰਦਰ ਸਿੰਘ ਜੀ ਖਿਜਰਾਵਾਦੀ। ਬਹੁਤ ਹੀ ਸਤਿਕਾਰਯੋਗ ਕੌਮ ਦੀ ਚੜ੍ਹਦੀ ਕਲਾ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 3 ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੰਜਾਬ ਸਟੇਟ ਕੌਂਸਲ ਵੱਲੋਂ ਪੰਜਾਬੀ ਸੂਬਾ ਦਿਵਸ ਦੀ ਵਰ੍ਹੇਗੰਢ ਮਨਾਉਂਦਿਆਂ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੈਬੀਨਾਰ ਦੇ ਰਾਹੀਂ ਕੀਤੇ ਜਾ ਰਹੇ ਨੇ, ਔਰ ਵੈਬੀਨਾਰ ਦੇ ਵਿੱਚ ਜੁੜਨ ਵਾਲੇ ਔਰ YouTube ਦੇ ਰਾਹੀਂ ਜੁੜਨ ਵਾਲੇ ਸਰੋਤਿਆਂ ਵੱਲੋਂ, ਦਰਸ਼ਕਾਂ ਵੱਲੋਂ ਇਹਨਾਂ ਵਡਮੁੱਲੇ ਵਿਚਾਰਾਂ ਦਾ ਲਾਹਾ ਲਿਆ ਜਾ ਰਿਹਾ। ਹੁਣ ਤੱਕ ਜਿਹੜੀ ਪਿਛਲੇ 2 ਦਿਨ ਲੰਘੇ ਨੇ, ਜਿਵੇਂ ਸਰਦਾਰ ਹਰਮਿੰਦਰ ਸਿੰਘ ਜੀ ਹੋਰਾਂ ਨੇ ਕਿਹਾ, ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਪਾਸੋਂ ਅਸੀਂ ਪੰਜਾਬੀ ਸੂਬੇ ਦਾ ਪਿਛੋਕੜ ਕੀ ਆ, ਕਿਵੇਂ ਸੰਘਰਸ਼ ਕਰਕੇ ਮੋਰਚਾ ਲਗਾ ਕੇ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਬੇਸ਼ੱਕ ਸਾਨੂੰ ਲੰਗੜਾ ਮਿਲਿਆ ਇਹ, ਔਰ ਕਿਵੇਂ ਪੰਜਾਬ ਦੇ ਨਾਲ ਹੁਣ ਤੱਕ ਜ਼ਿਆਦਤੀਆਂ ਹੁੰਦੀਆਂ ਆ ਰਹੀਆਂ ਨੇ, ਔਰ ਨਾਲ ਇੱਕ ਦਰਦ ਜਿਹੜਾ ਪਿਛਲੇ 2 ਦਿਨਾਂ ਦੇ ਵਿੱਚ ਬਿਆਨ ਕੀਤਾ ਜਾ ਰਿਹਾ, ਜਿਹਦੇ ਸੁਝਾਅ ਵੀ ਨਾਲੋਂ ਨਾਲ ਆ ਰਹੇ ਨੇ, ਕਿ ਅਸੀਂ ਕਿਵੇਂ ਪੰਜਾਬੀ ਨੂੰ ਸਰਕਾਰ ਦੀ, ਦਰਬਾਰ ਦੀ, ਪਰਿਵਾਰ ਦੀ ਅਤੇ ਰੁਜ਼ਗਾਰ ਦੀ ਭਾਸ਼ਾ ਬਣਾ ਸਕਦੇ ਹਾਂ, ਔਰ ਬਣਾਉਣ ਦੀ ਲੋੜ ਹੈ। ਉੱਥੇ ਨਾਲ ਹੀ ਅਸੀਂ ਡਾਕਟਰ ਗੁਰਮੀਤ ਸਿੰਘ ਜੀ ਸਿੱਧੂ
ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਡਮੁੱਲੇ ਵਿਚਾਰਾਂ ਤੋਂ ਕੱਲ ਅਸੀਂ ਜਾਣੂ ਹੁੰਦਿਆਂ ਇਹ ਵੀ ਵੇਖਿਆ ਕਿ ਕਿਵੇਂ ਰਾਜਨੀਤੀ ਦੇ ਤਹਿਤ ਫਿਰਕਾ ਪ੍ਰਸਤੀ ਦੇ ਤਹਿਤ ਪੰਜਾਬੀ ਮਾਂ ਬੋਲੀ ਨੂੰ ਇੱਕ ਧਰਮ ਦੇ ਨਾਲ ਜੋੜਨ ਦਾ ਕੋਝਾ ਯਤਨ ਕੀਤਾ ਗਿਆ। ਅਜੇ ਵੀ ਇਹ ਯਤਨ ਜਾਰੀ ਨੇ। ਫਿਰਕਾ ਪ੍ਰਸਤੀ ਦੀ ਪਾਨ ਮਾਂ ਬੋਲੀ ਪੰਜਾਬੀ ਤੇ ਚਾੜੀ ਜਾ ਰਹੀ ਹੈ, ਪਰ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਪੰਜਾਬੀ ਮਾਂ ਬੋਲੀ ਦੇ ਨਾਲ ਭਾਵੇਂ ਉਹ ਜਿੱਥੇ ਵੀ ਬੈਠੇ ਨੇ ਜੁੜੇ ਹੋਏ ਨੇ। ਆਪਾਂ ਜੇ ਪੰਜਾਬ ਦੇ ਇਤਿਹਾਸ ਵੱਲ ਨਿਗਾਹ ਮਾਰੀਏ, ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪੰਜਾਬ ਮੁੱਢ ਕਦੀਮ ਤੋਂ ਦੇਸ਼ ਦੀ ਖੜਕ ਪੁਜਾ ਰਿਹਾ ਹੈ। ਪੰਜਾਬ ਦੇ ਬੇਲਿਆਂ ਵਿੱਚ ਸ਼ੇਰ ਅਤੇ ਤਵੇਲਿਆਂ ਵਿੱਚ ਘੋੜੇ ਸ਼ੋਭਦੇ ਰਹੇ ਨੇ। ਔਰ ਇਹ ਸੱਚਾਈ ਹੈ ਕਿ ਪੰਜਾਬੀਆਂ ਦੀ ਸ਼ਰਨ ਵਿੱਚ ਆਈ ਹੋਈ ਨਾਰ ਅਤੇ ਪੰਜਾਬੀਆਂ ਦੇ ਹੱਥ ਵਿੱਚ ਆਈ ਹੋਈ ਤਲਵਾਰ ਕਦੇ ਕਲੰਕਿਤ ਨਹੀਂ ਹੋਈ ਤੇ ਕਾਂ ਹੀ ਕਦੇ ਕਲੰਕਿਤ ਹੋ ਸਕਦੀ ਹੈ। ਸਗੋਂ ਸੱਚਾਈ ਇਹ ਆ ਕਿ ਨਾਰ ਜਸ ਦੀ ਭਾਗੀ ਬਣੀ ਹੈ ਅਤੇ ਤਲਵਾਰ ਜਿੱਤ ਦੀ ਭਾਗੀ ਬਣੀ ਹੈ। ਕੱਲ ਡਾਕਟਰ ਗੁਰਮੀਤ ਸਿੰਘ ਜੀ ਹੋਰਾਂ ਨੇ ਬੜੀ ਭਾਵਪੂਰਕ ਵਿਚਾਰਾਂ ਦੇ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਗੁਰਬਾਣੀ ਪੰਜਾਬੀ ਗੁਰਮੁਖੀ ਲਿਪੀ ਦਾ ਜੋ ਗੁਰਬਾਣੀ ਵੱਲੋਂ ਸੇਧ ਦਿੱਤੀ ਜਾ ਰਹੀ ਹੈ, ਉਸ ਸਦਕਾ ਜਿਹੜੀ ਮਾਂ ਬੋਲੀ ਪੰਜਾਬੀ ਹੈ, ਇਹਦੇ ਤੇ ਸਾਨੂੰ ਸਾਰਿਆਂ ਨੂੰ ਬੜਾ ਹੀ ਮਾਣ ਹੈ। ਔਰ ਬੜੀ ਮਿੱਠੀ ਮਾਖਿਓ ਮਿੱਠੀ ਬੋਲੀ ਸਾਡੀ ਪੰਜਾਬੀ ਹੈ, ਸਮੁੱਚੇ ਸੰਸਾਰ ਦੇ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ। ਇੱਕੋ ਇੱਕ ਬੋਲੀ ਹੈ ਜਿਸ ਬੋਲੀ ਨੂੰ ਬੋਲਣ ਵਾਲੇ ਤਿਰਸਕਾਰ ਰਹੇ ਨੇ, ਜਿਸ ਬੋਲੀ ਨੂੰ ਬੋਲਣ ਵਾਲੇ ਇਸ ਬੋਲੀ ਨੂੰ ਛੱਡ ਰਹੇ ਨੇ, ਪਰ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਹ ਬੋਲੀ ਜਿਹੜੀ ਹੈ ਪਣਪ ਰਹੀ ਹੈ। ਇੱਕੋ ਇੱਕ ਸਾਡੀ ਬੋਲੀ ਹੈ। ਸੰਸਾਰ ਦੇ ਵਿੱਚ ਇੱਕੋ ਇੱਕ ਖਿੱਤਾ ਹੈ ਪੰਜਾਬ ਦਾ, ਜਿੱਥੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਬੋਲਣ ਤੋਂ ਜੁਰਮਾਨੇ ਲਗਾਏ ਜਾਂਦੇ ਨੇ। ਇਹ ਸਭ ਕੁਝ ਸਾਨੂੰ ਵਿਚਾਰਨ ਦੀ ਲੋੜ ਹੈ। ਅੱਜ ਦੇ ਜਿਹੜੇ ਸਾਡੇ ਬੁਲਾਰੇ ਨੇ, ਉਹਨਾਂ ਨੇ ਮਾਨਮਤੀ ਪੰਜਾਬੀ ਬੋਲੀ ਦੇ ਜਿਹੜੇ ਵੱਖ-ਵੱਖ ਪੱਖ ਨੇ, ਇਹਦੇ ਜਿਹੜੇ ਅਮੀਰੀ ਗੁਣ ਨੇ, ਉਹ ਸਾਡੇ ਨਾਲ ਸਾਂਝੇ ਕਰਨੇ ਨੇ। ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਸ਼ਾਮਲ ਸਮੂਹ ਪ੍ਰਤੀਨਿਧਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਔਰ ਅੱਜ ਦੀ ਇਸ ਵੈਬੀਨਾਰ ਦੇ ਜਿਹੜੇ ਸਾਡੇ ਮੁੱਖ ਵਕਤਾ ਨੇ, ਬੁਲਾਰੇ ਨੇ, ਸਰਦਾਰ ਮਨਜੀਤ ਸਿੰਘ ਜੀ ਰਾਜਪੁਰਾ, ਉਹ ਪੰਜਾਬੀ ਦੀ ਜਿਹੜੀ ਇੱਕ ਉਪ ਬੋਲੀ ਹੈ, ਜਿਹੜੀ ਉਪ ਭਾਸ਼ਾ ਹੈ ਪੁਆਧੀ, ਉਹਦੇ ਵਿੱਚ ਉਹ ਬਹੁਤ ਵੱਡਾ ਕਾਰਜ ਕਰ ਰਹੇ ਨੇ। ਪੰਜਾਬ ਵੰਡਿਆ ਗਿਆ 1947 ਦੇ ਵਿੱਚ। ਸਾਡੀ ਪੰਜਾਬੀ ਦੀਆਂ ਕੁਝ ਉਪ ਭਾਸ਼ਾਵਾਂ ਪਾਕਿਸਤਾਨ 'ਚ ਰਹਿ ਗਈਆਂ, ਜਿਵੇਂ ਮੁਲਤਾਨੀ ਸੀ, ਪੋਠੋਹਾਰੀ ਸੀ, ਲਹਿੰਦੀ ਸੀ, ਲਾਹੌਰ ਦੀ ਬੋਲੀ ਸੀ। ਉਦੋਂ ਬਾਅਦ 1966 ਦੇ ਵਿੱਚ ਫਿਰ ਪੰਜਾਬ ਵੰਡਿਆ। ਉਦੋਂ ਵੀ ਜਿਹੜੀਆਂ ਸਾਡੀਆਂ ਕੁਝ ਉਪ ਬੋਲੀਆਂ ਹਿਮਾਚਲ 'ਚ ਜਾਂ ਹਰਿਆਣੇ ਵਿੱਚ ਰਹਿ ਗਈਆਂ, ਜਿਵੇਂ ਡੋਗਰੀ ਸੀ ਜਾਂ ਹੋਰ ਸੀ। ਤੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਮੌਜੂਦਾ ਪ੍ਰਚਲਿਤ ਮੁੱਖ ਰੂਪ ਦੇ ਵਿੱਚ 3 ਉਪ ਬੋਲੀਆਂ, ਉਪ ਭਾਸ਼ਾਵਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ। ਮਾਝੀ ਹੈ, ਮਲਵਈ ਹੈ ਤੇ ਤੀਜੀ ਦੁਆਬੇ ਵਾਲਿਆਂ ਦੀ ਹੈ। ਇਸੇ ਤਰ੍ਹਾਂ ਜਿਹੜਾ ਚੰਡੀਗੜ੍ਹ ਦੇ ਗੈਲ ਵਸਣ ਵਾਲਾ ਇਲਾਕਾ ਹੈ, ਔਰ ਇਹਨਾਂ ਗ੍ਰਾਮਾਂ ਦੇ ਵਿੱਚ ਵਸਣ ਵਾਲੇ ਲੋਕ ਜਿਹੜੀ ਬੋਲੀ ਨੂੰ ਬੋਲਦੇ ਨੇ, ਉਹ ਪੁਆਧੀ ਬੋਲੀ ਹੈ। ਔਰ ਇਸ ਇਲਾਕੇ ਨੂੰ ਪੁਆਧ ਦਾ ਇਲਾਕਾ ਕਿਹਾ ਜਾਂਦਾ ਹੈ। ਔਰ ਮੈਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਮੇਰਾ ਆਪਣਾ ਪਿੰਡ ਖਿਜ਼ਰਾਬਾਦ ਜਮਾਂ ਹੀ ਪੁਆਧ ਕੇ ਗੈਲ ਵਸਿਆ ਹੋਇਆ। ਔਰ ਸਰਦਾਰ ਮਨਜੀਤ ਸਿੰਘ ਜੀ ਪੁਆਧੀ ਬੋਲੀ ਦੇ ਲਈ ਬੜੇ ਯਤਨ ਕਰ ਰਹੇ ਨੇ, ਬੜੇ ਕਾਰਜਸ਼ੀਲ ਨੇ। ਪੁਆਧੀ ਬੋਲੀ ਦੇ ਵਿੱਚ ਛੋਟੀਆਂ-ਛੋਟੀਆਂ ਲਘੂ ਫਿਲਮਾਂ ਬਣਾ ਕੇ ਔਰ ਪੁਆਧੀ ਬੋਲੀ ਦੇ ਵਿੱਚ ਵਾਰਤਾਲਾਪ ਕਰਕੇ ਇਹ ਮਾਂ ਬੋਲੀ ਨੂੰ ਹੋਰ ਵੀ ਅਮੀਰ ਕਰ ਰਹੇ ਨੇ। ਸਰ ਮਨਜੀਤ ਸਿੰਘ ਜੀ ਰਾਜਪੁਰਾ जी, थारा स्वागत है हमारे अज दे इस वैबीनार में। और असी आस करते हैं कि अज दे इस वैबीनार में आप जी
ਜਿੱਥੇ ਮਾਨਮਤੀ ਪੰਜਾਬੀ ਬੋਲੀ ਦੀ ਗੱਲ ਕਰੋਗੇ ਉੱਥੇ ਪੁਆਧੀ ਬੋਲੀ ਦੀਆਂ ਬਾਤਾਂ ਵੀ ਮਾਰੇ ਗੈਲ ਜ਼ਰੂਰ ਪਾਓਗੇ। तो एक बार फिर आप जी का स्वागत करता होया मैं खिमांदा जाचक हाँ। वाहिगुरू जी का खालसा वाहिगुरू जी की फतेह। बहुत बहुत धन्यवाद चीफ सैकटरी गुरु गोबिंद सिंह स्टडी सर्कल सरदार तजिंदर सिंह जी खजराबादी जिन्हों ने अपनी बोली दे विच पुआधी टच दे के अज दे वैबीनार की आरंभता जिहड़ी ओह कर दित्ती है कि अज पंजाबी माणमती बोली ਦੀ ਗੱਲ ਹੋਵੇਗੀ ਕਿ ਪੰਜਾਬੀ ਮਾਣਮੱਤੀ ਬੋਲੀ ਹੈ, ਇਹਦੀ ਸ਼ੈਲੀ ਤੇ ਇਹਦੀ ਨੁਹਾਰ ਦੀ ਗੱਲ ਹੋਵੇਗੀ। ਸੋ ਮੈਂ ਬਹੁਤਾ ਸਮਾਂ ਨਹੀਂ ਲੈਂਦਾ। ਮੈਂ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀ ਹੋਰਾਂ ਨੂੰ ਕਿ ਉਹ ਅੱਜ ਦੇ ਮੁੱਖ ਵਕਤਾ ਜੋ ਨੇ ਉਹ ਮਾਈਕ ਤੇ ਆ ਜਾਣ ਤੇ 30 ਤੋਂ 35 ਮਿੰਟ ਵਾਸਤੇ ਭਾਈ ਸਾਹਿਬ ਜਿਹੜੀ ਆਪਣੀ ਗੱਲ ਕਰਨ। ਸਰਦਾਰ ਮਨਜੀਤ ਸਿੰਘ ਜੀ। ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬੀ के ऊपर ਜਿਹੜਾ ਹੈ ਗੁਰੂ ਗੋਬਿੰਦ ਸਿੰਘ स्टडी सर्कल किन्हीं ਤੇ एक विचार चर्चा करवाई जा रही है पंजाबी माँ बोली के बारे में। जब भी कदे पंजाबी माँ बोली की बात चला तो मानू बहुत घट जिहड़ा हैगा सुनने को मिला होर बोलियां का, जिस तरह सरदार खिजराबादी जी बात कर रहे थे कि माझा मालवा दुआबा उन्होंने की बोलियां का जिक्र आवा, परले पंजाब में कितनी बोलियां तो इधर पुआधी है और 30 ते बाद माँ बोली के लहजे हैं। पंजाबी सूबा दिहाड़ा आप मना रहे हैं, अपने पंजाबी सूबा बने रजत पंजाबी बोली वास्ते, पर अज मैं देखा भी पंजाबी की हालत पंजाब के विच ही कित्थे पहुंची हुई है। मैनूं याद आवा जब पाकिस्तान बनिया था तां पूर्वी पाकिस्तान जिहड़ा कि बांग्लादेश है, उन्होंने जब उत्थे उर्दू लागू करया बांग्लादेश के विच पूर्वी पाकिस्तान के विच तां उन्होंने विरोध करया उर्दू का कि हमें उर्दू के विच नहीं पढ़ेंगे, जबकि इधरले पंजाब में जिथे 12 करोड़ आबादी है तो 12 करोड़ आबादी वाले ने तो उर्दू नूं मन लिया सारा कुछ, पर उन्होंने बंगालियां ने माँ बोली जिहड़ा हैगा बंगाली है उन्होंने की तो उन्होंने कहा भी हमें जिहड़ा इसी बोली के विच पढ़ेंगे, इसी के विच लिखेंगे, इसी विच बोलेंगे। सो उन्होंने जो इनकार कर दिया, उत्थे गोली चली तो फिर 4-5 मुंडे शहीद होए। उन्होंने मुंडियां की याद के विच यूएनओ ने 21 फरवरी को फिर पूरी दुनिया के विच जिहड़ा हैगा माँ बोली दिहाड़े के रूप में मानता दी और पूरी दुनिया के विच माँ बोली दिहाड़ा बंगालियां करके मनाया जा। ਆਪਾਂ ਨੇ ਪੰਜਾਬੀ सूबा लिया, बहुत कुर्बानियां हुई उरे भी, दिल्ली में गोली चली, बहुत सारे अकाली उस टाइम सिंह शहीद होए इस सूबे की प्राप्ति वास्ते। पर अज सब तो बड़ी त्रासदी है पंजाब के विच पंजाबी जिहड़ी हैगी है अपनी हस्ती आम पद्धर के उपर जाके जेकर आपां देखें तो बहुत ही माड़ी हालत के विच चली गई है। पिछे एक बार बड़ा जिक्र होया भी कनेडा के विच जिहड़ा हैगा अपने पंजाबी तीसरी बोली बन गई है। पंजाब पहली अंग्रेजी है, दूजी फ्रेंच है, तीसरी पंजाबी है। पर मैं कहा भाई, मैं कहा कनेडा के विच मेरे पंजाबी तीसरी बोली है, पर सवाल तो यह है भी पंजाब के विच पंजाबी किहड़ी बोली है। पंजाब के विच भी पंजाबी इस टाइम अंग्रेजी हिंदी के बाद पंजाबी तीसरे नंबर पर आ गई है। संसार के विच वो कौमां जिहड़ियां अज संसार में सब तो उपर चल रही हैं, उन्होंने का इको एक कारण है कि उन्होंने पास उन्हों की बोली है, बोली में होने करके उन्होंने बोली में लिखा, बोली में गाया तो बोली के विच खोजा हुई। मुझे याद आवा हंगरी की राजधानी बुडापेस्ट है, उत्थे एक नोबल स्ट्रीट है, उसमें कई जने रहा जिन्होंने मतलब कि नोबल नाम मिले उस टाइम पे, नोबल नाम मिले पर उन्होंने माते कोई भी बंदा अंग्रेजी की ABC नहीं जानता। पर पंजाब के विच क्या होया इस टाइम, सरकारी स्कूलों के विच 32 लाख न्याणा सरकारी स्कूलों के विच और 35 लाख न्याणा कॉन्वेंट स्कूलों के विच है जिन्होंने अंग्रेजी मीडियम के विच पढ़ाया जा रहा। दुनिया के इतिहास के विच कोई भी कौम मतलब कि जिउंदी नहीं रह सकी जिसने अपने न्याणिਆਂ ਨੂੰ अपनी बोली के बिना किसी होर बोली के विच पढ़ाया है। लैंदे पंजाब के विच अशरफ सहेल उन्हें है, वो एक बहुत वधिया रसाला कढ़ा बाल रसाला पंखेरू, उस रसाले के विच उन्होंने एक बार एक कहानी लिखी थी जागदे रहना, वो बहुत कमाल है। दुनिया भर के विच जिहड़ियां बोलियां उन्होंने बारे में उस कहानी के विच कमाल दी बातां करियां। वो कहानी मैं थानू सारिआं नू छोटी जी है
2 मिनट के भी सुना दें बई किते शेरां का जंगल था और उस जंगल के विच शेर रहे कने ते होर कोई जिहड़ा हैगा जानवर उत्थे डरदा जाहे नहीं था ते शेर ही जिहड़े हैगे उत्थे बुकदे पे ने ते शेरां दा राज था। ते एक बार एक गिद्दड़ गेड़े गूड़े कड्ढ के बड़ा मतलब कि ओह करके ਉਹ ਸ਼ੇਰਾਂ ਦੇ ਜੰਗਲ ਦੇ ਵਿੱਚ ਚਲੇ ਗਿਆ। ਉਸਨੇ ਸ਼ੇਰਾਂ ਕੇ ਰਾਜੇ ਨੂੰ ਕਿਹਾ ਸ਼ੇਰ ਨੂੰ ਕਿ ਮਹਾਰਾਜ ਤੇ ਆਪਣੇ ਨਿਆਣਿਆਂ ਨੂੰ ਥਮੇ ਆਪਣੀ ਜਿਹੜੇ ਹੈਗਾ ਸਕੂਲ ਨੂੰ ਭੇਜੋ, ਸਾਰੀ ਦੁਨੀਆ ਆਪਣੇ ਨਿਆਣੇ ਪੜ੍ਹਾ ਰਹੀ ਹੈ, ਦੇਖੋ ਆਪਣੇ ਬੰਦੇ ਆਪਣੇ ਨਿਆਣੇ ਨੂੰ ਪੜ੍ਹਾ ਕੇ ਥਾਨੂੰ ਵੀ ਕਾਬੂ ਕਰ ਲਿਆ, ਸਰਕਸ ਨੂੰ ਬੰਦ ਕਰਿਆ ਗਾ, ਪਿੰਜਰੇ ਦੇ ਵਿੱਚ ਬੰਦ ਕਰਿਆ ਵਾ। ਤਾਂ ਸ਼ੇਰ ਕਹਾ ਵੀ ਬਈ ਮੈਂ ਕਿਆ ਕਰਾਂ ਵੀ ਮਸਲਾ ਨਿਊ ਹੈ ਵੀ ਮੇਰੇ ਪਾਸ ਪੜ੍ਹਾਣੇ ਵਾਸਤੇ ਕੋਈ ਉਸਤਾਦ ਨਹੀਂ ਹੈ। ਤਾਂ ਗਿੱਦੜ ਕਹਾ ਜੀ ਉਸਤਾਦ ਮੈਂ ਦਿਆਂਗਾ, ਉਹ ਥਾਰੇ ਨਿਆਣਿਆਂ ਨੂੰ ਪੜ੍ਹਾਇਆ ਕਰੇਗਾ। ਕਹਿੰਦਾ ਵੀ ਇਸ ਤਰ੍ਹਾਂ ਕਰੀ ਤੂੰ ਕੱਲ ਨੂੰ ਆਪਣਾ ਉਸਤਾਦ ਲੈ ਕੇ ਆਈ। ਸੋ ਅਗਲੇ ਦਿਨ ਉਹ ਉਸਤਾਦ ਜਿਹੜਾ ਹੈਗਾ ਲੈ ਕੇ ਚਲੇ ਗਿਆ ਤੇ ਸ਼ੇਰਾਂ ਨੇ ਆਪਣੇ ਨਿਆਣੇ ਸਾਰੇ ਉਸਕੇ ਹਵਾਲੇ ਕਰਦੇ ਤੇ ਉਹ ਨਿਆਣਿਆਂ ਨੂੰ ਪੜ੍ਹਾਉਣ ਲੱਗ ਗਿਆ। ਹੁਣ ਗਿੱਦੜ ਦੀ ਬੋਲੀ ਹੋਰ ਹੈ, ਸ਼ੇਰ ਦੀ ਬੋਲੀ ਹੋਰ ਹੈ। ਸੋ ਗਿੱਦੜ ਫਿਰ ਉਹ ਆਪਣੀ ਬੋਲੀ ਬੋਲੇ ਕਰਿਆ, ਆਊਂ ਆਊਂ ਕਰੇ ਕਰਿਆ। ਤਾਂ ਸ਼ੇਰਾਂ ਦੇ ਜਿਹੜੇ ਨਿਆਣੇ ਉਹਨਾਂ ਨੂੰ ਬੋਲੀ ਸਮਝ ਨਾ ਆਏ ਕਰਿਆ ਤੇ ਉਹ ਸ਼ੇਰਾਂ ਦੇ ਨਿਆਣੇ ਆਲੇ ਦੁਆਲੇ ਝਾਕ ਕੇ ਕਰਿਆ ਵੀ ਇਹ ਕਿਆ ਹੋ ਰਿਹਾ, ਕਿਆ ਕਰਾਂ। ਤੇ ਉਹ ਨਿਆਣਿਆਂ ਨੂੰ ਕੁੱਟੇ ਕਰਿਆ, ਠੁੱਡੇ ਮਾਰੇ ਕਰਿਆ ਤੇ 2-3 ਸਾਲਾਂ ਦੇ ਵਿੱਚ ਉਹ ਸ਼ੇਰਾਂ ਦੇ ਸਾਰੇ ਨਿਆਣੇ ਗਿੱਦੜਾਂ ਦੀ ਬੋਲੀ ਬੋਲਣ ਲੱਗ ਗਏ ਤੇ ਹੌਲੀ ਹੌਲੀ ਉਹ ਸਾਰਾ ਜੰਗਲ ਗਿੱਦੜਾਂ ਦੀ ਬੋਲੀ ਦੀ ਗੈਲ ਭਰ ਗਿਆ। ਤੇ ਭਾਈ ਇਹ ਕਹਾ ਫਿਰ ਕਦੇ ਕਦੇ ਉਸ ਜੰਗਲ ਦੇ ਵਿੱਚ ਸ਼ੇਰ ਜਿਹੜਾ ਹੈਗਾ ਉਹ ਦਹਾੜਾ ਆਪਣੀ ਬੋਲੀ में, ਪਰ ਉਸकी ਬੋਲੀ ਜਿਹੜੀ ਹੈਗੀ ਹੈ ਗਿੱਦੜਾਂ ਦੀ ਬੋਲੀ ਵਿੱਚ ਗੁੰਮ ਹੋ ਜਾ, ਕਿਉਂਕਿ ਅੱਗੇ ਤੇ ਕੋਈ ਜਵਾਬ ਹੀ ਨਹੀਂ ਆਉਂਦਾ। ਕਹੋ ਆਪਣੀ ਬੋਲੀ ਨਹੀਂ ਭੁੱਲੇ, ਉਹ ਆਪਣੇ ਬੜਿਆਂ ਦੀ ਤਾਕਤ ਵੀ ਭੁੱਲ ਗਏ ਵੀ ਐਵੇਂ ਸ਼ੇਰਾਂ ਕੇ ਨਿਆਣੇ ਹੈ ਤੇ ਉਹ ਪੂਰੀ ਤਰ੍ਹਾਂ ਗੁਲਾਮ ਹੋ ਗਏ। ਤੇ ਉਸ ਨੂੰ ਕਹਾਣੀ में ਹੀ ਤੱਤਸਾਰ ਕੱਢਿਆ ਗਿਆ ਵੀ ਥਮੇ ਦੇਖਿਓ ਕਿਤੇ ਆਪਣੀ ਬੋਲੀ ਤਾਂ ਨਹੀਂ ਭੁੱਲ ਗਏ। ਸੋ ਅੱਜ ਪੰਜਾਬੀ ਪੰਜਾਬ ਦੇ ਵਿੱਚ ਬਹੁਤ ਹੀ ਖਤਰਨਾਕ ਹਾਲਤ ਦੇ ਵਿੱਚ ਹੈ। ਇੱਕ ਹੋਰ ਬਹੁਤ ਬੜਾ ਜਿਹੜਾ ਹੈਗਾ, ਕਿਉਂਕਿ ਮੈਂ ਬਹੁਤ ਮੈਨੂੰ ਉਹ ਤਾਂ ਆਉਂਦੀ ਨਹੀਂ ਢੰਗਾਈ ਵਾਲੀ ਬਾਤਾਂ, ਮੈਂ ਤਾਂ ਜਿਹੜੀ ਆਮ ਜ਼ਿੰਦਗੀ में ਵਾਪਰ ਰਹੀਆਂ ਉਹਨਾਂ ਦੇ ਬਾਰੇ में बात ਕਰਾਂਗਾ ਵੀ ਅਸਲ में क्या हो ਰਿਹਾ। ਇੱਕ ਇਸ ਬਾਤ ਦਾ ਬੜਾ ਰੌਲਾ ਪਵਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਦੋਂ 1966 ਦੇ ਵਿੱਚ ਮਰਦਮਸ਼ੁਮਾਰੀ ਹੋਈ ਉਹਨਾਂ ਸਮੇਂ ਦੇ ਵਿੱਚ ਪੰਜਾਬੀ ਸੂਬਾ ਬਣਿਆ ਤਾਂ ਹਿੰਦੂਆਂ ਨੇ ਆਪਣੀ ਮਾਂ ਬੋਲੀ ਜਿਹੜੀ ਹੈਗੀ ਹੈ ਹਿੰਦੂ ਲਿਖਾਈ, ਹਿੰਦੀ ਲਿਖਾਈ। ਬਿਲਕੁਲ ਸਹੀ ਹੈ ਤੇ ਇਸਕੇ ਪਿੱਛੇ ਬੜੇ ਕਾਰਨ ਹੋਏਗੇ, ਖੈਰ ਜੋ ਵੀ ਹੈ ਵੀ ਇਹਨਾਂ ਨੇ ਧਰੋ ਕਮਾਇਆ ਤੇ ਇਹ ਰਾਗ ਅੱਜ ਤੱਕ ਵੀ ਅਲਾਪਿਆ ਜਾ ਰਿਹਾ। ਪਰ ਉਸ ਤੋਂ ਬਾਅਦ ਤਾਂ ਬੜਾ ਕੁਝ ਬਦਲ ਗਿਆ। ਪਰ ਅੱਜ ਇਹ ਗੱਲ ਸੁਣਨੇ ਨੂੰ ਬੜੀ ਅਜੀਬ ਲੱਗੇਗੀ ਤਾਂ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਭ ਤੋਂ ਵੱਡਾ ਖਤਰਾ, ਮੈਂ ਇੱਕ ਵਾਰ ਲਿਖਿਆ ਵੀ ਤਾਂ ਵੀ ਵੱਡੇ ਸਰਦਾਰ ਦੇ ਰਹੇ ਨੇ ਪੰਜਾਬੀ ਦੀਆਂ ਜੜ੍ਹਾਂ 'ਚ ਤੇਲ। ਪੰਜਾਬ ਦੇ ਵਿੱਚ ਪੰਜਾਬੀ ਦਾ ਹਾਲਤ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੇ ਸਕੂਲ ਖੋਲੇ ਹੋਏ ਅੰਗਰੇਜ਼ੀ ਮੀਡੀਅਮ ਦੇ ਵਿੱਚ, ਸਾਰੇ ਸਕੂਲ ਅੰਗਰੇਜ਼ੀ ਦੇ ਵਿੱਚ ਪੜ੍ਹਾਇਆ ਜਾ ਰਿਹਾ। ਆਪਣੇ ਦਮਦਮੇ ਟਕਸਾਲ ਤੱਕ ਅੰਗਰੇਜ਼ੀ ਦੇ ਵਿੱਚ ਸਕੂਲ ਖੋਲ ਰਹੀ ਹੈ ਤੇ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦੌੜ ਲੱਗੀ ਵੀ ਹੈ। ਗੁਰੂ ਸਾਹਿਬਾਨ ਕੇ ਨਾਂ ਕੇ ਉੱਪਰ ਸਕੂਲ ਖੁੱਲਿਆ ਵਾ, ਪੰਜਾਬੀ ਬੋਲਣੇ ਪਰ ਪਾਬੰਦੀ ਹੈ। ਇੱਕ ਮੁੰਡਾ ਜਸਦੀਪ ਸਿੰਘ ਹੈ ਆਪਣੇ ਬਠਿੰਡੇ ਤੇ ਉਹ ਉੱਥੇ ਗਿਆ ਬਾਈ ਕੈਨੇਡਾ, ਮੇਰੇ ਗੱਲ ਉਸकी ਬਾतचीत ਹੋਈ। ਉਹ ਕਹਾ भाई मैं बड़ा हैरान तो दसा भी मैं सरदारा के स्कूल में पढ़िया जिसमें पंजाबी बोलने पर 100 रुपये जुर्माना था और स्कूल का नाम भी ਜਿਹੜਾ ਹੈਗਾ गुरु साहब के नाम पर था, गुरु साहिबा के। ਤੇ ਕਮਾਲ ਦੇਖੋ, ਕਹਿੰਦਾ ਵੀ ਇੱਥੇ 100 ਰੁਪਏ ਜੁਰਮਾਨਾ ਤਾਂ ਸਰਦਾਰਾਂ ਦਾ ਸਕੂਲ ਤਾਂ ਤੇ ਸਿੱਖਾਂ ਨੂੰ ਮਾਂ ਬੋਲੀ ਪੰਜਾਬੀ ਕੇ ਜੇਠੇ ਪੁੱਤ ਮੰਨਿਆ ਜਾ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਜਿਹੜੀ ਹੈ ਗੁਰਮੁਖੀ ਦੇ ਵਿੱਚ ਉਚਾਰਨ ਕਰੀ ਹੈ ਤੇ ਮਨ ਮਾਣ ਹੈ ਦੁਨੀਆ ਦਾ ਸਭ ਤੋਂ ਅਮੀਰ ਸਰਮਾਇਆ ਜਿਹੜਾ ਮੈਨੂੰ ਦੇ ਕੇ ਗਈ। ਮੈਨੂੰ ਯਾਦ ਆ ਪ੍ਰੋਫੈਸਰ ਪ੍ਰੀਤਮ ਸਿੰਘ पंजाबी के ऊपर उन्होंने बहुत बड़ा काम कराया। प्रोफेसर प्रीतम सिंह, डॉक्टर TR शर्मा ते मनु ना की संगत करने का मान हासिल रहा। पहली इसते पिछली अकाली सरकार ने जब पहली जमात ते सिर्फ एक विषा पहली जमात ते अंग्रेजी एक विषय के तौर पर पढ़ाने के ऐलान कर दिया था, तो प्रोफेसर प्रीतम सिंह उन्होंने, डॉक्टर TR शर्मा, जगमोहन कौशल, गुरदयाल सिंह उन्होंने बहुत बड़ी लहर खड़ी करी इसके खिलाफ कि पहली जमात ते एक विषय पढ़ाने पर भी मतलब खतरनाक है, कोई गैर बोली पढ़ानी, कि न्याणे ने उपरी बोली विदेशी बोली पढ़ानी। तो उन्होंने लेख लिखा था की फरमाते ने गुरु नानक देव जी पहली जमात तो अंग्रेजी बारे। तो मैं पढ़ के देखियो हैरान होएंगे कि गुरु साहब की बाणी के विच उन्होंने एडियां बड़ियां दलीलां दे के साबित कराया कि जुल्म है किसी न्याणे नूं गैर बोली के विच पढ़ाना। गुरु साहब का शब्द है खत्तरी है धर्म छोड़िया मलेश मल भाख्या कही। खत्तरी जिहड़े हैगे फारसी बोलण लग गए ते समय के हाकम आ गई, तो गुरु साहब ने कहा कि बोली छड्डनी, अपना धर्म छड्डना है। सो उन्होंने फिर लेख लिखा, डॉक्टर TR शर्मा उन्होंने लिखा था, मैनूं याद है कि जब श्रोमणी कमेटी अंग्रेजी वाले स्कूल खोल रही है, DAV जी हिंदुओं की जथेबंदी अंग्रेजी वाले स्कूल खोल रही है, लोग अपने नियाणिਆਂ ਨੂੰ अंग्रेजी स्कूल में पढ़ा रहे हैं, तो पंजाबी बहुत ही देर जिउंदी नहीं रहेगी। सो अज ये त्रासदी है भी ਜਿਹੜੇ ਸਰਕਾਰ ਹੁਣ इस सरकार ने क्या कराया कि सरकारी स्कूलों के विच भी अंग्रेजी के विच पढ़ाया जाएगा।
कमाल है, यूरोप के विच किते भी अंग्रेजी मीडियम के विच नहीं पढ़ाया जाता है। पूरे यूरोप के विच थमें किसी मुल्क के विच ले जाओ तो फ्रांस जिहड़ा इंग्लैंड के बिल्कुल नाल लगमा देश है, उसके विच दा हाल है कि अंग्रेजी बोलने वाले बंदे नूं कहा भी बाहर चल। कल्ले फ्रांस के यूरोप की तो बात छड्ड दिओ, कनेडा के विच क्यूबक जिहड़ा एक सूबा है, क्यूबक के विच कनेडा के अंदर ही कमाल देखो कि जेकर बंदा क्यूबक के विच जाके अंग्रेजी बोलदा, उत्थे उहनूं कोई दिहाड़ी पर रखेगा इहो ਜਿਹੇ ਕੰਮ पर जिथे मतलब कमाई कोई नहीं। पर जेकर ਉਹ ਫਰੈਂਚ ਜਾਣਦਾ ਤਾਂ ਵਧੀਆ ਕੰਮ ਪਰ ਲੱਗੇਗਾ। ਇਸ ਕਰਕੇ ਕਿਊਬਕ ਦੇ ਵਿੱਚ ਕੱਲੀ ਫਰੈਂਚ ਹੈ ਤੇ ਉਹ ਅੰਗਰੇਜ਼ੀ ਨੂੰ ਖੰਘਣ ਵੀ ਨਹੀਂ ਦਿੰਦੇ ਹੈਗੇ। ਇਸ ਗੱਲ ਕੀ ਮਿਸਾਲ ਹੈ ਵੀ ਜਿਹੜੀਆਂ ਕੌਮਾਂ ਨੇ ਆਪਣੀ ਬੋਲੀ ਨੂੰ मतलब ਕਿ ਆਪਣਾ ਝੰਡਾ ਬਣਾਇਆ, ਆਪਣਾ ਇੱਕ ਤਰ੍ਹਾਂ ਤਾਜ ਬਣਾਇਆ, ਉਹ ਕੌਮਾਂ ਕਿਸ ਤਰ੍ਹਾਂ ਦੁਨੀਆ ਪਰ ਰਾਜ ਕਰ ਰਹੀਆਂ ਤੇ ਰੁਜ਼ਗਾਰ ਕੇ ਮੌਕੇ ਵਾਲੀ ਗੱਲ ਦਾ ਵੀ ਰੌਲਾ ਹੈ, ਉਸ ਪਰ ਮੈਂ ਬਾਤ ਕਰਨਾ ਚਾਹਾਂਗਾ। ਤੇ ਮੈਂ ਦੱਸ ਰਿਹਾ था ਵੀ ਕਿਊਬਕ ਦੇ ਵਿੱਚ ਮੈਨੂੰ ਇੱਕ ਮੁੰਡੇ ਨੇ ਫੋਨ ਕਰਕੇ ਦੱਸਿਆ ਵੀ ਬਾਈ ਮੈਂ ਇੱਕ ਦਿਨ 버ਗਰ ਲੈਣ ਗਿਆ ਕਿਸੇ ਦੁਕਾਨ के ऊपर ਤੇ ਉੱਥੇ ਬੀਬੀ ਖੜੀ ਸੀ ਤੇ ਮੈਂ ਉਸਨੂੰ ਕਿਹਾ ਅੰਗਰੇਜ਼ੀ ਦੇ ਵਿੱਚ ਕਿ 버ਗਰ ਦੇ। ਕਹਾ ਵੀ ਉਸ ਬੀਬੀ ਨੇ ਜਵਾਬ ਨਹੀਂ ਦਿਆ, ਅੰਗਰੇਜ਼ੀ ਤਾਂ ਬੋਲੀ ਨਹੀਂ, ਇਸ਼ਾਰੇ ਕਰੇ ਵੀ ਫਰੈਂਚ ਬੋਲ ਤਾਂ ਮੈਂ ਤੈਨੂੰ ਜਿਹੜਾ ਹੈਗਾ 버ਗਰ ਦਿਆਂਗੀ। ਇੰਨਾ ਮਾਣ ਹੈ ਨਾ ਲੋਕਾਂ ਨੂੰ ਆਪਣੀ ਬੋਲੀ ਦੇ ਉੱਪਰ। ਤੇ ਅੱਜ ਪੰਜਾਬ ਦੇ ਵਿੱਚ ਪਿੱਛੇ ਜੇ ਰੌਲਾ ਪਿਆ ਤਾਂ ਕਿ ਇਸ ਤਰ੍ਹਾਂ ਲੱਖੇ ਸਿਧਾਣੇ ਨੇ ਮੁਹਿੰਮ ਚਲਾਈ ਤੇ ਸੜਕਾਂ ਦੇ ਉੱਪਰ ਜਿਹੜਾ ਹੈਗਾ ਉਹ ਲਿਖਿਆ ਜਾਵੇ ਪੰਜਾਬੀ ਦੇ ਵਿੱਚ। ਆਪਾਂ ਸਰਕਾਰ ਕੀ ਛੱਡ ਦਿਓ, ਆਪਣੀ ਬਾਤ ਪਰ ਆ ਜਾਓ। ਆਪਣੇ ਕਿੰਨੇ ਘਰ ਹੈ, ਰਾਜਪੁਰਾ ਮੇਰਾ ਸ਼ਹਿਰ ਹੈ, ਮੈਂ ਰਹਾ ਰਾਜਪੁਰਾ, 1 ਸਵਾ ਲੱਖ ਆਬਾਦੀ है, 5 ਬੰਦੇ ਵੀ ਜਿਹੜੇ ਹੈਗੇ ਹੈ ਉਹਨਾਂ ਨੇ ਆਪਣੇ ਘਰ ਕੇ ਬਾਹਰ ਪੰਜਾਬੀ ਨਹੀਂ ਲਿਖੀ ਗਈ ਹੈਗੀ, ਸਰਕਾਰੀ ਸਕੂਲਾਂ ਕੇ ਮਾਸਟਰ ਵੀ। ਸੋ ਇਸ ਟਾਈਮ 32 ਲੱਖ ਨਿਆਣਾ ਸਰਕਾਰੀ ਸਕੂਲਾਂ ਦੇ ਵਿੱਚ ਹੈ ਤੇ ਉਹਨਾਂ ਕੇ ਗਲ ਵੀ ਜਿਹੜਾ ਅੰਗਰੇਜ਼ੀ ਵਾਲਾ ਫਾਹਾ ਪਾ ਦਿਆ। ਕਮਾਲ ਦੇਖੋ ਕਿ ਮੈਂ ਜੇਕਰ ਸੂਰਜ ਗ੍ਰਹਿਣ ਬਾਰੇ ਬਾਤ ਕਰਨੀ ਹੈ ਤਾਂ ਮੈਨੂੰ ਤਾਂ ਪੰਜਾਬੀ ਦੇ ਵਿੱਚ ਸਮਝ ਆਏਗੀ ਨਾ ਵੀ ਸੂਰਜ ਚੰਦ ਸੂਰਜ ਧਰਤੀ ਕੇ ਗੱਭਾ ਆ ਜਾ ਤਾਂ ਵੀ ਆਪਣੇ ਸੂਰਜ ਗ੍ਰਹਿਣ ਲੱਗ ਜਾ, ਉਹੀ ਹੈ ਮਤਲਬ। ਹੋਰ ਵੀ ਕੁਝ ਹੋ ਸਕਾ ਜਾ ਤਾਂ ਕੋਈ ਠੀਕ ਹੈ, ਪਰ ਅੰਗਰੇਜ਼ੀ ਦੇ ਵਿੱਚ ਕਿਸ ਤਰ੍ਹਾਂ ਮੈਨੂੰ ਛੇਤੀ ਸਮਝ ਆ ਜਾਏਗਾ ਤੇ ਇਹ ਸਮਝਾਣੇ ਦਾ ਤਰੀਕਾ ਸਰਕਾਰੀ ਸਕੂਲਾਂ ਦੇ ਵਿੱਚ ਲਾਗੂ ਕਰਿਆ ਗਿਆ। ਅਸਲ ਮਾ ਇਹ ਪੰਜਾਬ ਦੇ ਵਿੱਚ ਜਿਹੜੇ ਨਿਆਣੇ ਆ ਉਹਨਾਂ ਦੇ ਪੰਜਾਬੀ ਖੋਣੇ ਦੀ ਬਹੁਤ ਵੱਡੀ ਜਿਹੜੀ ਹੈਗੀ ਹੈ ਚਾਲ ਚਲੀ ਗਈ ਹੈ, ਕਿਉਂਕਿ ਜਿਹੜੇ ਨਿਆਣੇ ਸਰਕਾਰੀ ਸਕੂਲ ਮਾ ਤੇ ਬਹਾਨਾ ਹੀ ਲਾਇਆ ਗਿਆ ਕਿ ਉੱਥੇ ਨਿਆਣੇ ਨਹੀਂ ਹੈਗੇ ਤੇ ਅੰਗਰੇਜ਼ੀ ਗੱਲ ਉੱਥੇ ਨਿਆਣੇ ਚਲੇ ਜਾਣਗੇ। ਅਸਲ ਮਾ ਸਰਕਾਰੀ ਸਕੂਲਾਂ ਦਾ ਸਭ ਤੋਂ ਬੜੀ ਤਰਾਸਦੀ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਮਾਸਟਰ ਹੈ ਉਹਨਾਂ ਦੇ ਆਪਣੇ ਨਿਆਣੇ ਸਰਕਾਰੀ ਸਕੂਲ ਮਾ ਨਹੀਂ ਜਾਂਦੇ ਹੈਗੇ। ਕਮਾਲ ਦੇਖੋ, ਸਰਕਾਰੀ ਸਕੂਲ ਮਾ ਇੱਕ ਸਕੂਲ ਮਾਸਟਰ ਨੂੰ 60 70 ਹਜ਼ਾਰ ਜਿਹੜੇ ਪੁਰਾਣੇ ਹੋ ਗਏ ਲੱਖ ਰੁਪਏ ਤਨਖਾਹ, ਦੁਨੀਆ की सबसे शानदार नौकरी है। हमारे न्याणे राजपुरा रहा में सरकारी स्कूल में पढ़ रहे हैं ਤੇ ਜਿਹੜੇ ਉਹਨਾਂ ਕੇ ਜਿਸ ਸਕੂਲ ਮਾ ਨਿਆਣੇ ਪੜ੍ਹ ਰਹੇ ਆ ਉਹਨਾਂ ਦੇ ਸਕੂਲ ਕੇ ਵੀ ਜਿਹੜੀ ਭੈਣ ਜੀ ਪੜਾਵਾ ਉਸका ਘਰ ਵਾਲਾ ਵੀ ਮਾਸਟਰ ਹੈ, ਉਹ ਦੋਏ ਜਣੇ ਇਸ ਸਰਕਾਰੀ ਸਕੂਲ ਤੇ 1.5 ਲੱਖ ਰੁਪਏ ਤਨਖਾਹ ਲੈ ਰਹੇ। ਉਹਨਾਂ ਦਾ ਆਪਣਾ ਨਿਆਣਾ ਕਨਵੈਂਟ में जा रहा है यार, हिंदी बोलना उसकी बेल। ਸੋ ਇਹ ਬੰਦੇ ਜਿਹੜੇ ਸਰਕਾਰੀ ਕਮਾਲ ਦੇਖੋ ਵੀ ਆਪਾਂ ਖੇਤਾਂ में ਕੰਮ ਕਰਾਂ ਜਾਂ ਕਿਤੇ ਦੁਕਾਨ ਕਰੀ ਵੀ ਆਪਾਂ ਮੱਥਾ ਟੇਕਾਂ ਜਾਂ ਖੇਤ में ਦੁਕਾਨ ਪਰ ਜਾਣਾ ਦੁਕਾਨ ਖੋਲਾਂ ਤੇ ਇਸ ਵਾਂ ਜਿਹੜਾ ਹੈਗਾ ਹਮਾਰੀ ਤਰੱਕੀ ਹੋਇਆ ਵਧੀਆ ਹੋਇਆ। ਤੇ ਸਰਕਾਰੀ ਸਕੂਲਾਂ में ਮਾਸਟਰ ਦਲੀਲ ਰਹੇ हैं ਵੀ ਸਰਕਾਰ ਸਰਕਾਰੀ ਸਕੂਲਾਂ ਨੂੰ ਖਤਮ ਕਰਨਾ ਚਾਹਾ, ਵੇਚਣਾ ਚਾਹਾ, ਸਰਕਾਰ ਸਰਕਾਰੀ ਸਕੂਲਾਂ ਦੇ ਖਿਲਾਫ ਹੈ। ਮੈਂ ਕਿਹਾ ਬਿਲਕੁਲ ਸਹੀ ਹੈ ਸਾਰਾ ਕੁਝ ਜੋ ਥਮੇ ਕਹਿ ਰਹੀ ਹੈ, ਪਰ ਮੈਂ ਕਿਹਾ ਥਮੇ ਤਾਂ ਸਰਕਾਰੀ ਸਕੂਲ ਤੇ ਇੰਨੀ ਵਧੀਆ ਕੋਠੀਆਂ ਕਾਰਾਂ ਥਮੇ ਅੱਜ ਕੱਲ੍ਹ ਦੇਖਿਓ ਸਰਕਾਰੀ ਸਕੂਲ ਮਾ ਨਿਆਣੇ ਘੱਟ ਕਾਰਾਂ ਜ਼ਿਆਦਾ ਖੜੀਆਂ ਮਾਸਟਰਾਂ ਦੀਆਂ। ਸੋ ਜਿਸ ਬੋਲੀ ਨੇ ਤੁਹਾਨੂੰ ਰੋਟੀ ਦੇਈ ਰੁਜ਼ਗਾਰ ਦਵਾਇਆ ਥਮੇ ਉਸੀ ਕੇ ਖਿਲਾਫ ਖੜੇ ਹੋ ਗਏ। ਹੋਣਾ ਤਾਂ ਕਿਆ ਚਾਹੀਦਾ था, ਨਿਆਣੇ ਕਿਸ ਤਰ੍ਹਾਂ ਵੱਧਦੇ, क्योंकि जब एक स्कूल मास्टर का न्याणा सरकारी के भी जाएगा तो विश्वास पैदा होएगा कि यार स्कूल मास्टर का जा रहा जरूर कमाल है। मान लो भी सरकार ने ऐलान कराया था भी न्याणे नहीं है वो कह रही थी अंग्रेजी लागू करेंगे, मास्टर अपने न्याणे सरकारी स्कूलों में ला के झंडा कट के बैठ जाते। जेकर ये न्याणे पढ़ाएंगे सरकारी स्कूल होर बढ़ेंगे। ऐतकी सरकार ने कई हजार सरकारी स्कूल बंद कर दे, 5-6 हज़ार इकट्ठी, उत्थे न्याणे नहीं हैगे। समय अंदाजा लाओ भी जब मास्टर का अपना न्याणा स्कूल में नहीं जा रहा हैगा, ਮੇਰੇ ਵਰਗਾ ਕੋਈ ਪਾਗਲ ਹੈ ਜਿਹਨੂੰ ਪਤਾ ਹੈ। ਮੈਂ ਤਾਂ ਕਹਾਂ ਵੀ ਜਿਹੜੇ ਕਨਵੈਂਟ ਸਕੂਲ में ਜਾਣੇ ਤੇ ਨਿਆਣਾ ਸਕੂਲ ਹੀ ਨਹੀਂ ਜਾਣਾ ਚਾਹੀਦਾ। ਇਹ ਸਕੂਲ ਤਾਂ ਮੁਕੰਮਲ ਤੌਰ ਤੇ ਹੀਟਲਰ के बारे में ਆਪਾਂ ਨੇ ਸਾਰਿਆਂ ਨੇ ਜਾਣਿਆ ਹੋਣਾ, ਪੜ੍ਹਿਆ ਹੈ ਸਾਰੇ ਵੀ ਗੈਸ ਕੇ ਗੋਦਾਮਾਂ में बंद करके उसने ਯਹੂਦੀਆਂ ਨੂੰ ਮਾਰਿਆ। ਪਰ ਸਭ ਤੋਂ ਬੜਾ ਕਮਾਲ ਦੇਖੋ ਯਹੂਦੀ ਜਿਹੜੇ ਬਚ ਗਏ ਤੇ ਇਹਨਾਂ ਨੂੰ ਬੋਲੀ ਦੀ ਹੀਬਰੂ ਬੋਲੀ ਨਾ ਕੀ ਇਜ਼ਰਾइल ਵਾਲਿਆਂ ਦੀ ਬੋਲੀ ਹੈ ਹੀਬਰੂ। ਉਹਨਾਂ ਨੇ ਆਪਣਾ ਦੇਸ਼ ਬਣਾਇਆ ਔਰ ਪੂਰੀ ਦੁਨੀਆ पर ਕਾਬਜ ਹੋ ਗਿਆ। ਸੰਸਾਰ ਬੈਂਕ UNO ਸਾਰਾ ਕੁਛ ਉਹਨਾਂ ਦੀ ਜੇਬ के ਵਿੱਚ है। ਇਹ ਬਾਤ ਵੱਖਰੀ ਹੈ ਵੀ ਇਹਨਾਂ ਨੇ ਚੰਗਾ ਕਰ ਰਹੇ ਮਾੜਾ ਕਰ ਰਹੇ, ਕਹਿਣੇ ਦਾ ਮਤਲਬ ਪੂਰੀ ਦੁਨੀਆ ਪਰ ਉਹਨਾਂ ਦਾ ਕਬਜ਼ਾ ਹੈ। ਤੇ ਇਹ ਹਿਟਲਰ ਗੈਸ ਕੇ ਗੋਦਾਮਾਂ ਬੰਦ ਕਰਕੇ ਮਾਰਦਾ ਤਾ ਤੇ ਕਨਵੈਂਟ ਸਕੂਲ ਜਿਹੜੇ ਹੈਗੇ ਆ ਉੱਥੇ ਲਾਈਨ ਲੱਗੀ ਹੋਈ, ਲੋਕ ਆਪ ਜਾ ਰਹੇ ਹੈ ਤੇ ਨਿਆਣੇ ਇੱਥੇ ਖਤਮ ਹੋ ਰਹੇ ਕਿਉਂਕਿ ਪਹਿਲਾਂ ਜਾਣ ਸਾਰੇ ਜਿਵੇਂ ਅਸਰਫ ਸ਼ੇਖ की मैं कहानी सुनाई ਬੋਲੀ ਖੋਲੀ ਜੀ ਉਹਨਾਂ ਤੇ ਉਹਨਾਂ ਦਾ ਲਹਿਜਾ, ਉਹਨਾਂ ਦਾ ਫਾਦਰ ਡੇ ਮਦਰ ਡੇ ਆ ਰਹੇ ਹੈ। ਤੇ ਅੱਜ ਕੱਲ੍ਹ ਦਾ ਇਹ ਹਾਲ ਹੈ ਪੰਜਾਬ ਦੇ ਵਿੱਚ ਕਿ ਸਤਿ ਸ੍ਰੀ ਅਕਾਲ ਵੀ ਉੱਪਰੀ ਹੁੰਦੀ ਜਾ ਰਹੀ है। हमें सरकारी स्कूल में चले जाओ, सरकारी स्कूल के मत्थे पर लिख दिया गया इंग्लिश मीडियम एलिमेंट्री स्कूल,
ਔਰ ਸਰਕਾਰੀ ਸਕੂਲ ਮੈਂ ਜਾ ਕੇ ਦੇਖੋ ਉੱਥੇ ਬੋਲਿਆ ਜਾ ਰਿਹਾ ਗੁੱਡ ਮਾਰਨਿੰਗ ਸਰ, ਜਦੋਂ ਕਹਦੇ ਵੀ ਬੈਠ ਜਾਓ ਤਾਂ ਕਹਾ ਥੈਂਕ ਯੂ ਸਰ। ਤਾਂ ਮੈਂ ਸੋਚਾਂ ਵੀ ਕਮਾਲ ਹੈ। ਤੇ ਇਸ ਮੁੱਦੇ ਬਾਰੇ ਜਦੋਂ ਵੀ ਕਦੇ ਬਾਤ ਚਲਾ ਤਾਂ ਇਹ ਬਾਤ ਵੀ ਰੌਲਾ ਪਵਾ ਕਿ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੈ ਤੇ ਅੰਗਰੇਜ਼ੀ ਬਿਨਾਂ ਹਮਾਰੀ ਗਤੀ ਨਹੀਂ ਹੈਗੀ। ਅਸਲ में ਅੰਗਰੇਜ਼ੀ ਸਿੱਖਣੇ ਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਮੈਂ ਆਪ ਬਹੁਤ ਵਧੀਆ ਅੰਗਰੇਜ਼ੀ ਜਾਣਾ, ਮੇਰੇ ਕੋਲ ਕਈ ਮੁਲਕਾਂ ਕੇ ਬੰਦੇ ਆਉਂਦੇ ਰਹਾ ਸਾਈਟ ਟੈਕ ਨੈਟ पर। ਤੇ ਅੰਗਰੇਜ਼ੀ ਸਿੱਖਣੇ ਵਾਸਤੇ ਅੰਗਰੇਜ਼ੀ ਕਿਉਂ ਦੁਨੀਆ ਦੀ ਕੋਈ ਵੀ ਜ਼ਬਾਨ ਸਿੱਖਣੇ ਵਾਸਤੇ ਇੱਕੋ ਚੀਜ਼ ਹੈ ਵੀ 1 ਸਾਲ लगेगा। ਉਹ ਅੱਜ ਕੱਲ੍ਹ ਬਣੀ ਹੋਈ ਹੈ ਇੱਕ ਬੋਲੀ ਘਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਣਿਆ ਵਾ ਤੇ ਉਹ ਬੋਲੀ ਘਰ में जाओ सॉफ्टवेयर है जी नेट के ऊपर 1 साल में अरबी सीखो, फ्रेंच सीखो, इटालियन सीखो, अंग्रेजी सीखो। ਤੇ ਜਿਹੜੀ ਬੋਲੀ 1 ਸਾਲ ਦੇ ਵਿੱਚ ਸਿੱਖੀ ਜਾ ਸਕਾ ਉਹ ਸਿੱਖਣੇ ਵਾਸਤੇ ਲੋਕ ਇਹਨਾਂ ਸਕੂਲਾਂ ਮਾ ਆਪਣੀਆਂ ਜਿਹੜਾ ਹੈਗਾ ਆਪਣਾ ਸਵੈਮਾਨ ਗਵਾ ਰਹੇ ਹੈ। ਪਿੱਛੇ ਬਹੁਤ ਰੌਲਾ ਪਿਆ ਤਾਂ ਕਿਸਾਈਆਂ ਦਾ ਸਕੂਲ ਤਾਂ ਆਪਣੇ ਕਰਾਲੀ ਕਨੀ ਉਹਨਾਂ ਨੇ ਤਾਂ ਇਹ ਰੌਲਾ ਪੈ ਗਿਆ ਤਾਂ ਵੀ ਪੱਗ ਤਾਰ ਕੇ ਆਵੇ ਨਿਆਣਾ, ਪੱਗ ਨਹੀਂ ਬਣ ਸਕਦਾ। ਸੋ ਜਦ ਬੋਲੀ ਚਲੀ ਜਾਏਗੀ ਤਾਂ हमारा स्वाभिमान चला जाएगा तो हमारा सब कुछ ही चला जाएगा। सो पंजाबी यूनिवर्सिटी की मैं बात कर रहा था भी इस तरह बोली घर बने हुए हैं। पंजाबी यूनिवर्सिटी वो यूनिवर्सिटी थी जी हिब्रू यूनिवर्सिटी इजराइल के विच है, उसके बराबर खड़ी करी गई थी बोलियां के ऊपर। बोली की तरक्की वास्ते काम करने वास्ते संसार में 2 यूनिवर्सिटी हैं, हिब्रू यूनिवर्सिटी इजराइल है तो अपना पंजाबी यूनिवर्सिटी पटियाला है। इस यूनिवर्सिटी ने किसी ने बीटेक नहीं करानी थी, किसी ने एमटेक नहीं करानी थी, किसी ने कुछ नहीं कराना था। इसने जो डॉक्टरी है या इंजीनियरिंग है उसके ਜਿਹੜੇ ਕਿਤਾਬਾਂ ਹੈ ਉਹਨਾਂ ਨੂੰ ਪੰਜਾਬੀ ਦੇ ਵਿੱਚ ਲੱਥਾ ਕਰਨਾ ਤਾਂ ਉਹਨਾਂ ਦੇ ਵਾਸਤੇ ਸ਼ਬਦ ਘੜਨੇ ਤੇ ਕਮਾਲ। ਦੇਖੋ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਬਣੀ ਇਸ ਵਾਸਤੇ ਦੀ ਕਿ ਪੰਜਾਬੀ ਦੇ ਵਿੱਚ ਕਿਤਾਬਾਂ ਲਿਖੇਗੀ ਡਾਕਟਰੀ ਜਾਂ ਪੰਜ ਡਾਕਟਰੀ ਆਪਣੀ ਬੋਲੀ में, इंजीनियर अपनी बोली में। ਉਹ ਅੱਜ ਤੱਕ यूनिवर्सिटी शब्द की पंजाबी नहीं घड़ सकी है। तो फिर वो कास की तनख्वाह दी जा रही है, अरबां का बजट कास का है। यूनिवर्सिटी में अंग्रेजी में यूनिवर्सिटी कहाँ, पंजाबी के विच हिंदी के विच विश्वविद्यालय कहाँ, फारसी के विच दानिशगाह कहाँ, पंजाबी के विच क्या कहाँ, यूनिवर्सिटी कहाँ। भाई जी यूनिवर्सिटी रहनी थी तो फिर वो इन्ना कास का वाइस चांसलर इन्हों का किताबा छापने वाला महकमा उसका नाम है पब्लिकेशन ब्यूरो। ਤੇ ਹੋਰ ਕਿੰਨੇ ਹੀ मतलब कि कोई अंत ही नहीं हैगा। ਤੇ यूनिवर्सिटी ने जद कि राह दिखाना था पूरी दुनिया में पंजाबी सिखाने की लहर खड़ी करनी थी। यूनिवर्सिटी पंजाबी की मिट्टी पलीत करने वाला सब तो बड़ा गढ़ है इस टाइम, जिथे कि मतलब कि कोई इस तरह का काम नहीं हो रहा जो पंजाबी नूं उपर चकदा होवे। सो मसला बड़ा गंभीर होया वा। ਤੇ ਜਦ ਵੀ ਕਦੇ ਇਹ ਚਰਚਾ ਚੱਲਦੀ ਹੋਆ ਤਾਂ ਮੈਂ ਬਹੁਤ ਸਾਰੇ ਬੰਦਿਆਂ ਨੂੰ ਕਹੇ ਕਰਾਂ ਕਿ ਸਰਕਾਰੀ ਸਕੂਲ में ਆਪਣਾ ਨਿਆਣਾ ਪੜ੍ਹਾਓ ਤੇ ਜੇਕਰ ਤੁਹਾਨੂੰ ਅੰਗਰੇਜ਼ੀ ਪੜ੍ਹਾਣੀ ਹੈ ਕੋਈ ਚੱਕਰ ਨਹੀਂ, ਅੰਗਰੇਜ਼ੀ ਸਿੱਖੋ, ਬੜੀ ਜੰਮ ਅੰਗਰੇਜ਼ੀ ਕੋ ਜਿੰਨੀਆਂ ਮਰਜ਼ੀ ਬੋਲੀਆਂ ਸਿੱਖੋ। ਤੇ 1 ਸਾਲ ਇਹ 9ਵੀਂ 10ਵੀਂ ਹੋ ਜਾਏ ਤਾਂ 1 ਸਾਲ ਦੇ ਵਿੱਚ ਜਿਹੜਾ ਹੈਗਾ ਹੈ ਕਿਹੜੀ ਮਰਜ਼ੀ ਜਿੰਨੀ ਵਧੀਆ ਮਰਜ਼ੀ ਅੰਗਰੇਜ਼ੀ ਬੋਲੇਗਾ, ਪੜ੍ਹੇਗਾ, ਲਿਖੇਗਾ। ਮੈਂ ਤਾਂ ਉਰੇ ਤਾਂ ਕਹਾਂ ਵੀ ਜੇਕਰ ਅੰਗਰੇਜ਼ੀ ਸਿੱਖਣੀ ਸਰਕਾਰੀ ਸਕੂਲ में ਵੀ ਤਜਰਬਾ ਕਰਕੇ ਦੇਖ ਲਿਓ, ਮੈਨੂੰ ਦੇ ਦਿਓ ਕੋਈ ਸਕੂਲ ਸਰਕਾਰੀ ਭਾਈ, ਮੁਫਤ ਉੱਥੇ ਮੈਂ ਚਲੇ ਜਾਵਾਂਗਾ। 9ਵੀਂ 10ਵੀਂ ਵਾਲੇ ਨਿਆਣਿਆਂ ਨੂੰ 1 ਘੰਟੇ ਦੇ ਵਿੱਚ ਅੰਗਰੇਜ਼ੀ ਪੜ੍ਹਾਓ, 2 ਸਾਲ ਦੇ ਵਿੱਚ ਬੋਲਣਾ ਪੜ੍ਹਨਾ ਸਾਰਾ ਕੁਝ ਆ ਜਾਏਗਾ। ਪਰ ਇਹ ਸਾਰਾ ਕੁਝ ਕਰਨੇ ਦੀ ਬਜਾਏ ਅੰਗਰੇਜ਼ੀ ਦੀ ਆੜ में पंजाब के विच पंजाबी नूं खत्म कराया जा रहा। तो मैं एक छोटी जी मिसाल देखो, पुआध की धरती के ऊपर हमें रहा देश पुआध है जो इतना माझा देश, मालवा देश, वन समन्नता है माँ बोली की। चंडीगढ़ के विच बिल्कुल पंजाब के 28 पिंड जिहड़े देश पुआध के उजाड़ के चंडीगढ़ वसाया गया, जिथे अज अंग्रेजी पंजाबी ट्रिब्यून अंग्रेजी ट्रिब्यून अखबार का दफ्तर है। वो कंथाले पिंड का टोबा है, उत्थे बाबा कहा मैं टोबे में मैसां छड्ड के बैठी करांदा। पर ये चंडीगढ़ में दूई बोली वाड़ के दूए बाहर की आबादी वाड़ कैद की चंडीगढ़ के विच जिहड़ी मरदमशुमारी पिछा हुई 86% बंदियां ने अपनी माँ बोली जिहड़ी हैगी है वो हिंदी लिखाई है। सो जो बोली के हिसाब पर फैसला होएगा तो चंडीगढ़ पंजाब दे विच जिहड़ा हैगा निकल चुकिया है। जिस तरह मैं बात कर रहा था भी हुण बहुत सारे बंदे इतराज करा क्योंकि जब हमें अपनी बारे में कोई बात करा तो मैं लगा भी ये तो गलत है। दूसरे के बारे में हमें बहुत दोष लावा भी वो हिंदी बोलना या वो पंजाबी बोल रहे, पंजाबी नहीं बोल रहे, या दूसरे हैं। जितना मैं बात कर रहा था भी हिंदुओं ने अपनी बोली हिंदी लिखाई। पंजाब के विच मैं 2-3 मिसालां तुहानूं दसना चाहांगा। भाई अमरतपाल सिंह घुद्दा बठिंडे ते उन्हें मैनूं बात सुनाई भी कोई बीबी इंग्लैंड ते अपने न्याणे लेके उरे आई, न्याणे लेके दिल्ली चली गई, अपने लुधियाने गई, उत्थे उसने कुछ खरीदिया तो उत्थे सारे बंदे हिंदी बोल रहे थे। तो बीबी के न्याणे कहने लगे भी आप पंजाब तक जाएंगे। वो कहते भी पंजाब है, कहते पंजाब तो है नहीं भी सारे हिंदी बोल रहे हैं। चलो जी उन्हें कहा भी अपने मालक को बुलाओ, उन्होंने मालक बुलाया तो मालक प्रकाशिया वा दाड़ा सिर पर पग बन्नी हुई तो बीबी ने भगा के वो सारे लिफाफे लिफूफे मारे भगा के, कहते भी कमाल है थोड़े बंदे हिंदी बोल रहे हैं तो बस रब ही रखा। मैं एक दिन राजपुरे नेड़े एक सराय बंजारे अड्डा है छोटा जा, उत्थे एक बंदे ने स्कूल खोलिया वा अंग्रेजी में वैसे ही जाना था, मैंने काम था मैं इस पर चले गया। ते
ਉਹ ਬੰਦਾ ਹਿੰਦੀ ਕੇ ਵਿੱਚ ਕਿਸੇ ਗੱਲ ਬਾਤਾਂ ਕਰ ਰਿਹਾ ਤੇ ਮੈਂ ਬੜਾ ਹੈਰਾਨ ਹੋਇਆ ਤੇ ਮੈਂ ਕਿਹਾ ਚਲੋ ਕੋਈ ਯੂਪੀ ਆਪੀ ਹੁਣ ਕਿਧਰੇ ਬਾਤ ਕਰ ਰਿਹਾ ਹੁਣ। ਮੈਂ ਜਦੋਂ ਉਸਨੂੰ ਪੁੱਛਿਆ ਵੀ ਇਹ ਕਿਆ ਬਾਤ ਹੈ ਵੀ ਹਿੰਦੀ, ਉਹ ਕਹਿੰਦਾ ਵੀ ਅਸਲ ਉਹਨੇ ਜਿਹੜੀ ਗੱਲ ਦੱਸੀ ਸੁਣਨੇ ਵਾਲੀ ਦੀ, ਉਹ ਕਹਾ ਵੀ मैं ਜਿਹੜੀ बात कर रहा था कोई न्याणे जिन्हों के न्याणे पढ़ा उन्होंने के न्याणे के बातें उन्होंने के माँ बाप थे उन्होंने कहा भी जे तू हिंदी में बात नहीं करेगा ਅਸੀਂ ਆਪਣੇ ਨਿਆਣੇ ਹਟਾ ਕੇ ਰਾਜਪੁਰੇ ਦੇ ਅੰਗਰੇਜ਼ੀ ਸਕੂਲ ਚਲਾ ਦੇਂਗੇ। ਹਾਲਾਂਕਿ ਉਹ ਵੀ ਅੰਗਰੇਜ਼ੀ ਸਕੂਲ ਹੈ। ਸੋ ਹਾਲਾਤ ਕਿੰਨੇ ਖਰਾਬ ਹੈ। ਇੱਕ ਹੋਰ ਸਕੂਲ ਖੁੱਲਿਆ ਹੋਇਆ ਉਹ ਹਿੰਦੀ ਬੁਲਾ ਰਿਹਾ ਤੇ ਅੰਗਰੇਜ਼ੀ ਸਕੂਲ ਹੈ ਤੇ ਹਿੰਦੀ ਬੋਲਣਾ ਜ਼ਰੂਰੀ ਹੈ। ਅੰਗਰੇਜ਼ੀ ਕਿਸੇ ਨੂੰ ਉਹਨਾਂ ਨੂੰ ਪੜ੍ਹਾਉਣਾ ਨੂੰ ਵੀ ਨਹੀਂ ਆਉਂਦੀ, ਬਸ ਇੱਕ ਨਾਟਕ ਕਰਿਆ ਹੋਇਆ। ਤੇ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਟੋਕਿਆ ਨਹੀਂ ਕਿ ਤੁਸੀਂ ਪੈਸੇ ਭਰ ਰਹੇ ਹਾਂ ਅਸੀਂ ਤੇ ਤੁਸੀਂ ਕਿਵੇਂ ਜਿਹੜਾ ਹੈਗਾ ਮਤਲਬ ਹਿੰਦੀ ਬੁਲਾ ਰਹੇ ਹੋ। ਮੈਨੂੰ ਮਿਲ ਗਿਆ ਉਹਦਾ ਮਾਲਕ ਪ੍ਰਿੰਸੀਪਲ ਤੇ ਮੈਂ ਉਹਨੂੰ ਕਿਹਾ ਵੀ ਇਹ ਹਿੰਦੀ ਕਾਸਤੇ ਬੁਲਾ ਰਿਹਾ ਤੂੰ। ਉਹਦਾ ਜਵਾਬ ਸੁਣਨ ਵਾਲਾ ਸੀ। ਉਹ ਕਹਿੰਦਾ ਵੀ ਹਿੰਦੀ ਬੋਲਣ ਨਾਲ ਨਿਆਣੇ ਜਿਹੜੇ ਹੈਗੇ ਆ ਕਿਊਟ ਲੱਗਦੇ ਆ। ਮੈਂ ਕਿਹਾ ਹਿੰਦੀ ਬੋਲਣ ਨਾਲ ਨਿਆਣੇ ਕਿਊਟ ਲੱਗਦੇ ਆ ਤੇ ਅੰਗਰੇਜ਼ੀ ਬੋਲਣ ਨਾਲ ਤਾਂ ਸੁਪਰ ਕਿਊਟ ਲੱਗेंगे। ਮੈਂ ਕਿਹਾ ਅੱਜ ਆਪਾਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਤੇ ਸੁਪਰ ਕਿਊਟ ਬਣਦੇ ਆ। ਉਹ ਕਹਿੰਦਾ ਨਹੀਂ ਬਸ। ਸੋ ਮੈਂ ਜਦੋਂ ਵੀ ਕਦੇ ਵਿਚਾਰ ਚਰਚਾ ਕਰਦਾ ਆਮ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਇਹ ਨਿਆਣੇ ਜਿੰਨੇ ਵੀ ਇਹਨਾਂ ਸਕੂਲਾਂ ਪੜ੍ਹ ਰਹੇ ਕਿਉਂਕਿ ਇਹਨਾਂ ਦੀ ਬੋਲੀ ਨਹੀਂ ਹੈ, ਇਹਨਾਂ ਦੀ ਆਪਣੀ ਜ਼ਬਾਨ ਨਹੀਂ ਹੈ ਤੇ ਇਸ ਕਰਕੇ ਨਿਆਣੇ ਸਿੱਖਦੇ ਕੁਝ ਨਹੀਂ ਹੈਗੇ। ਨਿਆਣਾ ਹੁਣ ਸਟੀਫਨ ਇੱਕ ਬੰਦਾ ਹੈ, ਸਟੀਫਨ ਗੁਰਸਿਆਰਡੀ, ਗੋਰਾ ਹੈ, ਉਰੇ ਪੰਜਾਬ ਰਹਿ ਕੇ ਪੰਜਾਬੀ ਸਿੱਖ ਕੇ ਗਿਆ, ਠੇਠ ਪੰਜਾਬੀ ਬੋਲਾ। ਉਹ ਬੰਦਾ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਖਤਰਨਾਕ ਗੱਲ ਇਹ ਹੈ ਵੀ ਪੰਜਾਬ 'ਚ ਜਿਹੜੀ ਪੜ੍ਹਾਈ ਹੈ ਅੰਗਰੇਜ਼ੀ ਦੇ ਵਿੱਚ ਹੋ ਰਹੀ ਹੈ ਜਦ ਕਿ ਹੁਣ ਪੰਜਾਬੀ ਦੇ ਵਿੱਚ ਚਾਹੀਦੀ ਹੈ। ਇੱਕ ਗੋਰਾ ਹੈ, ਉਹਦੀ ਵੀਡੀਓ ਦੇਖੀ ਨੈੱਟ ਦੇ ਉੱਪਰ ਵੀ ਬਹੁਤ ਤੇ ਠੇਠ ਪੰਜਾਬੀ ਬੋਲਦਾ। ਸੋ ਇਹ ਰੌਲਾ ਵੀ ਬਹੁਤ ਪੈ ਰਿਹਾ ਕਿ ਪੰਜਾਬ ਦੇ ਵਿੱਚ ਅੰਗਰੇਜ਼ੀ ਬਿਨਾਂ ਸਾਨੂੰ ਰੁਜ਼ਗਾਰ ਨਹੀਂ ਮਿਲੇਗਾ। ਸਭ ਤੋਂ ਵੱਡਾ ਇੱਕ ਮਸਲਾ ਖੜਾ ਹੋ ਜਾਂਦਾ ਹੈ ਕਿ ਰੁਜ਼ਗਾਰ ਦੀ ਬੋਲੀ ਨਹੀਂ ਹੈ ਪੰਜਾਬੀ ਤੇ ਅੰਗਰੇਜ਼ੀ ਮੀਡੀਅਮ 'ਚ ਜਾਣਾ ਜਾਂ ਉੱਥੇ ਅੰਗਰੇਜ਼ੀ ਸਲੀਕਾ ਸਿੱਖਣਾ ਜਾਂ ਫਲਾਣਾ ਜ਼ਰੂਰੀ ਹੈ। ਮੈਂ ਗੱਲ ਕਰਨਾ ਚਾਹਾਂਗਾ ਵੀ 17ਵੀਂ ਸਦੀ ਦੇ ਵਿੱਚ ਜਦ ਸਿੰਘਾਂ ਪਰ ਬਹੁਤ ਸਾਰੇ ਹਮਲੇ ਹੋਏ, ਵੱਡਾ ਘੱਲੂਘਾਰਾ ਹੋਇਆ ਤਾਂ ਹਜ਼ਾਰਾਂ ਸਿੰਘ ਜਿਹੜੇ ਹੈਗੇ ਆ ਕੋਪਰ ਹੀੜੇ ਕੇ ਵਿੱਚ ਜੰਗ ਕੇ ਵਿੱਚ ਸ਼ਹੀਦ ਹੋਏ ਇੱਕੋ ਦਿਨ ਕੇ ਵਿੱਚ। ਉਸ ਤੋਂ ਬਾਅਦ ਸਿੰਘਾਂ ਪਰ ਐਡਾ ਵਕਤ ਆਇਆ ਵੀ ਸਿੰਘ ਪੰਜਾਬ ਛੱਡ ਕੇ बीकानेर के जंगलों में राजस्थान में चले गए। पंजाब उस टाइम खाली था पर वो इको चीज गल जुड़े हुए थे अपनी जबान गल, वो शब्द गल जिहड़ा कहे था राजेशी मुकद्दम कुत्ते, वो शब्द गल जुड़ने करके वो दोबारा फिर अपनी जमीना ही नहीं अपना राज ले गए, अपना तख्त ताज हासिल करया, उन्होंने अपना राज करया। सो कई बंदे बहुत सारे विचारवान है, मैं उन्होंने की बातें सुना ते हुणे थोड़े दिन पहले एक बंदे ने अहमद शाह अली अंग्रेजी के किताब लिखी है ਤੇ ਉਹ ਬੰਦਾ ਮੈਨੂੰ ਮਿਲ ਗਿਆ। ਉਹ ਕਹਿੰਦਾ ਵੀ ਥਵੇਂ ਤਾਂ ਨਾ ਲੋਕਾਂ ਨੂੰ ਕਹਿੰਦਾ ਵੀ ਗਲਤ ਗੁੰਮਰਾਹ ਕਰ ਰਹੇ ਹੈ, ਅੰਗਰੇਜ਼ੀ ਦਾ ਬਹੁਤ ਕਮਾਲ ਹੈ, ਰੁਜ਼ਗਾਰ ਦੀ ਜ਼ਬਾਨ ਹੈ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਵੀ ਜੇਕਰ ਅੰਗਰੇਜ਼ੀ ਰੁਜ਼ਗਾਰ ਦੀ ਜ਼ਬਾਨ ਹੈ ਤੇ ਰੁਜ਼ਗਾਰ ਜ਼ਰੂਰੀ ਹੈ ਤੇ ਫਿਰ ਆਪਣਾ ਇਤਿਹਾਸ ਸਾਰਾ ਗਲਤ ਹੈ, ਫਿਰ ਤਾਂ ਆਪਣੇ ਇਤਿਹਾਸ ਪਰ ਕਾਂਟਾ ਮਾਰੋ। ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਉਹਨਾਂ ਨੂੰ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਸੰਦ ਕੇ ਸੂਬੇਦਾਰ ਵਜ਼ੀਰ ਖਾਨ ਨੇ ਕਿਹਾ ਤਾਂ ਰੁਜ਼ਗਾਰ ਤਾਂ ਹੋਏਗਾ ਨਾ ਕੋਈ 20-50 ਹਜ਼ਾਰ 10 ਹਜ਼ਾਰ ਕੋਈ ਲੱਖ ਰੁਪਏ ਤਨਖਾਹ ਹੋਏਗੀ। ਉਹਨਾਂ ਨੂੰ ਕਿਹਾ ਤਾਂ ਵੀ ਤੁਹਾਨੂੰ ਤਖਤ ਤਾਜ हीरियां जवाहरात पूरा सब काशी देती हैं, ये हमें राज करेंगे, मालिक होंगे। उन्होंने कहा नहीं, हमें इस वास्ते नहीं बने, हमें हमारा स्वाभिमान है, हमारी पछाण है जिहड़ी, जेकर वो गवा बैठे पछाण तो तख्त ताज का क्या मतलब है। तो जिहड़े बंदे कहा भी सिर्फ रोजगार नहीं दिंदी पंजाबी, उन्होंने वास्ते पहला जवाब तो यही है। फिर अपना बाबा बंदा सिंह बहादुर जब उन्होंने शहादत हुई इतने जो अंग्रेज हाजिर थे, उन्होंने लिखा भी दुनिया के इतिहास के विच इन्ना तशद्दद किसी बंदे पर नहीं होया जो जरह गया बयान ते बाहर है। ਤੇ ਬਾਬਾ ਜੀ ਨੂੰ ਇਹੀ ਕਿਹਾ ਗਿਆ ਤਾਂ ਕਿ ਆਪਣਾ ਦੀਨ ਛੱਡ ਦਿਓ, ਆਪਣਾ ਧਰਮ ਛੱਡ ਦਿਓ। ਕਹਿੰਦੇ ਨਹੀਂ, ਸਾਡੀ ਪਛਾਣ ਹੈ, ਪਛਾਣ ਗਵਾ ਕੇ ਜਿਉਣ ਦਾ ਕੋਈ ਮਤਲਬ ਨਹੀਂ ਬਣਦਾ ਤੇ ਜਾਨਾਂ ਦਿੱਤੀਆਂ ਹਮੇ ਉਹਨਾਂ ਕੇ ਵਾਰਸ ਹੈ ਤੇ ਸਿਰਫ ਇੰਨੀ ਗੱਲ ਪਰ ਆ ਕੇ ਖੜੇ ਆ ਕਿ ਅੰਗਰੇਜ਼ੀ ਰੁਜ਼ਗਾਰ ਦੇਗੀ ਤੇ ਹਮੇ ਆਪਣਾ ਪਛਾਣ ਹੀ ਗਵਾ ਲੈਣਾ। ਇਹ ਗੱਲ ਤਾਂ ਫਿਰ ਇਤਿਹਾਸ ਨੂੰ ਕਾਂਟਾ ਮਾਰਨ ਵਾਲੀ ਹੈ। ਦੂਜੇ ਪਾਸੇ ਆ ਜਾਓ ਰੁਜ਼ਗਾਰ ਵਾਲੀ ਗੱਲ ਪਰ ਮੈਂ ਆਵਾਂ ਵੀ ਅੰਗਰੇਜ਼ੀ ਰੁਜ਼ਗਾਰ ਦਿੰਦੀ ਹੈ। ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਕਿਊਬਕ ਦੇ ਵਿੱਚ ਅੰਗਰੇਜ਼ੀ ਰੁਜ਼ਗਾਰ ਨਹੀਂ ਦਿੰਦੀ। ਕੈਨੇਡਾ ਦੇ ਵਿੱਚ ਗੱਲ ਕਰ ਰਹੇ ਹਾਂ, ਕੈਨੇਡਾ ਦੇ ਬੰਦੇ ਜਿਹੜੇ ਮੂਲ ਵਾਸੀ ਹੈ ਕਿਊਬਕ ਕੇ ਵੀ ਜਾ ਕੇ ਬੇਰੁਜ਼ਗਾਰ ਹੋ ਜਾਣ ਜੇਕਰ ਫਰੈਂਚ ਨਹੀਂ ਆਉਂਦੀ। ਉਹਨਾਂ ਨੇ ਆਪਣੀ ਬੋਲੀ ਨੂੰ ਇੰਨਾ ਜ਼ਿਆਦਾ ਅਮੀਰ ਬਣਾਇਆ, ਆਪਣੀ ਬੋਲੀ ਪਰ ਇੰਨਾ ਉਹਨਾਂ ਨੂੰ ਮਾਣ ਹਾਸਲ ਹੋਇਆ। ਹਮੇ ਜੇਕਰ ਹੁਣ ਜਾਪਾਨ ਦੇਖੋ ਤਾਂ ਆਪਾਂ ਜਿੰਨੀਆਂ ਵੀ ਕੰਪਿਊਟਰ ਆ ਰਿਹਾ, ਆਪਣੇ ਟੈਲੀਫੋਨ ਆ ਰਹੇ ਹੈ ਕਿ ਹੋਰ ਤਕਨੀਕੀ ਚੀਜ਼ਾਂ ਆ ਰਹੀਆਂ, ਗੱਡੀਆਂ ਆ ਰਹੀਆਂ, ਕੌਣ ਬਣਾ ਰਿਹਾ? ਜਾਪਾਨ। ਆਪਾਂ ਜਾਪਾਨ ਦੀ ਚੀਜ਼ ਕਮਾਲ ਹੈ, ਜਾਪਾਨ ਨੇ ਕਰਿਆ, ਜਾਪਾਨ ਨੇ ਕਿਆ ਕਰਿਆ? ਜਾਪਾਨ ਦੀ ਸਾਰੀ ਪੜ੍ਹਾਈ ਜਿਹੜੀ ਹੈਗੀ ਜਾਪਾਨੀ ਬੋਲੀ ਦੇ ਵਿੱਚ ਹੈ। ਜਿਹੜੇ ਉਹਨਾਂ ਦੇ ਕਮਾਂਤਰੀ ਅਦਾਰੇ ਹੈ, ਮਤਲਬ ਕਿਸੇ ਨੇ ਵਪਾਰ ਕਰਨਾ, ਉਹਨਾਂ 'ਚ ਕਿਸੇ ਨੂੰ ਅੰਗਰੇਜ਼ੀ ਆਉਂਦੀ ਹੋਏ अपना में कोई मसला ही नहीं है। तो मैं एक होर मिसाल देखो, रूस के विच अपने न्याणे डॉक्टरी पढ़न जा रहे हैं, वो डॉक्टरी कासम पढ़ रहे हैं। पहला तो 1 साल जिहड़ा हैगा उत्थे रह के वो उन्हां की बोली सीखते हैं। 1 साल बोली सीखेंगे,
ਬੋਲੀ ਸਿੱਖਿਆ ਉਸ ਤੋਂ ਬਾਅਦ ਫਿਰ ਉਹ ਮੈਡੀਕਲ ਪੜ੍ਹੇਗੇ, ਡਾਕਟਰੀ ਪੜ੍ਹੇਗੇ। ਉਸ ਤੋਂ ਬਾਅਦ ਉੱਥੇ ਡਾਕਟਰੀ ਸਿੱਖੇ 5 ਸਾਲ ਉਰੇ ਆ ਕੇ ਡਾਕਟਰੀ ਕਰ ਰਹੇ ਆ। ਉਹਨਾਂ ਵਿੱਚ ਕਿਸੇ ਨੇ ਅੰਗਰੇਜ਼ੀ ਨਹੀਂ ਪੜ੍ਹੀ, ਮਰੀਜ਼ਾਂ ਗੱਲ ਤਾਂ ਪੰਜਾਬੀ ਹੀ ਬੋਲਣੀ ਹੈ ਨਾ। ਸੋ ਕਮਾਲ ਦੇਖੋ ਵੀ ਉਹ ਬੰਦੇ ਨਾਲੇ ਤਾਂ ਰੂਸ ਕੀ ਬੋਲੀ ਸਿੱਖ ਰਹੇ ਹੈ, ਰੂਸ ਨੂੰ ਪੈਸੇ ਦੇ ਰਹੇ ਹੈ, ਤੇ ਉੱਥੇ ਪੈਸੇ ਦੇ ਕੇ ਬੋਲੀ ਸਿੱਖ ਕੇ ਉਹਨਾਂ ਦੀ ਬੋਲੀ ਤਾਂ ਕਦੇ ਮਰ ਹੀ ਨਹੀਂ ਸਕਦੀ। ਉਹਨਾਂ ਦਾ ਕਿਆ ਚਾਹੀਦਾ ਤਾਂ ਸਾਰਾ ਮੈਡੀਕਲ, ਸਾਰੀ ਇੰਜੀਨੀਅਰਿੰਗ, ਸਾਰਾ ਕੁਛ ਹਮਾਰੀ ਬੋਲੀ ਕੇ ਵਿੱਚ ਪੰਜਾਬੀ के ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਅੱਥਾ ਕਰਨਾ ਤਾਂ। ਤੇ ਮੈਂ ਗੱਲ ਕਹੇ ਕਰਾਂ ਵੀ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਤੇ ਸਭ ਤੋਂ ਬੜਾ ਖਤਰਾ ਹੈ ਮਨੁੱਖਤਾ ਨੂੰ, ਸਮਾਜ ਨੂੰ ਵੀ। ਆਪਾਂ ਅਕਸਰ ਬਾਤ ਕਰਾਂ ਨਿਹੰਗ ਸਿੰਘਾਂ ਦੀ, ਨਿਹੰਗ ਸਿੰਘਾਂ ਨੇ ਦੇਖੋ ਉਹਨਾਂ ਨੂੰ ਅਨਪੜ੍ਹ ਕਹਾਂ ਪਤਾ ਨਹੀਂ ਕਿਆ ਕਿਹਾ ਜਾਏ, ਪੜ੍ਹੇ ਲਿਖੇ ਸੈਮੀਨਾਰ ਕਰਾਂ ਜਦ ਵੀ, ਤਾਂ ਉਹਨਾਂ ਨੇ ਆਪਣੇ ਸ਼ਬਦ ਘੜੇ ਹੋਏ ਹੈ, ਆਪਣੀ ਬੋਲੀ ਹੈ, ਚੜ੍ਹਦੀ ਕਲਾ ਵਾਲੇ ਸ਼ਬਦ ਨਹੀਂ ਹੈ। ਮਾੜਾ ਕੰਮ ਕਰ ਰਿਹਾ ਉਸ ਵਾਸਤੇ ਮਾੜਾ ਸ਼ਬਦ ਹੈ। ਸੋ ਕਿੱਡੀ ਕਮਾਲ ਦੀ ਚੀਜ਼ਾਂ, ਜਿਵੇਂ ਉਹ ਵਿਹੜੇ ਨੂੰ ਜਿਹੜਾ ਹੈਗਾ ਬਾਟਾ ਕਹਾਂ, ਜਿਹੜਾ ਆਪਣੇ ਚੁਬਾਰੇ ਨੂੰ ਗਲਾਸ ਕਹਾਂ, ਹਰ ਸ਼ਬਦ ਆਪਣਾ ਘੜਿਆ। ਤੇ ਇਹ ਐਡੇ ਐਡੇ ਵਿਚਾਰ ਜਿਹੜੇ 1.5 2 ਲੱਖ ਤਨਖਾਹ ਲੈ ਰਹੇ ਹੈ, ਉਹ ਕੋਈ ਸ਼ਬਦ ਨਹੀਂ ਘੜ ਸਕੇ ਹੈਗੇ ਤੇ ਕੋਈ ਮਤਲਬ ਨਿਕਲਿਆ ਸਾਰੇ ਕਾਸੀ। ਪੁਆਧ ਕੀ ਜਦ ਵੀ ਵਿੱਚ ਬਾਤਾਂ ਚੱਲ ਰਹੀਆਂ ਆਪਾਂ, ਜਿਸ ਤਰ੍ਹਾਂ ਹੁਣ ਪੁਆਧ ਕੀ ਬੋਲੀ ਗਈ ਬਾਤਾਂ ਚੱਲਣਾ ਮਾਨੇ ਕੋਈ ਕੋਸ਼ਿਸ਼ ਕਰੀਏ ਮਾੜੀ ਮੋਟੀਆਂ। ਅਸਲ ਵਿੱਚ ਤਾਂ ਜਦ ਤੱਕ ਆਪਾਂ ਨੂੰ ਆਪਣੀ ਬੋਲੀ ਗੱਲ ਲਗਾਓ ਨਹੀਂ ਹੁੰਦਾ, ਸਿਰਜਣਾ ਨਹੀਂ ਹੁੰਦੀ। ਸਿਰਜਣਾ ਆਪਾਂ ਤਾਂ ਕरेंगे जब अपनी बोली की ढंगाई के ਵਿੱਚ उतर जाएंगे। बाबू रजवली किड्डे महान शायर होए, मालवे के कविशर होए, कविश्री लिखी उन्होंने बहुत। कोट सी बनाउणा फिरे निक्करां दा मेच लैंदा, लिआउणी सलवार ते कमीज लैंदा फिरे नाप दी। होया अधरंग वैद खंघ दी दवाई करे, पेट दर्द नूं करूगी गोली ताप दी। मादरी जुबान छड्ड गैरां दे मगर लग्गा, ਇਹ ਤੋਂ ਵੱਧ ਬੇਵਕੂਫਾ ਗੱਲ ਕਿਹੜੀ ਪਾਪ ਦੀ। ਸੋ ਅੱਜ ਸੰਗਤ ਜੀ ਬਾਤ ਇਸ ਤਰ੍ਹਾਂ ਵੀ ਦੁਨੀਆ ਦੇ ਵਿੱਚ ਉਹ ਕੌਮਾਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਅੰਗਰੇਜ਼ਾਂ ਨੇ ਇੱਕ ਬਹੁਤ ਬੜੀ ਚਾਲ ਚਲੀ ਦੂਜੀ ਸੰਸਾਰ ਜੰਗ ਦੇ ਬਾਅਦ। ਉਹਨਾਂ ਨੇ ਜਿੰਨੇ ਵੀ ਗੁਲਾਮ ਤੇ ਅਫਰੀਕਾ ਦੇ ਵਿੱਚ ਵੀ ਤੇ ਉਰੇ ਆਪਣੇ ਏਸ਼ੀਆ ਦੇ ਵਿੱਚ ਵੀ, ਉੱਥੇ ਇੱਕੋ ਗੱਲ ਪ੍ਰਚਾਰੀ ਵੀ ਅੰਗਰੇਜ਼ੀ ਦੁਨੀਆ ਦੀ ਸਭ ਤੋਂ ਬੜੀ ਜ਼ਬਾਨ ਹੈ। ਸੋਨਮ ਵਾਂਗਚੁਕ ਹੈਗੇ ਆ ਇੱਕ, ਉਹਨਾਂ ਦੀ ਵੀਡੀਓ ਬਹੁਤ ਸਾਰੀਆਂ ਨੈੱਟ ਪਰ ਲੇਹ ਲਦਾਖ ਦੇ ਵਿੱਚ ਹੈ, ਜਿਹੜੀ 3 Idiot ਫਿਲਮ ਬਣੀ ਤੀ ਉਹਨਾਂ ਦੀ ਜ਼ਿੰਦਗੀ ਪਰ ਹੈ। ਉਹਨਾਂ ਦੀ ਵੀਡੀਓ ਹੈ ਪਿੱਛੇ ਜਿਹੀ, ਉਹਨਾਂ ਦੀ ਵੀਡੀਓ ਆਈ ਬਹੁਤ ਕਮਾਲ ਦੀ, ਉਹ ਦੇਖਿਓ। ਉਹਨਾਂ ਨੇ ਇੱਕ ਮਿਸਾਲਾਂ ਦਈਆਂ। ਹੁਣ ਜਿਹੜੀ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਚਾਹੇ ਉਹ ਲਾਗੂ ਹੋਈ ਜਾਂ ਨਹੀਂ, ਇਹ ਹੈ ਕਿ ਨਿਆਣਿਆਂ ਨੂੰ ਮਾਂ ਬੋਲੀ ਦੇ ਵਿੱਚ ਪੜ੍ਹਾਇਆ ਜਾਵੇ। ਭਾਰਤ ਸਰਕਾਰ ਦੀ ਜਿਹੜੀ ਭਾਜਪਾ ਹੈ, ਜਿਹੜੀ ਕਹਾਂ ਵੀ ਘੱਟ ਗਿਣਤੀਆਂ ਵਾਸਤੇ ਖਤਰਾ ਹੈ, ਉਸ ਕੀ ਆਪਣਾ ਜਿਹੜਾ ਹੋ ਰਿਹਾ ਨਵੀਂ ਸਿੱਖਿਆ ਨੀਤੀ ਕਿ ਨਿਆਣਿਆਂ ਨੂੰ ਮਾਂ ਬੋਲੀ ਦੇ ਵਿੱਚ ਪੜ੍ਹਾਇਆ ਜਾਵੇ। ਤੇ ਪੰਜਾਬ ਸਰਕਾਰ ਕਹਿ ਰਹੀ ਹੈ ਨਿਆਣਿਆਂ ਨੂੰ ਅੰਗਰੇਜ਼ੀ ਦੇ ਵਿੱਚ ਪੜ੍ਹਾਇਆ ਜਾਵੇਗਾ। ਇਹ ਕਮਾਲ ਦੇਖੋ। ਸੋਨਮ ਵਾਂਗਚੁਕ ਉਹਨਾਂ ਨੇ ਇੱਕ ਬਹੁਤ ਵਧੀਆ ਮਿਸਾਲਾਂ ਦਈਆਂ ਉਹਨਾਂ ਦੀ ਵੀਡੀਓ ਕਿ ਦਿੱਲੀ ਦੇ ਵਿੱਚ ਇੱਕ ਸਕੂਲ ਹੈ ਸਰਦਾਰ ਵੱਲਭ ਭਾਈ ਪਟੇਲ ਸਕੂਲ, ਹਿੰਦੀ ਮੀਡੀਅਮ ਸਕੂਲ ਹੈ। ਪਹਿਲੇ 5 ਸਾਲ ਹਿੰਦੀ ਦੇ ਵਿੱਚ ਪੜ੍ਹਾਇਆ ਜਾ, ਉਸ ਤੋਂ ਬਾਅਦ ਅੰਗਰੇਜ਼ੀ ਮੀਡੀਅਮ ਸ਼ੁਰੂ ਹੋ। ਸਕੂਲ ਕੇ ਨਿਆਣੇ ਜਿਹੜੇ ਸਿਖਰਲੇ ਜਿਹੜੇ IIT ਜੋ ਵੀ ਹੈ ਬੜੇ ਦਾਖਲੇ ਉਹਨਾਂ ਦੇ ਵਿੱਚ ਉਹਨਾਂ ਦਾ ਰਿਕਾਰਡ ਹੈ। ਤੇ ਇੱਕ ਹੋਰ ਮਿਸਾਲ ਉਹਨਾਂ ਦੇ ਵੀ ਤਿੱਬਤ ਵਾਲੇ ਜਿਹੜੇ ਲਾਸਾ ਤੇ ਆਏ ਤਿੱਬਤ ਤੇ 1960 ਦੇ ਵਿੱਚ, ਉਹ ਨਿਆਣਿਆਂ ਨੂੰ ਅੰਗਰੇਜ਼ੀ में ਪੜ੍ਹਾਉਣ ਲੱਗ ਗਏ ਤਾਂ ਉਹ ਨਿਆਣਿਆਂ ਦਾ ਦਿਮਾਗ ਕੰਮ ਕਰਨੇ ਤੇ ਹਟ ਗਿਆ ਤੇ ਪਿਛੜਦੇ ਚਲੇ ਗਏ ਪੜ੍ਹਾਈ ਦੇ ਵਿੱਚ। ਪਰ ਦੁਬਾਰਾ ਫਿਰ ਜਦੋਂ ਉਹਨਾਂ ਨੂੰ ਤਿੱਬਤੀ ਬੋਲੀ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰਿਆ ਗਿਆ ਤਾਂ ਉਹਨਾਂ ਨਿਆਣਿਆਂ ਨੇ ਕਮਾਲ ਦੀਆਂ ਪ੍ਰਾਪਤੀਆਂ ਕਰੀਆਂ। ਸੋ ਉਹਨਾਂ ਦਾ ਇਸੇ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਆਪਣੀ ਬੋਲੀ ਦੇ ਵਿੱਚ ਜਦੋਂ ਬੰਦਾ ਪੜ੍ਹਦਾ ਲਿਖਦਾ ਤਾਂ ਉਹ ਸਿਰਜਣਾ ਕਰਦਾ। ਅਸਲ ਵਿੱਚ ਅੰਗਰੇਜ਼ੀ ਵਾਲਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਸ ਟਾਈਮ ਵਕਤ, ਜਿਹੜਾ ਸਕੂਲ ਚੱਲ ਰਹੇ ਸਰਕਾਰੀ ਸਕੂਲ ਚੱਲ ਰਹੇ ਹੈ, ਇਹ ਅਸਲ 'ਚ ਪੜ੍ਹਾਈ ਨਹੀਂ ਹੈਗੀ। ਪੰਜਾਬ ਪਰ ਕਰਿਆ ਗਿਆ ਬਹੁਤ ਬੜਾ ਇੱਕ ਹਮਲਾ ਹੈ। ਇਹ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਤਬਾਹ ਕਰ ਦੇਗਾ, ਬਰਬਾਦ ਕਰ ਦੇਗਾ। ਇੱਕ ਪੀੜ੍ਹੀ ਤਾਂ ਇਸ ਸਕੂਲਾਂ ਵਿੱਚ ਜਿਹੜੀ ਨਿਕਲੀ ਹੈ, ਮੈਂ ਅਕਸਰ ਹੀ ਕਹੇ ਕਰਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਸਕੂਲ ਨਿਆਣੇ ਜਾ ਰਹੇ ਹੈ, ਮੈਂ ਕਿਹਾ ਵੀ 9ਵੀਂ 10ਵੀਂ ਵਾਲੇ ਨਿਆਣਿਆਂ ਨੂੰ 10-10 ਸਾਲ ਹੋ ਗਏ ਸਕੂਲਾਂ ਵਿੱਚ ਪੜ੍ਹਦਿਆਂ ਨੂੰ। ਤੇ ਮੈਂ ਕਿਹਾ ਆਓ ਮੇਰੀ ਗੱਲ ਚਲਿਓ। ਪਿੱਛੇ ਜਿੱਥੇ ਨੇ ਸੁਣਿਆ ਹੋਣਾ ਵੀ ਗੁਰਦਾਸ ਮਾਨ ਨੇ ਇੱਕ ਬਿਆਨ ਦਿਆ ਤਾ ਕਿ ਜਦੋਂ ਕੈਨੇਡਾ ਦੇ ਵੀ ਗਿਆ ਸ਼ਾਇਦ ਰੇਡੀਓ ਪਰ ਕਿ ਭਾਈ ਹਿੰਦੀ ਜਿਹੜੀ ਹੈ ਇੱਕ ਲੋਕ ਗੱਲਬਾਤ ਕਰਨ ਵਾਲੀ ਬੋਲੀ ਹੋਣੀ ਚਾਹੀਦੀ ਹੈ ਹਿੰਦੁਸਤਾਨ ਦੇ ਵਿੱਚ। बहुत रौला पिया, उसके खिलाफ बड़ा विवाद होया। कनेडा में जो कुछ उसने किया अपन पता ही है, वो सारा बड़ा माड़ा था। तो गुरदास मान नूं इसकी सज़ा भी मिली कि बंदा जिहड़ा चंद पर चढ़िया वा तां एकदम पताल के विच गिरिया ते मिट्टी हो गया। ठीक है, गुरदास मान नाल आपां सहमत नहीं, पर उसके खिलाफ बहुत बड़ा जहाद खड़ा होया सोशल मीडिया पर, फेसबुक पर बड़ा मतलब अत हो गई। तो मैं कहा भी अज भी मैं कह रहा कि जिन्होंने भी गुरदास मान का विरोध कराया था लग्या भी वो गुरदास मान के विरोध में ते और पंजाबी के हमायती थे, बिल्कुल नहीं। ਉਹ ਬੰਦੇ ਪੰਜਾਬੀ ਦੇ ਹਮਾਇਤੀ ਬਿਲਕੁਲ ਨਹੀਂ। ਤੇ ਉਹ ਗੁਰਦਾਸ ਮਾਨ ਦੇ ਵਿਰੋਧੀ ਇਸ ਕਰਕੇ ਤੇ ਗੁਰਦਾਸ ਮਾਨ ਹਿੰਦੀ ਦੀ ਬਾਤ ਕਰ ਰਿਹਾ था। हिंदी दिल्ली का प्रतीक है। सो दिल्ली का पंजाब ਬੰਦਿਆਂ ਨੇ ਲੱਗਿਆ ਵੀ ਗੁਰਦਾਸ ਮਾਨ ਦਿੱਲੀ ਕੇ ਪਾਲੇ में जा ਖੜਿਆ ਤੇ ਉਹ ਗੁਰਦਾਸ ਮਾਨ ਜਿਹੜੇ ਬੰਦਿਆਂ ਨੇ ਗੁਰਦਾਸ ਮਾਨ ਉਰੇ ਪੰਜਾਬ ਦੇ ਵਿੱਚ ਕਰਿਆ ਉਹਨੂੰ ਸਾਰਿਆਂ ਨੂੰ ਬੁਲਾ ਲਿਓ। ਹੁਣ ਆਪਾਂ ਪੰਜਾਬ ਦੇ ਕਿਸੇ ਵੀ ਪਿੰਡ ਚੱਲਾਂਗੇ ਤੇ ਜਿਹੜੇ 10-10 ਸਾਲ ਤੋਂ ਕਨਵੈਂਟ ਸਕੂਲਾਂ ਵਿੱਚ ਲੱਗੇ ਹੋਏ ਜਿਹਨੂੰ ਵਿਚਾਰਿਆਂ ਨੂੰ ਸਵੇਰੀ ਲੱਦ ਕੇ ਭੇਜਦੇ ਆ, ਉਹਨਾਂ ਨੂੰ ਮੈਂ 3 ਸਵਾਲ ਕਰਾਂਗਾ ਕਿ ਭਾਈ ਪਹਿਲੀ ਤਾਂ ਇਹ ਹੈ ਵੀ ਆਪਣਾ 100 ਵਾਲੀ ਗਿਣਤੀ ਸੁਣਾਓ ਪੰਜਾਬੀ ਦੇ ਵਿੱਚ, 2 ਵਾਲਾ ਪਹਾੜਾ ਸੁਣਾਓ, ਤੇ ਅਗਲਾ ਸਵਾਲ ਅੰਗਰੇਜ਼ੀ ਦੇ ਵਿੱਚ ਹੋਏਗਾ
ਜਿਸਦੇ ਵਿੱਚ ਇਹ ਨਹੀਂ ਪੁੱਛਾਂਗਾ ਵੀ ਅਕਬਰ ਕਦ ਹੋਇਆ ਤਾਂ ਜਾਂ ਜਹਾਂਗੀਰ ਕਦ ਹੋਇਆ। ਮੈਂ ਜੋ ਉਹਨਾਂ ਦੇ ਘਰਾਂ ਮੰਜੇ ਪਏ ਹੈ, ਮੈਸਾਂ ਖੜੀਆਂ ਜਾਂ ਕਮਰੇ ਹੈ ਜਾਂ ਕੁਛ ਵੀ ਹੈ, ਉਹਦੇ ਬਾਰੇ ਸਵਾਲ ਕਰਾਂਗਾ। जब इन तिना सवालों के थानू जवाब मिलेंगे, थमें अपने सिर के बाल पट लेंगे। मैं रोज पट्टा उन्होंने 100 तक गिनती नहीं आती, 2 वाला पहाड़ा नहीं आता, और उन्होंने अंग्रेजी भी नहीं आती, क्योंकि अंग्रेजी में भी जबान ही नहीं है। सो जिस तरह वो गल हो गई है भी अज पंजाब के विच पिंडां के विच किसी भी माड़े ते माड़े जिहड़ा आर्थिक तौर पर माड़ा है, उसके घरां दी कुड़ी की जन जिहड़ी हैगी घरां नहीं आती, पैलस के विच आवा ਤੇ ਉਸਨੇ ਇਸ ਨੂੰ ਮਿਆਰ ਦਾ ਪ੍ਰਤੀਕ ਬਣਾ ਲਿਆ। ਮਕਾਨਾਂ ਜੋਗੇ ਰਹਿ ਗਏ ਪੰਜਾਬ ਦੇ ਪਿੰਡ। ਇਸੇ ਤਰ੍ਹਾਂ ਇਹ ਸਰਕਾਰੀ ਸਕੂਲ ਵੀ ਇਸ ਗੱਲ ਦਾ ਪ੍ਰਤੀਕ ਬਣ ਗਏ ਕਿ ਦਲਿਤਾਂ ਦੇ, ਪ੍ਰਵਾਸੀਆਂ ਦੇ ਜਾਂ ਮੇਰੇ ਵਰਗੇ ਕਿਸੇ ਝੱਲੇ ਦੇ ਨਿਆਣਿਆਂ ਦੇ ਸਕੂਲ ਹੈ। ਜਿਹੜੇ ਵੱਡੇ ਸਰਦਾਰਾਂ ਦੇ ਸਕੂਲ ਨੇ ਉਹ ਕੌਨਵੈਂਟ ਸਕੂਲ ਹੈ, ਕੋਈ ਸੇਕਰਡ ਸਕੂਲ ਹੈ, ਕੋਈ ਬਹੁਤ ਬੜੇ ਸਕੂਲ ਨੇ, ਈਸਾਈਆਂ ਦੇ ਸਕੂਲ ਹੈ। ਸੋ ਅੱਜ ਜਦ ਆਪਾਂ ਜੇ ਸੂਬੇ ਵਾਸਤੇ, ਪੰਜਾਬੀ ਸੂਬੇ ਵਾਸਤੇ ਆਪਾਂ ਨੇ ਪੂਰੀ ਦੁਨੀਆ ਦੇ ਵਿੱਚ ਕਹਿ ਲਓ ਵੀ ਉਸ ਟਾਈਮ ਪੂਰੇ ਹਿੰਦੁਸਤਾਨ ਦੇ ਵਿੱਚ ਲਹਿਰ ਚੱਲੀ, बहुत बड़ा संघर्ष लड़ाया गया, जेड़ा भरिया गई, इसलिए कि पंजाबी बोली की सरदारी होनी चाहिए उस इलाके के विच, जैसे उस खिते के विच, पंजाब के विच। पर नहीं, पंजाबी लगातार हेठां नूं जा रही है तो इसनूं खत्म करने, क्योंकि पंजाबी के टुटने का मतलब है अपनी विरासत ते टुट जाना। सब तो वड्डी गल है गुरु साहब का महान जी विचारधारा है उस ते टुट जाना, गुरु साहब की बाणी ते टुट जाना, उन्होंने की जिहड़ी हैगी है कुर्बानियां भरिया जिहड़ा इतिहास है अपना। हमें बाबा बंदा सिंह बहादुर या हरी सिंह नलोई उन्होंने की बात बड़ी दूर है। ਜਿਹੜੇ ਕਨਵੈਂਟ ਦੇ ਵਿੱਚ ਹੈ ਉਹਨਾਂ ਨੂੰ ਪੁੱਛਿਓ ਵੀ ਕਰਤਾਰ ਸਿੰਘ ਸਰਾਭਾ ਕੌਣ ਤਾ, ਊਧਮ ਸਿੰਘ ਕੌਣ ਤਾ। ਇੱਕ ਹੋਰ ਬੰਦੇ ਨੇ ਗੱਲ ਸੁਣਾਈ, ਕੈਨੇਡਾ ਗਿਆ ਮੁੰਡਾ ਪੜ੍ਹਨ, ਆਪਣੇ ਸਰਾਭਾ ਪਿੰਡ ਲੁਧਿਆਣੇ ਦੇ ਵਿੱਚ ਹੈ ਤੇ ਉੱਥੇ ਪਿੰਡ ਤੋਂ 10 ਕਿਲੋਮੀਟਰ ਦੂਰ ਉਸਦਾ ਪਿੰਡ ਹੈ ਤੇ ਉਹ ਉੱਥੇ ਜਾ ਕੇ ਚਲਾ ਗਿਆ ਤੇ ਉਹ ਬੰਦੇ ਨੇ ਮੈਨੂੰ ਦੱਸਿਆ, ਜਿਹਨੂੰ ਮਿਲਿਆ ਤਾਂ ਮੈਂ ਇਹਨੂੰ ਪੁੱਛਿਆ ਵੀ ਯਾਰ ਸਰਾਭੇ ਦੇ ਪਿੰਡ ਤੂੰ ਕਰਤਾਰ, ਅੱਛਾ ਉੱਧਰ ਦਾ ਤੂੰ ਵੀ ਕਰਤਾਰ ਸਿੰਘ ਸਰਾਭੇ ਦੇ ਪਿੰਡ ਦਾ ਨੇੜੇ ਪਿੰਡ ਹੈ ਤੇਰਾ। ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਕਰਤਾਰ ਸਿੰਘ ਸਰਾਭਾ ਕੌਣ ਤਾ, ਉਸਨੇ ਕਿਆ ਕਰਿਆ। सो हालात बहुत ज़्यादा खराब ने इन्हों का मसलों का। तो जब भी कदे बात चला भी इसका हल क्या है, इसका हल ये है कि पूरे पंजाब के विच पंजाबी के बारे में पहला तो आपको जागना पएगा, उसके बाद जिहड़ा हक है हमारा पंजाबी पढ़ने का। हुण एक होर दसांगा, सरकारी स्कूलों के विच मास्टरों पर भी इस बात का दबाव बनाया गया भी वो नियाणियां नूं अंग्रेजी मीडियम के आने के विच मजबूर करें। ਹੁਣ ਸ਼੍ਰੋਮਣੀ ਕਮੇਟੀ ਵਾਲੇ ਹੋਰ ਜਿਹੜੇ ਵੀ ਚਲਾ ਰਹੇ ਆ ਉਹਨਾਂ ਦਾ ਇੱਕ ਬਹੁਤ ਵਧੀਆ ਦਲੀਲ ਹੈ, ਕਹਿੰਦੇ ਜੀ ਅਸੀਂ ਤਾਂ ਨਾ ਮਤਲਬ ਬੱਚਿਆਂ ਦੇ ਛੱਡਿਆ ਹੋਇਆ ਵੀ ਉਹ ਅੰਗਰੇਜ਼ੀ 'ਚ ਪੜ੍ਹਨਾ ਚਾਹੁੰਦੇ ਪੰਜਾਬੀ 'ਚ। ਉਹ ਅਸਲ ਵਿੱਚ ਹੁੰਦਾ ਕਿਆ ਹੈ, ਉਹ ਇੱਕ ਅੱਧਾ ਨਿਆਣਾ ਹੁੰਦਾ, 2-4 ਕੋਈ ਮਾਸਟਰ ਅੱਬਲ ਸਾਰੇ ਮਾਂ ਬਾਪ ਕਹਿੰਦੇ ਵੀ ਅੰਗਰੇਜ਼ੀ ਪੜ੍ਹਾਓ, ਇੱਕ ਅੱਧਾ ਜੇ ਕਹਤੇ ਆ ਉਹ ਕਹਿੰਦੇ ਨਹੀਂ ਯਾਰ ਤੇਰੇ ਲਈ ਕਿੱਥੇ ਪ੍ਰਬੰਧ ਕਰਾਂਗੇ, ਚੱਲ ਛੱਡ ਪਰੇ ਤੂੰ ਵੀ ਇੱਧਰ ਹੀ ਆ ਜਾ। ਸੋ ਕੋਈ ਨਿਆਣਾ ਹੁੰਦਾ ਹੀ ਨਹੀਂ। ਐਵੇਂ ਹੁਣ ਸਰਕਾਰੀ ਸਕੂਲਾਂ 'ਚ ਵੀ ਕਿਹਾ ਗਿਆ ਕਿ ਮਾਂ ਬਾਪ ਪਰ ਛੱਡਿਆ ਗਿਆ, ਕੁਛ ਵੀ ਨਹੀਂ ਛੱਡਿਆ ਗਿਆ। ਮਾਸਟਰਾਂ ਦੀ ਜਿਹੜੀ ਗੁਪਤ ਉਹ ਫਾਈਲਾਂ ਉਹਦੇ ਵਿੱਚ ਲਿਖਿਆ ਗਿਆ ਵੀ ਥਾਰੇ ਨੰਬਰ ਘਟਾਏ ਜਾਏਗੇ, ਥਾਰੇ ਜਿਹੜਾ ਹੈਗਾ ਤਰੱਕੀ ਰੋਕੀ ਜਾਏਗੀ ਜੇਕਰ ਤੁਹਾਨੂੰ ਪੰਜਾਬੀ ਦੇ ਵਿੱਚ ਨਹੀਂ ਪੜ੍ਹਾਏਂਗੇ। ਤੇ ਉਹ ਸਾਰਾ ਕੁਛ ਚੱਲਣੇ ਕਰਕੇ ਤੇ ਉਹਨਾਂ ਦਾ ਦਬਾਅ ਹੈ ਕਿ ਉਹ ਨਿਆਣਿਆਂ ਨੂੰ ਲਿਆਉਣ। ਤੇ ਕਮਾਲ ਹੈ ਕਿ ਮਾਸਟਰਾਂ ਦਾ ਮੈਂ ਦੱਸਿਆ ਵੀ ਉਹਨਾਂ ਦਾ ਇੱਕੋ ਹੱਲ ਦਾ ਵੀ ਉਹ ਆਪਣੇ ਨਿਆਣੇ, ਮੰਨ ਲਓ ਵੀ 2 ਲੱਖ ਮਾਸਟਰ ਸਰਕਾਰੀ ਸਕੂਲਾਂ 2 ਲੱਖ ਮਾਸਟਰ ਆਪਣੇ 2 ਲੱਖ ਨਿਆਣੇ, ਉਸ 2 ਨਿਆਣੇ 4 ਲੱਖ ਨਿਆਣਾ, ਮਤਲਬ 3 ਲੱਖ ਨਿਆਣਾ ਸਰਕਾਰੀ ਸਕੂਲ ਮਿਲਿਆ। 3 ਲੱਖ ਨਿਆਣਾ ਉਹਨਾਂ ਨੂੰ ਦੇਖ ਕੇ 3 ਲੱਖ ਨੂੰ 3 ਲੱਖ ਹੋਰ ਨਿਆਣਾ ਆਏਗਾ, 6 ਲੱਖ ਨਿਆਣਾ ਸਿੱਧਾ ਸਰਕਾਰੀ ਸਕੂਲ में गया ਤਾਂ ਉਹ ਸਕੂਲਾਂ का विश्वास बनेगा। हर एक स्कूल में 10-15 ਨਿਆਣੇ सरकारी मास्टर के होंगे, सारे पढ़ेंगे। जब हमें पढ़ेगा नहीं थे तो हरेक जमात के विच कोई ना कोई जिहा नियाणा होता जिहड़ा किसी सरकारी स्कूल के मास्टर का नियाणा था तो सारिਆਂ ਨੂੰ पता था इस तरह ही पढ़ते थे। पर उरे जिहड़ी हुण दौड़ लगी तो मास्टर उसे बोली के खिलाफ, सरकारी स्कूल ना माँ बोली के किले थे, किले है नहीं, किले ते क्योंकि जित पंजाबी थी, हुण किले नहीं रहे, किले नूं फनाह कर दिया गया, किले मिट्टी में मिल गए। तो किलियां की राखी वास्ते मास्टरों की फौज अंदर बिठाई थी तो इस फौज ने जिहड़ी दुश्मन हमला करना है तो उसे गल हथ मिला लिया, उसे बोली के खिलाफ जंग लड़न लग गए। सो अज ये त्रासदी है। तो मैं जिस तरह बात कर रहा था भी जिस तरह जापान ने ਆਪਾਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਹਜੇ ਛੋਟੇ ਕਰੇ, ਜਿਵੇਂ ਕੋਈ ਛੋਟਾ ਜਿਹਾ ਟਰੈਕਟਰ ਬਣਾ ਲਿਆ ਗੁਡਾਈ ਕਰਨ ਵਾਲਾ, ਜਾਂ ਕੋਈ ਮੋਟਰਸਾਈਕਲ ਦੀ ਗੈਲ ਟੋਕਾ ਵੱਢਣ ਵਾਲੀ ਮਸ਼ੀਨ ਚਲਾ ਰਿਹਾ। ਇਹ ਸਾਰੀਆਂ ਕਾਢਾਂ ਹੈ ਸਿਰਜਣਾ ਕਰਾ ਬੰਦਾ, ਅਨਪੜ੍ਹ ਬੰਦੇ ਪਿੰਡਾਂ ਵਿੱਚ ਟਰੈਕਟਰ ਖੋਲ੍ਹਨੇ ਆ, ਬੰਨ੍ਹਨੇ ਕਿਸੇ ITI में ਗਏ ਨਾ ਕੋਈ ਕੋਰਸ ਕਰਿਆ ਵਾ। ਉਹ ਜਿਹਾ ਚੀਜ਼ ਜਿਹੜੀ ਚੀਜ਼ ਆਪਾਂ ਮਤਲਬ ਕਿ ਸਿਰਜ ਰਹੇ ਹਾਂ, ਜਦੋਂ ਆਪਣੇ ਪਾਸ ਹੈ ਕਿਸੇ ਹੋਰ ਕੌਮ ਪਾ ਨਹੀਂ ਹੈ ਤਾਂ ਉਹਨਾਂ ਨੂੰ ਲੈਣੀ ਪਏਗੀ। ਆਪਾਂ ਮੰਨ ਲਓ ਕੋਈ ਇਹੋ ਚੀਜ਼ ਬਣਾ ਰਹੇ ਹਾਂ ਜਿਹੜੀ ਅੱਜ ਕੰਮ ਆ ਰਹੀ ਹੈ ਤਕਨਾਲੋਜੀ 'ਚ, ਜਾਪਾਨ ਬਣਾ ਰਿਹਾ ਜਾਂ ਚੀਨ ਬਣਾ ਰਿਹਾ, ਤਾਂ ਜਦੋਂ ਲੈਣ ਜਾਏਂਗੇ ਆਪਾਂ ਨੂੰ ਤਾਂ ਉਹਨਾਂ ਦੀ ਗੱਲਾਂ ਮੰਨਣੀਆਂ ਪਏਗੀਆਂ, ਉਹਨਾਂ ਦੀ ਸ਼ਰਤਾਂ ਮੰਨਣੀਆਂ ਪਏਗੀਆਂ, ਉਹਨਾਂ ਨੂੰ ਪੈਸੇ ਦੇਣੇ ਪਏਗੇ ਤੇ ਇਹਨਾਂ ਦੀ ਬੋਲੀ ਫਿਰ ਸੁਣਨੀ ਪੈਣੀ। ਜਿਸ ਤਰ੍ਹਾਂ ਆਪਣੇ ਹੁਣ ਰੂਸ ਦੇ ਵਿੱਚ ਜਾ ਕੇ ਮੈਡੀਕਲ ਪੜ੍ਹਿਆ ਜਾ ਰਿਹਾ ਰੂਸੀ ਦੇ ਵਿੱਚ, ਤੇ ਉਸ ਤਰ੍ਹਾਂ ਹੀ ਆਪਣੀ ਬੋਲੀ ਜਦ ਆਪਾਂ ਇੰਨੇ ਉੱਚੇ ਪੱਧਰ ਪਰ ਅਲੱਥੇ ਕਰਕੇ ਨਵੇਂ ਸ਼ਬਦ ਘੜ ਕੇ ਇਸ ਬੋਲੀ ਦੇ ਵਿੱਚ ਡਾਕਟਰੀ ਹੋਏਗੀ, ਇੰਜੀਨੀਅਰ ਹਰ ਚੀਜ਼ ਇਸ ਬੋਲੀ ਦੇ ਵਿੱਚ ਹੋਏਗੀ ਤਾਂ ਇਹ ਬੋਲੀ ਇੰਨੀ ਜ਼ਿਆਦਾ ਅਮੀਰ ਮੰਨੀ ਜਾਏਗੀ। ਬਾਹਰਲੇ ਅਫਰੀਕਾ ਦੇ ਘੱਟੋ ਘੱਟ ਜਿਹੜੇ ਜ਼ਿਆਦਾ ਅਮੀਰ ਕੈਨੇਡਾ ਨਹੀਂ ਜਾ ਸਕਦੇ, ਉਰੇ ਪੜ੍ਹਨ ਆਵੇਂਗੇ, ਉਰੇ ਮੈਡੀਕਲ ਪੜ੍ਹੇਂਗੇ, ਇੰਜੀਨੀਅਰ ਪੜ੍ਹੇਂਗੇ
सोनम वांगचुक जिन्हें की बात कर रहे थे, उन्होंने एक और मिसाल दी, अफ्रीका की गरीबी का, पछड़ेपन का सबसे बड़ा कारण है अफ्रीका में अज भी, क्योंकि कबीले थे, कबीले इकट्ठे करके ईसाइयां इन्होंने ईसाई आत्मा बदलिया। उन्होंने के पास उन्होंने की बोली ने अज भी वो फ्रेंच में पढ़ रहा, कोई अंग्रेजी में पढ़ रहा, कोई होर बोली भी पढ़ रहा, जिन्हें मतलब कि जिन्हें के गुलाम रहे, जिन्हें की बस्ती रहे हैं, कोई पुर्तगाली को कुछ भी, वो सारे उसे बोली के पढ़ रहे हैं। इसी करके उन्होंने सिरजना ही नहीं है। तो जब तक सिरजना नहीं हैगी तो कोई नवी चीज़ नहीं घड़ी जाती, तो लोग क्यों थारे पास आएंगे। जब हमें कोई चीज़ घड़ लेंगे पिंड में, ਆਪਾਂ ਜੇਕਰ ਇਹੋ ਚੀਜ਼ ਬਣਾ ਲਏ ਜਿਹੜੀ ਹੋਰਾਂ ਦੀ ਲੋੜ ਹੈ, ਪਰ ਆਪਾਂ ਨੇ ਬਣਾਈ ਹੈ ਤਾਂ ਆਪਾਂ ਆਪਣੀ ਮਰਜ਼ੀ ਦੇ ਮੁੱਲ और ਵੇਚेंगे, ਫਿਰ ਰੁਜ਼ਗਾਰ ਵੀ ਹੋਏਗਾ, ਫਿਰ ਆਪਣੀ ਬੋਲੀ ਹੋਏਗੀ, ਆਪਣੀਆਂ ਸ਼ਰਤਾਂ ਹੋਣਗੀਆਂ। ਜਿਸ ਤਰ੍ਹਾਂ ਸੰਸਾਰ में ਇਜ਼ਰਾਈਲ ਜਿਹੜਾ ਉਹ ਅੱਜ ਸੰਸਾਰ ਬੈਂਕ ਜਿਹੜਾ ਮੈਂ बात करी, ਕਰੰਸੀ ਵੀ ਜਿਹੜੀ ਛਪ ਰਹੀ ਹੈ ਅਮਰੀਕਾ ਦੀ ਕਰੰਸੀ, ਹੀਬਰੂ ਜਿਹੜੇ ਆਪਣੇ ਯਹੂਦੀ ਹੈ ਉਹਨਾਂ ਦੇ ਹੱਥ में ਯਹੂਦੀ ਜਿਹੜਾ ਹੈਗਾ ਅਮਰੀਕਾ ਨੂੰ ਕਰੰਸੀ ਦਿੰਦੇ ਆ ਛਾਪ ਕੇ। ਸੋ ਅੱਜ ਦੇ ਸਮੇਂ ਦੇ ਵਿੱਚ ਅੱਜ ਆਪਾਂ ਨੂੰ ਵਿਚਾਰਨੇ ਦੀ ਲੋੜ ਹੈ ਵੀ ਆਪਾਂ ਜੇਕਰ ਜਿਹੜੇ ਦਸਤਕ ਵੀ ਕਰਾਂ ਉਹ ਵੀ ਅੰਗਰੇਜ਼ੀ ਦੇ ਵਿੱਚ ਕਰ ਰਹੇ ਹਾਂ। ਘਰ ਕੇ ਬਾਹਰ ਵੀ ਸਰਦਾਰ ਸਾਹਿਬ ਨੇ ਨਾਂ ਅੰਗਰੇਜ਼ੀ ਦੇ ਵਿੱਚ ਲਿਖਾਇਆ ਵਾ, ਵਿਆਹ ਦਾ ਸੱਦਾ ਅੰਗਰੇਜ਼ੀ ਵਿੱਚ ਹੈ, ਖੰਡ ਪਾਠ ਦਾ ਸੱਦਾ ਅੰਗਰੇਜ਼ੀ ਦੇ ਵਿੱਚ ਹੈ, ਤਾਂ ਕਿਆ ਕਿਹਾ ਜਾ ਸਕਦਾ। ਸੋ ਅੱਜ ਮੇਰੀ ਇੰਨੀ ਬੇਨਤੀਆਂ ਹੈ ਕਿ ਜੇਕਰ ਆਪਾਂ ਅੰਗਰੇਜ਼ੀ ਸਿੱਖੋ, ਜੰਮ ਜਿਸ ਤਰ੍ਹਾਂ ਬਾਤ ਕਰੀ, ਜਿੰਨੀ ਮਰਜ਼ੀ ਬੋਲੀ ਸਿੱਖੋ, ਪਰ ਜੇਕਰ ਰੁਜ਼ਗਾਰ ਕੀ ਬੋਲੀ ਬਣਾਉਣਾ ਆਪਣੀ ਜ਼ਿੰਦਗੀ, ਜੇਕਰ ਇਹ ਸੋਚ ਰਿਹਾ ਨਾ ਕੋਈ अंग्रेजी सीख के ਆਪਾਂ ਦੁਨੀਆ ਦੇ ਵਿੱਚ ਕਾਮਯਾਬ ਹੋ ਜਾएंगे, दुनिया पर कब्जा कर लेंगे या दुनिया हमारी सुनेगी, बिल्कुल नहीं। ਜਿਹੜੇ ਕੈਨੇਡਾ ਚਲੇ ਗਏ, ਦੂਸਰੀ ਤੀਸਰੀ ਪੀੜ੍ਹੀ ਉਹਦਾ ਖਤਮ ਹੋਣੀ ਹੈ, ਉਹ ਤਾਂ ਕੈਨੇਡਾ ਅਮਰੀਕਾ ਦੇ ਖਾਰੇ ਸਮੁੰਦਰ में ਖਤਮ ਹੋ ਜਾਣੀ ਹੈ। ਤੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੇ ਸਕੂਲ ਖਤਮ ਕਰ ਦੇਣਗੇ, ਕਿਉਂਕਿ ਆਪ ਇੱਕ ਪੀੜ੍ਹੀ ਬਾਹਰ ਆ ਗਈ ਹੈ। ਇਹਨਾਂ ਤੇ ਜਿਹੜਾ ਉਹ ਇਤਿਹਾਸ ਬਾਬਾ ਕਰਤਾਰ ਸਿੰਘ ਸਰਾਭਾ ਜਾਂ ਬਾਬਾ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਉਹ ਸਾਰਾ ਗੁੰਮ ਹੋ ਗਿਆ। ਉਹਨਾਂ की ਜਿਸ ਤਰ੍ਹਾਂ ਆਪਾਂ ਇੱਕ ਹੁੰਦਾ ਨਹੀਂ ਵੀ ਇਸ ਕੰਪਿਊਟਰ की ਜਾਂ ਇਸ ਮੋਬਾਈਲ की ਮੈਮਰੀ ਡਿਲੀਟ ਹੋ ਗਈ ਹੈ, ਉਹਨਾਂ की ਮੈਮਰੀ ਡਿਲੀਟ ਕਰਤੀ ਗਈ ਹੈ। ਤੇ ਉਹ कनाडा की बात चला, कनाडा की और बात है, कनाडा के जो मूल वासी हैं, कनाडा पर अमरीका इंग्लैंड का गोरियां का कब्जा है, आस्ट्रेलिया पर गोरियां का कब्जा है। कनाडा के जो मूल वासी थे उन्होंने 40-50 साल तक उन्होंने नस्ल ਨੂੰ ਹੋਸਟਲਾਂ में जाके पढ़ाया गया, अंग्रेजी के बिना कोई बोली बोलन नहीं देगी, उन्होंने लगातार अंग्रेजी पढ़ाई गई। ਤੇ ਉਹ ਵਿਚਾਰੇ ਲਗਾਤਾਰ ਅੰਗਰੇਜ਼ੀ ਸਿੱਖਦੇ ਆਪਣੀ ਬੋਲੀ ਭੁੱਲਦੇ ਚਲੇ ਗਏ, ਬਾਹਰ ਆਈ ਗਏ ਤੇ ਆਪਣਾ ਮੂਲ ਗਵਾ ਬੈਠੇ। ਤੇ ਪੰਜਾਬ ਦੇ ਵਿੱਚ ਹੁਣ ਉਹ ਜਸਦੀਪ ਸਿੰਘ ਜਿਹੜੀ ਮੈਂ ਬਾਤ ਕਰ ਰਿਹਾ ਬਠਿੰਡੇ ਵਾਲੇ ਮੁੰਡੇ ਦੀ 100 ਰੁਪਏ ਜੁਰਮਾਨਾ ਵਗੈरह ਭਾਈ, ਮੈਨੂੰ ਕੈਨੇਡਾ का पता लगा भी पंजाब भी उसे राह के ऊपर चल पिया जिथे इसका मूल, जिस तरह चंडीगढ़ के विच हमें अपना मूल गवा बैठे, चंडीगढ़ गवा बैठे, 28 पिंड जाड़ के बोली गवा बैठे, कल्ला चंडीगढ़ नहीं, कल पूरा पंजाब चंडीगढ़ बनेगा। सो आओ, गुरु नानक साहब ने मैंने एडा महान फिलासफी दी, महान विरासत दी है। इसका जो हल है जो जापान ने कराया, जो रूस ने कराया, जो कोरिया ने कराया, जो फ्रांस ने कराया, जो क्यूबक वाले ने कराया, वो करना पएगा मैनू। अपनी बोली में सिरजना, अपनी बोली के विच अपनी किताबां, अपनी पढ़ाई, तां ही हम जिंदे रह सकेंगे। जिस तरह डॉक्टर TR शर्मा पंजाबी के बारे में उन्होंने बहुत मोह था, बहुत मुहब्बत थी, उन्होंने अखां में हंझू आजे करते थे, तो मैं उन्होंने संगत करी तो वो हैरान होए करते थे भी जिहड़ी बात पुठे पासे वाली है वो पंजाब में पहला शुरू हो रही है। ਆਪਾਂ ਖਤਮ ਕਰਨੇ ਤੋਂ ਪਹਿਲਾਂ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਬਾਤ ਮੈਂ ਦੱਸਣਾ ਚਾਹਾਂਗਾ। ਉਹ ਬਾਹਰ ਜਾਂਦੇ ਰਹੇ ਤੇ ਸੰਸਾਰ ਭਰ ਕੇ ਵਿੱਚ, ਤੇ ਕਹਿੰਦੇ ਇੱਕ ਜਗ੍ਹਾ ਮੈਂ ਫਰਾਂਸ ਕੇ ਇੱਕ ਪ੍ਰੋਫੈਸਰ ਨੂੰ ਪੁੱਛਿਆ ਕਿ ਪ੍ਰੋਫੈਸਰ ਸਾਹਿਬ ਜੇ ਕਿਸੇ ਨਿਆਣੇ ਨੂੰ ਕਿਸੇ ਗੈਰ ਬੋਲੀ ਦੇ ਵਿੱਚ ਪੜ੍ਹਾਇਆ ਜਾਵੇ ਤਾਂ ਮਤਲਬ ਕਿ ਉਹ ਕਿਸ ਤਰ੍ਹਾਂ ਹੋ ਸਕਾ, ਪੜ੍ਹਾਇਆ ਜਾ ਸਕਾ। ਕਹਿੰਦੇ ਉਹ ਹੈਰਾਨ ਹੋ ਗਿਆ ਪ੍ਰੋਫੈਸਰ ਵੀ ਪ੍ਰੀਤਮ ਸਿੰਘ ਨੂੰ ਗੱਲ ਸੋਚ ਕਿਸ ਤਰ੍ਹਾਂ ਲਈ, ਇਹ ਹੋ ਹੀ ਨਹੀਂ ਸਕਦਾ। ਕਹਿੰਦੇ ਜਦੋਂ ਚਲੋ ਮੈਂ ਚੁੱਪ ਕਰ ਗਿਆ। ਕਹਿੰਦੇ ਜਦੋਂ ਫਿਰ ਪਟਿਆਲੇ ਆਇਆ ਪ੍ਰੋਫੈਸਰ ਤੇ ਘਰ ਵਾਲੇ, ਮੈਂ ਇਸਨੂੰ ਦਿਖਾਇਆ ਵੀ ਦੇਖ ਗੱਡੀਆਂ ਦੀ ਗੱਡੀਆਂ ਭਰ ਕੇ ਕਿਸ ਤਰ੍ਹਾਂ ਕੌਨਵੈਂਟ ਸਕੂਲਾਂ ਬਣੀ ਜਾ ਰਹੀਆਂ, ਤਾਂ ਕਹਿੰਦੇ ਸਿਰ ਮਾਰਨ ਲੱਗ ਪਿਆ, ਬਹੁਤ ਬੁਰੀ ਤਰ੍ਹਾਂ ਅੱਖਾਂ में ਹੰਝੂ ਆ ਗਏ ਇਸਕੀਆਂ। ਉਹ ਕਹਾ ਵੀ ਇਹ ਦੇਖਣਾ ਆਪਣੇ ਆਪ में ਬਹੁਤ ਹੀ ਖਤਰਨਾਕ, ਮਤਲਬ ਦਰਦ ਭਰਿਆ ਵੀ ਕੋਈ ਕੌਮ ਇਸ ਤਰੀਕੇ ਨਾਲ ਵੀ ਖੁਦਕੁਸ਼ੀ ਕਰ ਸਕਦੀ ਹੈ। ਕਹਿੰਦਾ ਤੁਹਾਡੇ ਊਧਮ ਸਿੰਘ ਨੇ ਲੰਡਨ 'ਚ ਜਾ ਕੇ ਆਪਣੀ ਅਣਖ ਦੀ ਖਾਤਰ ਫਾਂਸੀ ਦਾ ਰੱਸਾ ਚੁੰਮਿਆ, ਪਰ ਤੁਸੀਂ ਜਿਵੇਂ ਊਧਮ ਸਿੰਘ ਦੀ ਮਾਂ ਬੋਲੀ ਨੂੰ ਠੁੱਡੇ ਮਾਰ ਰਹੇ, ਦੁਨੀਆ ਦੇ ਨਕਸ਼ੇ ਤੁਹਾਡਾ ਵਜੂਦ ਮਿਟ ਜਾਵੇਗਾ, ਤੁਹਾਡੀ ਹਸਤੀ ਮਿਟ ਜਾਵੇਗੀ। ਸੋ ਇੰਨੀਆਂ ਬੇਨਤੀਆਂ, ਪ੍ਰਵਾਨ ਕਰੋ ਜੇ ਕੋਈ ਗਲਤੀ ਹੋਈ ਹੈ ਤਾਂ ਮਾਫੀ। ਆਪਣੀ ਬੋਲੀ ਤੇ ਵੱਡਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਬਾਣੀ में ਲਿਖਿਆ ਵੀ ਧਰਮ ਹੈ ਆਪਣੀ ਬੋਲੀ, ਆਪਣਾ ਮੂਲ ਜਿਹੜਾ ਹੈਗਾ ਉਹ ਨਾ ਅਸੀਂ ਗਵਾ ਲਵਾਂ ਕਿਤੇ, ਤੇ ਆਉਣ ਵਾਲੇ ਇਤਿਹਾਸ ਦੇ ਵਿੱਚ ਕਦੇ ਜ਼ਿਕਰ ਹੀ ਨਾ ਹੋਵੇ ਕਿ ਉਹ ਪੈਸਿਆਂ ਦੀ ਲੋਭ ਦੇ ਵਿੱਚ, ਆਪਣੀ ਰੁਜ਼ਗਾਰ ਦੇ ਚੱਕਰ ਦੇ ਵਿੱਚ ਆਪਣਾ ਵਿਰਸਾ ਹੀ ਗਵਾ ਬੈਠ ਕੇ, ਜਦ ਕਿ ਉਹਨਾਂ ਦਾ ਇਤਿਹਾਸ ਕੁਛ ਹੋਰ ਕਹਿੰਦਾ ਤਾਂ ਕਿ ਮੂਲ ਨਹੀਂ ਜਾਣਾ ਚਾਹੀਦਾ, ਸਿਰ ਬੇਸ਼ੱਕ ਚਲਾ ਜਾਵੇ। ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਅੱਜ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਮਨਜੀਤ ਸਿੰਘ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਹੌਲੀ ਹੌਲੀ ਕਰਕੇ ਟਕੋਰੇ ਲਾਏ। ਸਾਰਿਆਂ ਦਾ ਜਿਹੜਾ ਦਰਦ ਸੀਗਾ ਉਹ ਤੁਹਾਡੇ ਅੰਦਰ ਜਿਹੜਾ ਪੰਜਾਬੀ ਪ੍ਰਤੀ ਉਹ ਜ਼ਾਹਰ ਹੋਇਆ। ਬਹੁਤ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੂੰ ਜਿਹੜੀਆਂ ਕਮੀਆਂ ਸੀਗੀਆਂ ਸਾਡੇ ਵਿੱਚ ਉਹ ਉਜਾਗਰ ਵੀ ਕੀਤੀਆਂ ਤੇ ਉਹਨਾਂ ਦੇ ਹੱਲ ਵੀ ਦੱਸੇ।
ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ। ਮੈਂ ਬੇਨਤੀ ਕਰਾਂਗਾ ਸਾਡੇ ਸਟੇਟ ਪ੍ਰਧਾਨ ਸਰਦਾਰ ਮਨਿੰਦਰ ਸਿੰਘ ਹੁਣਾਂ ਨੂੰ, ਸੂਬਾ ਪ੍ਰਧਾਨ, ਕਿ ਉਹ ਮਾਈਕ ਤੇ ਆਣ ਤੇ ਆਣ ਕਰਕੇ 2 ਸ਼ਬਦ ਜਿਹੜੇ ਉਹ ਬੋਲਣ। ਸਰਦਾਰ ਮਨਿੰਦਰ ਸਿੰਘ। ਸਾਡੇ ਮੁੱਖ ਮਹਿਮਾਨ ਤੇ ਬਾਕੀ ਸਾਰੇ ਮਾਣਯੋਗ ਸਰੋਤਾ ਇਸ ਗੱਲਬਾਤ ਦੇ ਵਿੱਚ ਸ਼ਾਮਲ ਜਿਹੜੇ ਹੋਏ ਆ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਮਾਣ ਦੀ ਗੱਲ ਹੈ ਕਿ ਸਾਡੇ ਇਸ ਨੌਜਵਾਨ ਵੀਰ ਨੇ, ਕਿਉਂਕਿ ਅਸੀਂ ਅਕਸਰ ਇਹਨਾਂ ਦਾ ਜਿਹੜਾ ਕੌਮੀ ਆਵਾਜ਼ ਤੇ ਹੋਰ ਚੈਨਲਾਂ ਦੇ ਵਿੱਚ ਇਹਨਾਂ ਨੂੰ ਸੁਣਦੇ ਰਹਿੰਦੇ ਹਾਂ, ਔਰ ਇਹਨਾਂ ਦਾ ਜਿਹੜਾ ਇੱਕ ਨਾਵਲ ਲੰਡੇ ਚ ਹੋਰ ਬੜੇ ਸਫ਼ਰਨਾਮਾ ਜਿਹੜਾ ਲਿਖਿਆ ਵੀਰ ਜੀ ਹੋਰਾਂ ਨੇ, ਇੱਕ ਸ਼ੈਲੀ ਅਲੱਗ ਹੈ ਇਹਨਾਂ ਦੀ। ਤੇ ਅੱਜ ਜਿਹੜੀ ਗੱਲਬਾਤ ਮੈਨੂੰ ਲੱਗਦਾ ਥੋੜੀ ਜਿਹੀ ਜ਼ਿਆਦਾ ਸਬਡਿਊਡ ਸੀ, ਕਿਉਂਕਿ ਜਦੋਂ ਇਹ ਵੈਸੇ ਖੁੱਲੇ ਚੋਵੇਂ ਬੋਲਦੇ ਆ ਤੇ ਜਿਹੜੇ ਕੁਐਸਚਨ ਆਨਸਰ ਸੈਸ਼ਨ ਚ ਬੋਲਦੇ ਆ ਨਾ, ਉਦੋਂ ਇਹਨਾਂ ਦਾ ਕੁਝ ਰਵਾਨਗੀ ਹੋਰ ਹੁੰਦੀ ਹੈ। ਪਰ ਛੱਡਿਆ ਅੱਜ ਵੀ ਕਿਸੇ ਨੂੰ ਨਹੀਂ ਇਹਨਾਂ ਨੇ, ਨਾ ਤਾਂ ਇਹਨਾਂ ਨੇ ਪੜ੍ਹਿਆ ਲਿਖਿਆ ਨੂੰ ਛੱਡਿਆ, ਨਾ ਵਿਦਿਅਕ ਅਦਾਰਿਆਂ ਨੂੰ ਛੱਡਿਆ, ਨਾ ਜਿਹੜੇ ਵੱਡੇ ਸਰਦਾਰਾਂ ਨੂੰ ਛੱਡਿਆ। ਕਿਉਂਕਿ ਜ਼ਿਆਦਾ ਗੱਲ ਤਾਂ ਜਿਵੇਂ ਕਹਿ ਵੀ ਆਪਾ ਚੀਨਣ ਦੀ ਹੈ, ਤੇ ਉੱਥੇ ਜਾ ਕੇ ਤਾਂ ਅਸੀਂ ਸਾਰੇ ਕਟਹਿਰੇ ਚ ਆ ਗਏ ਹਾਂ। ਤੇ ਇਹੀ ਇਹਨਾਂ ਦੀ ਸ਼ੈਲੀ ਦੀ ਹੈ, ਬਖਸ਼ਦੇ ਨਹੀਂ ਕਿਸੇ ਨੂੰ। ਜੋ ਗੱਲ ਸੱਚੀ ਹੈ ਉਹ ਮੂੰਹ ਤੇ ਆਉਂਦੀ ਹੈ। ਤੇ ਮੈਨੂੰ ਲੱਗਦਾ ਕਿ ਸਾਰਿਆਂ ਨੇ ਇਹ ਮਹਿਸੂਸ ਵੀ ਕੀਤਾ ਹੋਣਾ। ਵੀਰ ਜੀ ਬੜਾ ਹੀ ਧੰਨਵਾਦ ਤੁਹਾਡਾ, ਸਾਡਾ ਸੱਦਾ ਜਿਹੜਾ ਤੁਸੀਂ ਮਨਜ਼ੂਰ ਕੀਤਾ, ਔਰ ਤੁਸੀਂ ਬਹੁਤ ਸ਼ੁਕਰਾਨਾ ਜੀ। ਅਸਲ ਚ ਜਿਵੇਂ ਤੁਸੀਂ ਗੱਲ ਕਰ ਰਹੇ ਆ ਤੇ ਸਾਨੂੰ ਆਪਣੇ ਮੂਲ ਨੂੰ ਪਛਾਣਨ ਦੀ ਲੋੜ ਹੈ। ਸਾਨੂੰ ਰੁਜ਼ਗਾਰ ਵੀ ਮਿਲੇਗਾ, ਫਿਰ ਝੰਡੇ ਵੀ ਬੁਲੰਦ ਹੋਣਗੇ। ਵੀਰ ਜੀ ਇੱਕ ਮੈਂ ਤੁਹਾਡੇ ਧਿਆਨ ਚ ਵੀ ਲਿਆਵਾਂ, ਔਰ ਤੁਹਾਡੇ ਤੇ ਐਕਸਟਰਾ ਕਮੈਂਟਸ ਵੀ ਮੈਂ ਚਾਹੂੰਗਾ। ਮੈਂ ਇੱਕ ਸਵਾਲ ਦੇ ਰੂਪ ਚ ਹੀ ਕਹਿ ਰਿਹਾ, ਮੈਂ ਇੱਕ ਕਿਤਾਬ ਨਾ ਵਲਾਦੀਮੀਰ ਸੁਖੋਮਲਿੰਸਕੀ ਦੀ ਪੜ੍ਹੀ ਸੀ, ਬੱਚਿਆਂ ਨੂੰ ਜਾਂ ਦਿਲ ਆਪਣਾ। ਮੈਂ ਉਹ ਸਕੂਲ ਆਫ ਜੋਏ ਦਾ ਉਹ 30-40 ਭਾਸ਼ਾਵਾਂ ਦੇ ਵਿੱਚ ਉਹ ਕਹਿੰਦੇ ਟਰਾਂਸਲੇਟ ਹੋਈ ਵੀ ਹੈ ਜੀ। ਤੇ ਉਹ ਕਹਿੰਦਾ ਮਾਂ ਬੋਲੀ ਤੋਂ ਬਿਨਾਂ ਗਤ ਨਹੀਂ ਬੱਚੇ ਨੂੰ ਪੜ੍ਹਾਉਣ ਚ, ਔਰ ਕੱਲੀ ਮਾਂ ਬੋਲੀ ਨਹੀਂ, ਜਿਹੜਾ ਪੜ੍ਹਾਉਣ ਦਾ ਤਰੀਕਾ ਵੀ ਕੁਦਰਤੀ ਹੋਣਾ ਚਾਹੀਦਾ। ਦੇਖੋ ਜੀ, ਜਿਹੜੇ ਇਹ ਸਕੂਲ ਹੈ ਨਾ, ਇਹ ਨਿਆਣਿਆਂ ਨੂੰ ਮੈਂ ਤਾਂ ਕਹੇ ਕਰਦਾ ਵੀ ਬੰਬ ਬਣਾ ਰਹੇ। ਮੈਂ ਤੁਹਾਨੂੰ ਦੱਸਾਂ, ਮੇਰੀ ਨਾ ਗੁੱਡੀ ਸਰਕਾਰੀ ਸਕੂਲ ਚ ਪੜ੍ਹਦੀ ਰਾਜਪੁਰੇ, ਤੇ ਉੱਥੇ ਨਾ ਆਵਾਜ਼ ਆ ਰਹੀ ਹੈ ਜੀ? ਜੀ ਆ ਰਹੀ ਹੈ। ਉੱਥੇ ਸਮੱਸਿਆ ਇਹ ਹੈ ਵੀ ਬਹੁਤ ਸਾਰੇ ਜਾਣਦੇ ਆ ਬੱਚੇ ਨੂੰ ਇਹਨੂੰ ਹਿਸਾਬ ਨਹੀਂ ਆਉਂਦਾ ਜੀ, ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਜੀ, ਇਹਨੂੰ ਫਲਾਣੀ ਨਹੀਂ ਆਉਂਦੀ, ਢਮਕਾਣੀ ਨਹੀਂ ਆਉਂਦੀ। ਉੱਥੇ ਮੈਂ ਚਲੇ ਗਿਆ ਤੇ ਉਹ ਬੀਬੀ ਕਹਿੰਦੀ ਜੀ ਠੀਕ ਹੈ ਪੜ੍ਹਦੀ ਹੈ ਜੀ, ਇੱਥੇ ਦਸਤਖਤ ਕਰ ਦਿਓ। ਮੈਂ ਕਰਤੇ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੰਦਿਆਂ ਨੇ ਕਿਹਾ ਵੀ ਇਹਨੂੰ ਐ ਨਹੀਂ ਆਉਂਦਾ, ਕਿਸੇ ਨੂੰ ਹਿਸਾਬ ਨਹੀਂ ਆਉਂਦਾ, ਕਿਸੇ ਨੂੰ। ਮੈਂ ਕਿਹਾ ਜੀ ਮੈਂ ਗੱਲ ਕਹਿਣੀ ਸੀ। ਕਹਿੰਦੇ ਜੀ ਦੱਸੋ। ਮੈਂ ਕਿਹਾ ਜੀ ਤੁਸੀਂ ਇਹ ਸਾਰਾ ਦਿਨ ਬੱਚਿਆਂ ਨੂੰ ਬਿਠਾ ਕੇ ਰੱਖਦੇ, ਇਹ ਤਾਂ ਪਾਗਲ ਹੋ ਜਾਣਗੇ। ਉਹ ਕਹਿੰਦੇ ਵੀ ਇਹ ਕੀ ਗੱਲ ਹੋਈ? ਮੈਂ ਕਿਹਾ ਜੀ ਤੁਸੀਂ ਇਹ ਦੇਖੋ ਵੀ ਤੁਹਾਡੇ ਸਰਕਾਰੀ ਸਕੂਲ ਹੈ, ਕਿੰਨੇ ਆ ਸਫੈਕੀ ਦਰਖਤ ਹੈ। ਮੈਂ ਕਿਹਾ ਨਾ ਇਹਨਾਂ ਕੁੜੀਆਂ ਨੂੰ ਦਰਖਤਾਂ ਤੇ ਚੜਾਇਆ ਕਰੋ, ਪੀਲ ਪਲੰਗੜਾ ਖਿਲਾਇਆ ਕਰੋ, ਦੜਾਇਆ ਕਰੋ, ਜਿਵੇਂ ਕਾਟੋਆਂ ਫਿਰਦੀਆਂ ਦਰਖਤਾਂ ਚੜੀਆਂ। ਮੈਂ ਕਿਹਾ ਕਿੰਨਾ ਸਰੀਰ ਹੁੰਦਾ, ਖੁੱਲਦਾ, ਹਵਾ ਲੱਗਦੀ, ਧੁੱਪ ਲੱਗਦੀ। ਉਹ ਬੜੇ ਹੈਰਾਨ ਹੋਏ ਵੀ ਕੀ ਗੱਲਾਂ ਕਰੀ ਜਾ ਰਿਹਾ ਬੰਦਾ। ਹੁਣ ਜਿਹੜਾ ਉਹੀ ਗੱਲ ਤੁਸੀਂ ਕਰ ਰਹੇ ਨਾ ਸੁਖਮਲਿੰਸਕੀ ਦੀ, ਸਾਡੇ ਜਿਹੜੇ ਸਕੂਲ ਸੀਗੇ, ਅਸੀਂ ਸਰਦੀਆਂ 'ਚ ਨਿੱਘੀ ਧੁੱਪ 'ਚ ਬੈਠਣਾ, ਗਰਮੀਆਂ 'ਚ ਰੁੱਖਾਂ ਥੱਲੇ ਬੈਠਣਾ, ਮਤਲਬ ਕਿ ਕੁਦਰਤ ਨਾਲ ਜੁੜਨਾ। ਸੁਖਮਲਿੰਸਕੀ ਤੁਸੀਂ ਪੜ੍ਹਿਆ ਹੋਣਾ। ਉਹ ਜਦੋਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ, ਸ਼ਹਿਦ ਹੁੰਦਾ ਤੇ ਮੱਖੀਆਂ ਕੋਲ ਜਾਂਦਾ ਨਿਆਣਿਆਂ ਨੂੰ। ਜਦੋਂ ਕਤੂਰੇ ਹੁੰਦੇ ਆ ਕੁੱਤੀ ਦੇ ਤਾਂ ਕਤੂਰਿਆਂ ਕੋਲ ਜਾਂਦਾ, ਮਤਲਬ ਕੁਦਰਤ ਨਾਲ ਜੋੜਦਾ। ਇਹ ਸਕੂਲ ਕੁਦਰਤ ਮਨੁੱਖਤਾ ਦੇ ਵਿਰੁੱਧ ਜੰਗ ਛੇੜਨ ਦੇ ਅੱਡੇ ਹੈ, ਜਿੱਥੋਂ ਨਿਆਣਾ ਪਾਗਲ ਹੋ ਕੇ ਨਿਕਲਦਾ। ਸਵੇਰੇ ਜੇ 9 ਵਜੇ ਸਕੂਲ ਲੱਗਦਾ, 7 ਵਜੇ ਉਹ ਬੱਸ 'ਚ ਬੈਠਿਆ ਹੁੰਦਾ ਪਿੰਡੋਂ, 2 ਘੰਟੇ 2.5 ਸਾਲ ਦਾ ਨਿਆਣਾ 9 ਵਜੇ ਪਹੁੰਚਿਆ ਉੱਥੋਂ, 3 ਵਜੇ ਉਹ ਫਿਰ ਕੈਮਰੇ ਵਾਲੇ ਕਮਰਿਆਂ 'ਚੋਂ ਕੱਢਿਆ ਬਾਹਰ, ਕੱਕਰ ਪੈ ਰਿਹਾ ਤੇ ਅੰਦਰ ਸੁੰਗੜਿਆ ਪਿਆ। ਉਹਨੂੰ ਧੁੱਪ 'ਚ ਕੱਢਣ ਦਾ ਹੁਕਮ ਨਹੀਂ ਕਰਿਆ, ਡਿਸਿਪਲਨ ਨਹੀਂ ਹੈ। ਫਿਰ ਵੈਨ 'ਚ ਲੱਦਿਆ, 5 ਵਜੇ ਘਰੇ ਆਇਆ ਤੇ ਉਹਦੀ ਆਨਸਰ, ਉਹਦੀ ਵਿਚਾਰੇ ਦੀ ਜਿਹੜੇ ਹੈਗੇ ਆ ਮੌਮ ਕਹਿੰਦੇ ਆ ਬੇਟਾ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਥੋੜਾ ਟੀ ਬ੍ਰੇਕ ਲੈ ਲਓ ਤੇ ਉਸ ਤੋਂ ਬਾਅਦ ਟਿਊਸ਼ਨ ਤੇ ਹੋਮਵਰਕ ਚੱਲੇਗਾ। ਤੁਸੀਂ ਨਿਆਣੇ ਦਾ ਇੱਕ ਹੋਰ ਬੇਨਤੀ ਵੀਰ ਜੀ ਇਹਦੇ ਨਾਲ ਹੀ ਜੁੜਦੀ, ਜਿਹੜੇ ਟਾਲਸਟਾਏ ਨੇ ਕਿਤੇ ਕਿਹਾ ਹੈ, ਲਿਓ ਟਾਲਸਟਾਏ ਬੜੇ ਵਿਦਵਾਨ, ਜਿਹੜੇ ਤੁਸੀਂ ਮਤਲਬ ਜਾਣਦੇ ਜ਼ਰੂਰ ਹੋਵੋਗੇ, ਕਿ ਉਹ ਕਹਿੰਦੇ ਵੀ 5 ਸਾਲ ਤੱਕ ਬੱਚੇ ਦਾ ਜਿਹੜਾ ਬੌਧਿਕ ਵਿਕਾਸ ਹੈ ਨਾ 90% ਤੱਕ ਹੋ ਜਾਂਦਾ, ਉਦੋਂ ਬਾਅਦ ਤਾਂ 10% ਰਹਿ ਜਾਂਦਾ, ਜਿਹਦੇ ਨਾਲ ਯੂਨੀਵਰਸਿਟੀਆਂ ਤੋਂ ਹੀ ਟੱਕਰਾਂ ਮਾਰੀ ਜਾਂਦੇ ਹਾਂ ਅਸੀਂ। ਤੇ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਹੈ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਨਾ, ਇਹ ਅਧਿਆਪਕ ਦੀ ਸਹੂਲਤ ਵਾਸਤੇ ਆ, ਬੱਚੇ ਦੀ ਸਹੂਲਤ ਵਾਸਤੇ ਨਹੀਂ ਵੀ ਇਕੱਠੇ ਕਰਕੇ ਮਹਾਲੇ ਤੇ ਪੜ੍ਹਾਤਾ। ਮੈਂ ਤਾਂ ਇੱਥੋਂ ਤੱਕ ਕਹਿਣਾ ਹੈ ਵੀ ਅੱਜ ਦੀ ਤਰੀਕ 'ਚ ਜੇ ਤੁਸੀਂ ਮਨੁੱਖਤਾ ਨੂੰ ਬਚਾਉਣਾ ਹੈ, ਜੇ ਤੁਸੀਂ ਕੁਦਰਤ ਨੂੰ ਬਚਾਉਣਾ ਹੈ, ਬੱਚੇ ਬਚਾਉਣੇ ਹੈ, ਤਾਂ ਜਿੰਨੇ ਵੀ ਸਕੂਲ, ਕਾਲਜ, ਯੂਨੀਵਰਸਿਟੀਆਂ ਹੈ, ਇਹਨਾਂ ਸਾਰਿਆਂ ਨੂੰ ਬੰਦ ਕੀਤਾ ਜਾਵੇ। ਤੁਸੀਂ ਬਰੀਕੀ 'ਚ ਜਾ ਕੇ ਦੇਖਿਓ, ਇਹ ਤਬਾਹੀ ਦਾ ਜਿਹੜਾ ਸਮਾਨ ਹੈ ਉਹ ਤਿਆਰ ਕਰੀ ਬੈਠੇ ਹੈ ਤੇ ਕਰ ਰਹੇ ਹੈ। ਤੇ ਜਦੋਂ ਤੁਸੀਂ ਕਿਸੇ ਕੁਦਰਤ ਤੋਂ ਬੱਚੇ ਤੋਂ ਬਚਪਨ ਖੋਲਿਆ ਨਾ, ਗੁੱਸੇ 'ਚ ਹੋ ਰਿਹਾ, ਉਹ ਬਦਲਾ ਲੈਣਾ ਚਾਹੁੰਦਾ ਹੈ ਕਿ ਮਾਂ ਬਾਪ ਨੇ ਇਹਨੂੰ ਮਤਲਬ ਬਲੀ ਚੜਾਤਾ ਸਮੇਂ ਦੀ ਭੇਡ ਚਾਲ 'ਚ ਫਸ ਕੇ ਜਾਂ ਕਿਸੇ 'ਚ ਵੀ, ਤੇ ਉਹ ਸਾਰਾ ਦਿਨ ਗੈਰ ਬੋਲੀ ਪੜ੍ਹ ਰਿਹਾ। ਉਹ ਜਿਹੜੇ ਅਸ਼ਰਫ ਸੇਲ ਨੇ, ਜਿਹੜੀ ਸ਼ੇਰਾਂ ਤੇ ਗਿੱਦੜ ਵਾਲੀ ਹੈ, ਉਹ ਕਮਾਲ ਹੈ। ਦੇਖੋ
ਬਹੁਤ ਬਹੁਤ ਕਮਾਲ ਦੀ। ਤੇ ਸਾਨੂੰ ਸਮੱਤ ਬਖਸ਼ਣ ਗੁਰੂ ਸਾਹਿਬਾਨ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੀ ਕਿਤਾਬ ਹੈ ਪੰਜਾਬੀ ਦੀਆਂ ਜੜ੍ਹਾਂ 'ਚ ਤੇਲ, ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਸਿੰਘ ਬ੍ਰਦਰ ਅੰਮ੍ਰਿਤਸਰ ਨੇ ਛਾਪੀ ਹੋਈ ਹੈ, ਪੜ੍ਹਿਓ ਤੇ ਕਮਾਲ ਦੀਆਂ ਦਲੀਲਾਂ ਨੇ ਉਹਦੇ 'ਚ ਹੀ ਨਾ। ਡਾਕਟਰ ਟੀ ਆਰ ਸ਼ਰਮਾ, ਜਗਮੋਹਨ ਕੌਸ਼ਲ ਜੀ, ਗੁਰਦਿਆਲ ਸਿੰਘ, ਸਭ ਦੇ ਵੱਡੇ ਵੱਡੇ ਪੰਜਾਬੀ ਜਿਹੜੇ ਸਿੱਖਿਆ ਮਾਹਿਰ ਨੇ, ਉਹਨਾਂ ਦੇ ਲੇਖ ਨੇ ਕਿ ਪਹਿਲੀ ਜਮਾਤ ਤੋਂ ਜਾਂ ਨਿਆਣੇ ਨੂੰ ਪੜ੍ਹਾਇਆ ਕਿਵੇਂ ਜਾਣਾ ਚਾਹੀਦਾ। ਉਹ ਕਮਾਲ ਹੈ। ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ। ਹਾਂਜੀ, ਬਹੁਤ ਵਧੀਆ ਜੀ। ਹਰਪ੍ਰੀਤ ਸੇਖੋਂ ਜੀ ਦਾ ਹੱਥ ਖੜਾ ਹੈ ਤੇ ਉਹਨਾਂ ਦਾ ਵੀ ਕੋਈ ਸਵਾਲ ਹੈ? ਹਾਂਜੀ ਕਰੋ ਜੀ ਗੱਲ, ਮਾਈਕ ਔਨ ਕਰਕੇ। ਹਰਪ੍ਰੀਤ ਜੀ। ਸੇਖੋ ਸਾਹਿਬ ਮਾਈਕ ਔਨ ਕਰ ਲਓ ਪਲੀਜ਼, ਮਾਈਕ ਔਨ ਕਰ ਲਓ, ਮਾਈਕ ਅਨਮਿਊਟ ਕਰ ਲਓ ਆਪਦਾ। ਹਾਂਜੀ ਹੋ ਗਿਆ ਜੀ, ਹੋ ਗਿਆ ਜੀ। ਫੇਰ ਬੰਦ ਹੋ ਗਿਆ ਸਰ। ਇਹ ਸੇਖੋ ਸਾਹਿਬ ਖੁਦ ਗਵਰਨਮੈਂਟ ਸਰਵਿਸ 'ਚ ਹੈ ਜੀ, ਟੀਚਰ ਹੈ ਔਰ ਪੰਜਾਬੀ ਦੇ, ਔਰ ਬਹੁਤ ਹੀ ਦਰਦ ਰੱਖਦੇ ਆ ਇਸ ਜਿਹੜੀਆਂ ਗੱਲਾਂ। ਹਾਂਜੀ ਮਾਈਕ ਔਨ ਹੈ ਜੀ, ਹੁਣ ਮਾਈਕ ਔਨ ਹੈ ਜੀ, ਵੀਡੀਓ ਵੀ ਔਨ ਹੈ, ਹੁਣ ਕਰ ਸਕਦੇ ਗੱਲ। ਸਤਿ ਸ੍ਰੀ ਅਕਾਲ ਸਭ ਨੂੰ ਪਿਆਰ ਭਰੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਤਾਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ ਜੀ। ਮੈਂ ਇਸ ਆਪਣੀ ਅੱਜ ਦੀ ਵੈਬੀਨਾਰ ਦੇ ਵਿੱਚ ਜਿੰਨੇ ਵੱਡੀ ਉਮਰ ਦੇ ਸਾਥੀ ਜੁੜੇ ਆ, ਮੈਂ ਸਿਰਫ ਇੱਕ ਛੋਟਾ ਜਿਹਾ ਸਵਾਲ ਕਰਨਾ ਕਿ ਤੁਸੀਂ, ਆਪਾਂ ਹਸਤਾਖਰ ਕਰਦੇ ਹਾਂ ਜੀ ਸਾਰੇ। ਵੀਰ ਨੇ ਵੀ ਗੱਲ ਕੀਤੀ ਸੀ, ਰਾਜਪੁਰੇ ਹੋਰਾਂ ਨੇ, ਇਹਨਾਂ ਨੇ, ਮੈਂ ਸਕੂਲ ਗਿਆ ਤੇ ਉਹਨਾਂ ਉੱਥੇ ਦਸਤਖਤ ਕੀਤੇ। ਅਸੀਂ ਜੜ੍ਹਾਂ ਦੇ ਤੇਲ ਦੀ ਗੱਲ ਚੱਲੀ ਸੀ, ਜੜ੍ਹਾਂ 'ਚ ਤੇਲ ਅਸੀਂ ਆਪ ਪਾ ਰਹੇ ਹਾਂ ਜੀ। ਅਸੀਂ ਕਿੰਨੇ ਕੁ ਆ ਜਿਹੜੇ ਦਸਤਖਤ ਆਪਣੀ ਮਾਂ ਬੋਲੀ 'ਚ ਕਰਦੇ ਹਾਂ ਜੀ? ਸਹੀ ਕਿਹਾ ਜੀ। ਠੀਕ ਹੈ ਜੀ। ਮੇਰੇ ਨਾਲ ਦੇ, ਹਾਂਜੀ, ਮੈਂ ਦੇਖਿਆ 99% ਬੰਦੇ ਅੰਗਰੇਜ਼ੀ ਦਸਤਖਤ ਕਰਦੇ ਆ। 99%। ਹਾਂਜੀ, 99 ਤੋਂ ਵੀ ਵੱਧ ਆ ਮੇਰਾ ਖਿਆਲ। ਮੈਨੂੰ ਨਹੀਂ ਯਾਦ ਕਿ ਮੈਂ ਕਦੋਂ ਕਦਾ ਪੰਜਾਬੀ 'ਚ ਕਰ ਰਿਹਾ। ਮੈਨੂੰ ਇੱਕ ਵਾਰੀ ਸਾਡੇ ਭਾਸ਼ਾ ਵਿਭਾਗ ਦਾ ਪੱਤਰ ਜਾਰੀ ਹੋਇਆ ਸੀ ਸਾਡੇ ਸਕੂਲਾਂ 'ਚ, ਮੈਂ ਉਸੇ ਦਿਨ ਤੋਂ ਸਹੁੰ ਪਾ ਲਈ ਸੀਗੀ ਕਿ ਮੈਂ ਕਿਤੇ ਵੀ ਸਾਰੇ ਜਿੱਥੇ ਵੀ ਅੰਗਰੇਜ਼ੀ ਦੇ ਵਿੱਚ ਕੀਤੇ ਜਾਂਦੇ ਸੀ ਉਦੋਂ, ਉਹ ਮੈਂ ਸਾਰੇ ਬਦਲੇ ਸੀਗੇ। ਇੱਕ ਬਾਈ ਜੀ ਨੇ ਗੱਲ ਕੀਤੀ ਸੀ ਸਰਕਾਰੀ ਸਕੂਲਾਂ ਵਾਲੀ, ਵੀ ਬੱਚਿਆਂ ਨੂੰ ਵਧਣ ਫੁੱਲਣ ਵਾਸਤੇ ਟਾਹਲੀਆਂ ਦੇ ਚੜਾਓ, ਕਿੱਕਰਾਂ ਦੇ ਚੜਾਓ ਖੇਡਦੇ ਆ। ਅਸੀਂ ਵੀ ਖੇਡਦੇ ਸੀਗੇ, ਸਾਡੀ ਉਹ ਡੰਡਾ ਡੁੱਕ ਕੜਕਾਲ ਡੰਡਾ ਜਿਹੜੀ ਖੇਡ ਸੀਗੀ। ਸਰਦੀਆਂ ਦੇ ਵਿੱਚ ਧੁੱਪੇ ਬਿਠਾਓ। ਅੱਜ ਤੋਂ 10 ਸਾਲ ਪਹਿਲਾਂ, ਜਦੋਂ ਸਾਡੇ ਅੱਜ ਕੱਲ੍ਹ ਦੇ ਅਫਸਰ ਨਹੀਂ ਆਏ ਸੀਗੇ ਜਿਹੜੇ ਹੁਣ ਚੱਲ ਰਹੇ ਆ ਸਿੱਖਿਆ ਵਿਭਾਗ ਦੇ, ਉਹ ਕਹਿੰਦੇ ਵੀ ਬੱਚਿਆਂ ਨੂੰ ਬਾਹਰ ਨਹੀਂ ਬਿਠਾਉਣਾ। ਅਸੀਂ ਬੱਚਿਆਂ ਨੂੰ 10-10 ਫੁੱਟ ਤੇ, ਜਦੋਂ ਇਮਤਿਹਾਨ ਸ਼ੁਰੂ ਹੋਣੇ ਹੁੰਦੇ ਸੀਗੇ ਤੇ ਬੋਰਡ ਦੀਆਂ ਕਲਾਸਾਂ ਜਿਹੜੀਆਂ ਹੁੰਦੀਆਂ ਸੀ, ਉਹਨਾਂ ਨੂੰ ਅਸੀਂ 10-10 ਫੁੱਟ ਤੇ ਬਿਠਾ ਕੇ ਤੇ ਅਸੀਂ ਆਪ ਵਿੱਚ ਘੁੰਮਦੇ ਫਿਰਦੇ ਸੀ, ਨਾਲ ਬੱਚੇ ਦੁਹਰਾਈ ਕਰਦੇ ਸੀਗੇ। ਨਾਲੇ ਮੈਂ ਚੌਂਕੜਾ ਮਾਰ ਕੇ ਮੈਂ ਵੀ ਗਰਾਊਂਡ ਦੇ ਵਿੱਚ ਬੈਠਦਾ ਸੀ। ਮੈਂ ਸਰਦਾਰ ਮਨਿੰਦਰ ਸਿੰਘ ਹੋਰਾਂ ਦੇ ਪਿੰਡ ਹੀ ਅਧਿਆਪਕ ਲੱਗਿਆ ਹੋਇਆ। ਅਸੀਂ ਅਕਸਰ ਮਿਲਦੇ ਰਹਿੰਦੇ ਹਾਂ। ਅੱਜ ਵੀ ਸਾਡੀ ਅੱਧਾ ਪੌਣਾ ਘੰਟਾ ਗੱਲ ਹੋਈ ਸੀਗੀ ਤੇ ਉਹ ਮੇਰੀ ਦੂਸਰੀ ਮੀਟਿੰਗ ਸੀਗੀ ਤੇ ਉਧਰੋਂ ਮੈਂ ਛੱਡ ਕੇ ਤੇ ਮੈਂ ਤੁਹਾਡੇ ਨਾਲ ਜੁੜਿਆ। ਤੇ ਅਸੀਂ ਉੱਥੇ ਬੈਠ ਕੇ ਬੱਚਿਆਂ ਦੇ ਨਾਲ ਚੌਂਕੜਾ ਮਾਰ ਕੇ ਬੈਠਦੇ ਸੀ, ਨਾਲੇ ਖੁੱਲੀ ਧੁੱਪ ਸੇਕਦੇ ਸੀਗੇ। ਪਰ ਸਾਨੂੰ ਬੰਨ੍ਹ ਦਿੱਤਾ ਗਿਆ ਕਿ ਤੁਸੀਂ ਕਮਰਿਆਂ 'ਚ ਬਿਠਾਉਣਾ, ਬੇਸ਼ੱਕ ਠੁੱਠ ਕਰਦੇ ਬੱਚੇ ਬੈਠੇ ਰਹਿਣ ਉੱਥੇ, ਪਰ ਬਿਠਾਉਣਾ ਅੰਦਰ ਆ ਖੇਡਣ ਵਾਸਤੇ। ਬੈਠਣ ਨੂੰ ਬੈਂਚ ਵੀ ਨਾ ਹੋਣ। ਬਿਲਕੁਲ ਜੀ, ਬਿਲਕੁਲ। 4-4 ਬਿਠਾਓ, 5-5 ਬਿਠਾਓ। ਮੈਂ ਤੁਹਾਨੂੰ ਦੱਸਦਾ, ਸਾਡੇ ਪਿੱਛੇ 2 ਕਮਰੇ ਬਣਾਏ ਗਏ ਸਾਡੇ ਕਿਸੇ ਵਿਭਾਗ ਵੱਲੋਂ, ਮੈਂ ਨਾਂ ਨਹੀਂ ਲੈਣਾ, ਚਲੋ ਡਰਦੇ ਵੀ ਨਹੀਂ, ਪੰਚਾਇਤ ਵਿਭਾਗ ਵੱਲੋਂ ਬਣਾਏ ਗਏ। ਉਹਨਾਂ ਦੇ ਅਸੀਂ ਬੋਰੀਆਂ ਟੰਗੀਆਂ ਜੀ। 2 ਸਾਲ ਕਮਰੇ ਉਦਾਂ ਪਏ ਜੰਗਲਿਆਂ ਦੇ ਵਿੱਚ, ਅਸੀਂ ਬੋਰੀਆਂ ਟੰਗ ਕੇ ਅਸੀਂ ਗੁਜ਼ਾਰਾ ਕੀਤਾ। ਅਸੀਂ ਹੁਣ ਸਾਡੇ ਕੋਲ ਥੋੜੇ ਬਹੁਤ ਮੇਨਟੇਨੈਂਸ ਦੇ ਪੈਸੇ ਆਏ ਤੇ ਅਸੀਂ ਉਹ ਲਾਏ, ਤੇ ਅਸੀਂ ਦਰਵਾਜ਼ੇ ਲਾਏ, ਕੁਛ ਅਧਿਆਪਕਾਂ ਨੇ ਲਾਏ, ਕੁਛ ਮਨਿੰਦਰ ਸਿੰਘ ਜੀ ਜਾਣਦੇ ਆ ਕਿ ਇਹਨਾਂ ਦੇ ਪਿੰਡ 'ਚ ਅਸੀਂ ਝੋਲੀ ਲੈ ਕੇ ਗਏ ਤੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਸਾਡੀ ਸਹਾਇਤਾ ਕੀਤੀ। ਗੱਲ ਮੇਰੀ ਕਹਿਣ ਦੀ ਸੀ, ਗੱਲ ਸਕੋਚ ਕਰਦਾ ਮੈਂ ਕਿ ਉਹ ਸਾਨੂੰ, ਉਹ ਜਿਹੜਾ ਪਹਿਲਾਂ ਸਮੇਂ ਸੀਗੇ, ਪਹਿਲਾਂ ਸਾਨੂੰ ਖੁੱਲ੍ਹਾਂ ਸੀ, ਉਹ ਸਾਨੂੰ ਵੀ ਨਹੀਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ। ਤੇ ਅਸੀਂ, ਮੇਰੀ ਕਈ ਥਾਈਂ ਸਾਡੇ ਸੈਮੀਨਾਰ ਲੱਗਦੇ ਆ ਅਧਿਆਪਕਾਂ ਦੇ, ਉੱਥੇ ਵੀ ਮੈਂ ਇਹੀ ਬੇਨਤੀ ਕਰਦਾ ਹੁੰਦਾ ਕਿ ਜਦੋਂ ਅਸੀਂ ਘਰੇ ਆ, ਨਨਾਣ ਭਰਜਾਈ, ਦਰਾਣੀ ਜਠਾਣੀ, ਸੱਸ ਨੂੰਹ, ਇਹ ਜਦੋਂ ਘਰੇ ਗੁੱਸੇ ਹੋ ਕੇ ਲੜਦੀਆਂ ਝਗੜਦੀਆਂ ਤੇ ਉਹ ਮਿਹਨਤ ਦਿੰਦੀਆਂ ਪੰਜਾਬੀ ਦੇ ਵਿੱਚ ਲੜਦੀਆਂ ਪੂਰੀਆਂ,
ਤੇ ਜਦੋਂ ਉਹ ਘਰ ਤੋਂ ਬਾਹਰ ਨਿਕਲ ਜਾਂਦੇ, ਆਪਦੇ ਬੱਚਾ ਉਂਗਲ ਲਾਇਆ ਹੁੰਦਾ, ਕਿਸੇ ਦੁਕਾਨ ਤੇ ਜਾਂਦੇ ਆ, ਬਾਜ਼ਾਰ ਦੇ ਵਿੱਚ ਜਾਂਦੀਆਂ, ਉੱਥੇ ਹਿੰਦੀ ਬੋਲਣ ਲੱਗ ਪੈਂਦੇ ਆ। ਸਾਡੇ ਹੀ ਇਲਾਕੇ ਦੇ ਲੋਕ, ਸਾਡੇ ਇਹ ਅਸੀਂ ਹੀ ਪਤਾ ਨਹੀਂ ਅਸੀਂ ਕਿੱਧਰ ਨੂੰ ਤੁਰ ਰਹੇ ਹਾਂ। ਅਸੀਂ ਆਪਦੀ ਬੋਲੀ ਬੋਲਣ ਲੱਗੇ ਸੰਗ ਮਹਿਸੂਸ ਕਰਦੇ ਹਾਂ, ਹਿੰਦੀ ਦੇ ਵਿੱਚ ਗੱਲ ਕਰਨ ਲੱਗੇ ਸ਼ਾਇਦ ਅਸੀਂ ਇਹ ਲੱਗਦਾ ਵੀ ਅਸੀਂ ਜ਼ਿਆਦਾ ਪੜ੍ਹ ਲਿਖ ਕੇ ਹਾਂ। ਤੋ ਇੰਨੀਆਂ ਕੁ ਬੇਨਤੀਆਂ ਮਨਜ਼ੂਰ ਕਰਿਓ, ਮੇਰੇ ਦਿਲ ਦਾ ਗੁਬਾਰ ਸੀ ਜਿਹੜਾ ਮੈਂ ਕੱਢਿਆ ਜੀ। ਮੈਂ ਨਾ ਇੱਕ ਗੱਲ ਹੋਰ ਕਰਨੀ ਗੱਲ ਕਰਾਂ ਜੀ। ਹਾਂਜੀ ਕਰੋ ਜੀ। ਜਿਵੇਂ ਮੈਂ ਗੱਲ ਕਰ ਰਿਹਾ ਸੀ, ਪਰਲੇ ਪੰਜਾਬ ਦੇ ਵਿੱਚ ਪੂਰੇ 12 ਕਰੋੜ ਬੰਦੇ ਇਹਨਾਂ ਕੋਲ, ਉਹਨਾਂ ਦੀ ਬੋਲੀ ਖੋਲੀ ਗਈ ਉਰਦੂ ਹੈ ਉੱਥੇ। ਤੇ ਅਫਜ਼ਲ ਸਾਇਰ, ਬਾਬਾ ਨਜ਼ਮੀ ਵਰਗੇ ਵੱਡੇ ਬੰਦੇ ਹਰ ਹਸਪਤਾਲ ਮਾਂ ਬੋਲੀ ਦਿਹਾੜੇ ਦੇ 21 ਫਰਵਰੀ ਨੂੰ ਕਹਿੰਦੇ ਆ ਕਿ ਸਾਡੀ ਬੋਲੀ ਖੋਲੀ। ਤੇ ਸਰਕਾਰੀ ਸਕੂਲ 'ਚ ਵੀ ਉਰਦੂ ਹੈ, ਸਰਕਾਰੀ ਸਕੂਲ 'ਚ ਉਰਦੂ ਬੋਲਣਾ ਲਾਜ਼ਮੀ ਹੈ ਨਿਆਣੇ ਲਈ। ਬਾਬੂ ਰਜ਼ਵੀਲੀ ਇਹਨਾਂ ਦੀ ਗੱਲ ਮੈਂ ਕਰ ਰਿਹਾ ਸੀ, ਇਹਨਾਂ ਦੀ ਪੋਤੀ ਹੈ ਬੀਬੀ ਰਿਹਾਨਾ, ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ। ਉਹ ਕਹਿੰਦੇ ਬਾਈ ਜੀ ਮੈਂ ਤਾਂ ਕਹਿੰਦੇ ਵੀ ਸਰਕਾਰੀ ਸਕੂਲ 'ਚ ਪੜ੍ਹਾਉਣੀ ਹੈ, ਤੇ ਉਹ ਮੇਰਾ ਕਹਿੰਦੇ ਫੋਨ ਤੇ ਗੱਲ ਹੋ ਰਹੀ ਤੇ ਉਹ ਉਰਦੂ 'ਚ ਬੋਲੇ ਉਹ ਨਿਆਣਿਆਂ ਨਾਲ। ਮੈਂ ਕਿਹਾ ਇਹ ਕੀ ਹੋ ਰਿਹਾ ਭੈਣ ਜੀ? ਕਹਿੰਦੇ ਜੀ ਸਾਨੂੰ ਪੂਰਾ ਹੁਕਮ ਹੈ ਕਿ ਤੁਸੀਂ ਉਰਦੂ 'ਚ ਬੋਲੋਗੇ। ਸੋ ਅਫਜ਼ਲ ਸਾਇਰ ਨੇ, ਜਿਹੜੀ ਤੁਸੀਂ ਬਾਈ ਜੀ ਗੱਲ ਕਰ ਰਹੇ ਸੀ ਹੁਣੀ ਵੀ ਉਹ ਬੋਲਦੇ ਆ ਅਸੀਂ ਬੋਲੀ ਦੂਜੀ 'ਚ, ਉਹ ਪਾਕਿਸਤਾਨ ਦੀ ਵਾਰ ਲਿਖੀ ਆ, ਉਹ ਸੁਣਿਓ ਕਿ ਉਹਨਾਂ ਨਾਲ ਕਿਵੇਂ ਠੱਗੀ ਮਾਰੀ ਗਈ ਤੇ ਇਸ ਤਰ੍ਹਾਂ ਉਹਨਾਂ ਦੀ ਬੋਲੀ ਖੋਲੀ ਗਈ। ਤੇ ਇੱਥੇ ਰੌਲਾ ਪਾਈ ਜਾਂਦਾ ਕਿ ਪਾਕਿਸਤਾਨ ਦਾ ਜੰਨਤ ਹੈ, ਜੇ ਇਸ ਕੌਮ ਕੋਲ ਉਹਦੀ ਬੋਲੀ ਨਹੀਂ ਹੁੰਦੀ ਉਹ ਕਿਹੜੀ ਜੰਨਤ ਹੈ? ਉਹਨਾਂ ਨੇ ਲਿਖਿਆ ਪਾਕਿਸਤਾਨ ਦੀ ਵਾਰ ਦੇ 2 ਬੰਦ ਸੁਣਾਉਣਾ ਮੈਂ। ਕਹਿੰਦਾ ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣੀਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ। ਸੱਜਾ ਹੱਥ ਵਿਖਾ ਕੇ ਸਾਨੂੰ ਮਾਰੀ ਸੂ ਖੱਬੀ, ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਅਸੀਂ ਅੱਖਾਂ ਮਲ ਮਲ ਵੇਖੀਏ ਕਿ ਖੇਡਾਂ ਹੋਈਆਂ, ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਟਾਂ ਹੋਈਆਂ, ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਟਾਂ ਹੋਈਆਂ। ਵਾਹ ਜੀ, ਬਹੁਤ ਸੋਹਣੇ ਜੀ, ਬਹੁਤ ਵਧੀਆ। ਹਾਂਜੀ। ਸਰਦਾਰ ਇੰਦਰਪਾਲ ਸਿੰਘ ਜੀ ਕੋਈ ਗੱਲ ਕਰਨੀ ਚਾਹੁੰਦੇ ਆ? ਇਸ ਤੋਂ ਪਹਿਲਾਂ ਵੀ ਮੈਂ ਸਾਡੇ ਅੱਜ ਦੇ ਧੰਨਵਾਦ ਕਰਨ ਵਾਸਤੇ ਬਾਨੀ ਮੈਂਬਰ ਨੂੰ ਬੁਲਾਵਾਂ ਤੇ ਸਰਦਾਰ ਇੰਦਰਪਾਲ ਸਿੰਘ ਜੀ 1 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਬਸ ਸਾਹਿਬ ਮਨਜੀਤ ਸਿੰਘ ਜੀ ਦੇ ਜਿਹੜੇ ਸਿੱਧੇ ਟਕੋਰਾਂ ਦੇ ਸਿੱਧੇ ਵਿਚਾਰਾਂ ਤੋਂ ਮੈਨੂੰ ਗੱਲ ਇੱਕ ਬੈਠੇ ਬੈਠੇ ਯਾਦ ਆ ਗਈ ਕਿ ਪਿਛਲੇ ਸਾਲ IIT ਰੋਪੜ ਦੇ ਵਿੱਚ ਜਿਹੜੀ ਇਸਰੋ ਦੇ ਚੇਅਰਮੈਨ ਡਾਕਟਰ ਰਾਧਾ ਕ੍ਰਿਸ਼ਨਨ ਆਏ ਹੋਏ ਸੀ ਤੇ ਡਾਕਟਰ ਸਰਿਤ ਕੁਮਾਰ ਦਾਸ ਡਾਇਰੈਕਟਰ ਹੈ। ਵਰਲਡ ਨੋਨ ਦੇ ਦੋਨੋਂ ਹੀ ਟੈਕਨੋਕ੍ਰੈਟਸ ਹੈ। ਤੇ ਮੈਂ ਹੈਰਾਨ ਰਹਿ ਗਿਆ ਜਦੋਂ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸੀ ਤੇ ਡਾਕਟਰ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਆਈ ਐਮ ਨਾਟ IIT ਗ੍ਰੈਜੂਏਟ, ਨਾ ਹੀ ਸਰਿਤ ਕੁਮਾਰ ਦਾਸ ਜਿਹੜੇ ਤੁਹਾਡੇ ਡਾਇਰੈਕਟਰ ਹੈ ਇਹ ਵੀ IIT ਗ੍ਰੈਜੂਏਟ ਨਹੀਂ। ਫਿਰ ਅਗਲੀ ਉਹਨੇ ਹੈਰਾਨੀ ਵਾਲੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਕਹਿੰਦਾ ਮੈਂ 10ਵੀਂ ਤੱਕ ਆਪਣੀ ਜਿਹੜੀ ਸਿੱਖਿਆ ਹੈ ਉਹ ਆਪਣੀ ਜਿਹੜੀ ਮੇਰੀ ਅਸਾਮੀ ਲੈਂਗੁਏਜ ਸੀ ਉਹਦੇ ਵਿੱਚ ਲਈ ਹੈ। ਤੇ ਡਾਕਟਰ ਸਰਿਤ ਕੁਮਾਰ ਦਾਸ ਕਹਿੰਦੇ ਮੈਂ 10ਵੀਂ ਤੱਕ ਆਪਣੀ ਜਿਹੜੀ ਸਿੱਖਿਆ ਬੰਗਲਾ ਵਿੱਚ ਲਈ ਹੈ, ਬੰਗਾਲੀ 'ਚ। ਮਤਲਬ ਮੈਂ ਅੰਗਰੇਜ਼ੀ ਨਹੀਂ ਪੜ੍ਹੀ ਜਾਂ ਮੈਂ ਕੋਈ ਹੋਰ ਲੈਂਗੁਏਜ ਨਹੀਂ ਪੜ੍ਹੀ। ਤੇ ਮੈਂ ਉਹ ਕਹਿੰਦਾ ਅੱਜ ਉਹ ਵਰਲਡ ਨੋਨ ਦੇ ਟੈਕਨੋਕ੍ਰੈਟ ਬਣੇ ਹੋਏ ਆ। ਇਹ ਵਰਲਡ ਐਕਸੈਪਟਡ ਫਿਨੋਮੀਨਾ ਹੈ ਕਿ ਜਿਹੜੀ ਬੱਚੇ ਨੂੰ ਆਪਣੀ ਮੁੱਢਲੀ ਸਿੱਖਿਆ ਅਗਰ ਤੁਸੀਂ ਆਪਣੀ ਮਾਤ ਭਾਸ਼ਾ 'ਚ ਦਓਗੇ ਤਾਂ ਉਹ ਦੁਨੀਆ ਦੀ ਕਿਸੇ ਵੀ ਬੋਲੀ ਦੇ ਵਿੱਚ, ਕਿਸੇ ਵੀ ਫੀਲਡ ਦੇ ਵਿੱਚ ਉਹ ਆਪਣੀ ਪ੍ਰਵੀਨਤਾ ਆਪਣੀ ਜਿਹੜੀ ਹਾਸਲ ਕਰ ਸਕੇਗਾ। ਇਹ ਇੱਕ ਵਰਲਡ ਨੋਨ ਫਿਨੋਮੀਨਾ। ਮੈਂ ਕੁਦਰਤੀ ਮੈਨੂੰ ਘਟਨਾ ਯਾਦ ਆ ਗਈ ਤੇ ਮੈਂ ਧੰਨਵਾਦ ਕਰਦਾ ਮਨਜੀਤ ਸਿੰਘ ਹੋਰਾਂ ਦਾ ਕਿ ਬਹੁਤ ਸੋਹਣੀਆਂ ਗੱਲਾਂ ਉਹਨਾਂ ਨੇ ਕੀਤੀਆਂ। ਤੇ ਜਿਹੜੀ ਮਾਂ ਬੋਲੀ ਦੀ ਜਿਹੜੀ ਪ੍ਰਫੁੱਲਤਾ ਹੈ ਅੱਜ ਸਾਰੇ ਸੰਸਾਰ ਦੇ ਵਿੱਚ ਹੈ। ਮੇਰਾ ਪੋਤਰਾ 5 ਸਾਲ ਦਾ ਹੋਇਆ ਤੇ ਉਹ ਸਕੂਲ 'ਚ ਪੜ੍ਹਿਆ ਤੇ ਉਹਨਾਂ ਨੇ ਸਕੂਲ ਦਾ ਜਦੋਂ ਮੈਨੂੰ ਕਰਿਕੂਲਮ ਬੇਟੇ ਨੇ ਭੇਜਿਆ, ਮੈਂ ਸਪੈਸ਼ਲ ਦੇਖਿਆ ਉਹ 'ਚ ਲਿਖਿਆ ਕਿ ਸਾਡੇ ਕੋਲ ਪੰਜਾਬੀ ਟੀਚਰ ਵੀ ਹੈ। ਬਾਹਰਲੇ ਅਮਰੀਕਾ ਦੇ ਸ਼ਿਕਾਗੋ 'ਚ ਬੈਠੇ ਉਹਨਾਂ ਬੰਦਿਆਂ ਨੂੰ ਪਤਾ ਹੈ ਕਿ ਵੀ ਮਾਤ ਭਾਸ਼ਾ ਦੀ ਕੀ ਮਹੱਤਤਾ ਹੁੰਦੀ ਹੈ। ਮਤਲਬ ਇਹ ਅਸੀਂ ਆਪਣੀ ਭੁੱਲ ਰਹੇ ਹਾਂ। ਮੈਂ ਇਹ ਗੱਲ ਸਾਂਝੀ ਕਰਨੀ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸਮਾਂ ਜਿਹੜਾ ਉਹ ਆਪਣੀ ਚਾਲੇ ਚੱਲਦਾ ਅੱਗੇ ਵੱਧ ਰਿਹਾ ਹੈ। ਸੋ ਮੈਂ ਬੇਨਤੀ ਕਰਾਂਗਾ ਅੱਜ ਦੇ ਸਾਡੇ ਧੰਨਵਾਦ ਤੇ ਅੰਤਲੇ ਸ਼ਬਦ ਕਹਿਣ ਵਾਸਤੇ, ਅੰਤਲਾ ਸੁਨੇਹਾ ਦੇਣ ਵਾਸਤੇ ਸਾਡੇ ਬਾਨੀ ਫਾਊਂਡਰ ਮੈਂਬਰ ਜਿਹੜੇ ਸਰਦਾਰ ਮਨਮੋਹਨ ਸਿੰਘ ਜੀ ਸੈਲਾਨੀ, ਉਹਨਾਂ ਨੂੰ ਆਪਣਾ ਮਾਈਕ ਔਨ ਕਰਕੇ ਮਾਈਕ ਤੇ ਆ ਜਾਣ। ਬੜੇ ਚੜ੍ਹਦੀ ਕਲਾ ਦੇ ਵਿੱਚ ਵੀਰ ਜੀ ਗੱਲ ਕਰਦੇ ਨੇ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਮਨਮੋਹਨ ਸਿੰਘ ਜੀ ਸੈਲਾਨੀ ਉਹਨਾਂ ਨੂੰ ਕਿ ਉਹ ਮਾਈਕ ਤੇ ਆ ਜਾਣ ਜੀ, ਆਪਣਾ ਵੀਡੀਓ ਵੀ ਔਨ ਕਰ ਲੈਣ। ਹਾਂਜੀ, ਧੰਨਵਾਦ ਜੀ। ਆਓ ਜੀ। 3 ਦਿਨਾਂ ਦੇ ਉਪਰਾਲੇ ਤੇ ਬੋਲ ਲੈਣ ਵੀਰ ਜੀ। ਹਾਂਜੀ ਹਾਂਜੀ, 3 ਦਿਨਾਂ ਦੇ ਉਪਰਾਲੇ ਤੇ ਜੀ। ਠੀਕ ਹੈ ਪ੍ਰਧਾਨ ਸੈਲਾਨੀ ਸਾਹਿਬ, ਕਰੋ ਜੀ ਗੱਲਬਾਤ ਸ਼ੁਰੂ। ਹਾਂਜੀ ਹਾਂਜੀ,
ਆਵਾਜ਼ ਨਹੀਂ ਆ ਰਹੀ ਤੁਹਾਡਾ। ਵੈਸੇ ਮਾਈਕ ਸਾਡੇ ਵੱਲੋਂ ਆਨ ਹੈ ਸਲਾਨੀ ਸਾਹਿਬ। ਸਰਦਾਰ ਮਨਮੋਹਨ ਸਿੰਘ ਸੈਲਾਨੀ ਇਹ ਉਹਨਾਂ 5 ਵੀਰਾਂ ਚੋਂ ਹੈ ਜਿਨ੍ਹਾਂ ਨੇ 1972 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗਵਰਨਮੈਂਟ ਕਾਲਜ ਲੁਧਿਆਣਾ ਵਿੱਚ ਫਾਰਮ ਕੀਤਾ ਸੀ। ਔਰ ਉਦੋਂ ਤੋਂ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਨੈਤਿਕਤਾ ਤੇ ਜਿਹੜੀ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਦੀ ਜਿਹੜੀ ਗੱਲ ਉਦੋਂ ਤੋਂ ਇਹ ਕਾਫਲਾ ਤੁਰਿਆ। ਲਗਭਗ ਉਦੋਂ ਦਾ ਮੋਰਚਾ ਲੱਗਿਆ ਕਹਿ ਲਓ। ਸਰਦਾਰ ਮਨਮੋਹਨ ਸਿੰਘ ਸੈਲਾਨੀ। ਹਾਂਜੀ, ਉਹ ਕੋਈ ਉਹਨਾਂ ਦੀ ਹੈ ਮੈਨੂੰ ਲੱਗਦਾ ਪੋਤਾ ਜਦੋਂ ਤੱਕ ਨਾਲ ਉਹਨਾਂ ਦੇ ਕੋਈ ਹੈਲਪ ਕਰ ਰਿਹਾ। ਮਾਈਕ ਉਹਨਾਂ ਦਾ ਦੁਬਾਰੇ ਫਿਰ ਮਿਊਟ ਹੋ ਗਿਆ। ਸਲਾਨੀ ਸਾਹਿਬ ਇੱਕ ਵਾਰੀ ਉਂਗਲੀ ਲਾ ਕੇ ਮਾਈਕ ਅਨਮਿਊਟ ਕਰੋ ਜੀ। ਦੁਬਾਰੇ ਅਨਮਿਊਟ ਕਰਨਾ ਪਏਗਾ ਜੀ ਦੁਬਾਰੇ। ਹਾਂਜੀ ਸਰ। ਹੈਲੋ, ਹਾਂਜੀ ਆ ਗਈ ਜੀ ਆਵਾਜ਼। ਆ ਗਈ ਜੀ, ਆ ਗਈ ਆ ਗਈ ਆ ਗਈ ਆ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਨ ਮੈਂ ਕਿਹਾ ਟਾਈਮ ਵੀ ਘੱਟ ਤੇ ਗੱਲਾਂ ਵੀ ਵੱਧ ਕਰਨੀਆਂ ਨੇ। ਤੇ ਅੱਜ ਤੀਜਾ ਦਿਨ ਹੈ ਪੰਜਾਬੀ ਸੂਬੇ ਦਾ ਮੋਰਚਾ ਦੇ ਪ੍ਰਾਪਤੀ ਜਿਹੜੀ ਸਾਨੂੰ ਪੰਜਾਬੀ ਸੂਬਾ ਹੋਇਆ, ਜਿਹਦੇ ਵਾਸਤੇ ਬੜੀਆਂ ਕੁਰਬਾਨੀਆਂ ਹੋਈਆਂ। ਕਿਉਂਕਿ ਮੈਨੂੰ ਹੁਣ ਸਾਹ ਚੜਿਆ ਹੈ ਕਿ ਥੋੜੀ ਦੇਰ 'ਚ ਬਹੁਤ ਕੁਝ ਬੋਲਣਾ ਹੈ। ਉਦੋਂ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਸੀ, ਪਰ ਸਿੱਖ ਕੌਮ ਨੇ ਪੰਜਾਬੀ ਸੂਬਾ ਲਿਆ। ਉਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ, ਪਰ ਅਸੀਂ ਆਮ ਆਪਣੇ ਸੁਭਾਅ ਵਾਂਗੂ ਪ੍ਰਾਪਤੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਸੌਂ ਜਾਂਦੇ ਹਾਂ। ਪੰਜਾਬੀ ਸੂਬਾ ਲੈ ਕੇ ਕੁਝ ਵਪਾਰੀਆਂ ਨੂੰ, ਜੋ ਰਾਜਨੀਤਿਕ ਵਪਾਰੀ ਨੇ, ਉਹਨਾਂ ਨੂੰ ਲਾਭ ਹੋਇਆ, ਕੌਮ ਨੂੰ ਲਾਭ ਨਹੀਂ ਹੋਇਆ। ਪੰਜਾਬੀਅਤ ਨੂੰ, ਪੰਜਾਬੀ ਨੂੰ ਕੋਈ ਲਾਭ ਨਹੀਂ ਹੋਇਆ। ਕੁਝ ਲੋਕਾਂ ਨੂੰ ਨੌਕਰੀਆਂ 'ਚ ਭਲੇ ਹੋਰ ਕਾਰਨਾਂ ਕਰਕੇ ਫਾਇਦਾ ਹੋਇਆ, ਵਪਾਰ 'ਚ ਫਾਇਦਾ ਹੋਇਆ, ਜਾਂ ਰਾਜਨੀਤਿਕ ਗਦੀਆਂ ਦੇ ਉੱਤੇ ਕਬਜ਼ੇ ਕਰਕੇ ਫਿਰ ਉਹ ਅਗਲੇ ਪੰਜਾਬ ਦੇ ਮਾਲਕ ਬਣ ਗਏ। ਜੇ ਅਸੀਂ ਏਦਾਂ ਹੀ ਸੌਂ ਜਾਣਾ ਤੇ ਸਾਨੂੰ ਕੁਰਬਾਨੀਆਂ ਕਰਨ ਦਾ ਕੋਈ ਲਾਭ ਨਹੀਂ, ਜਿਹੜੀਆਂ ਸ਼ਹੀਦੀਆਂ ਦੇਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਅਸੀਂ ਉਸ ਪੰਜਾਬੀ ਸੂਬੇ ਦੇ ਮੋਰਚੇ, ਸਾਡੇ ਬਜ਼ੁਰਗ ਜਿਨ੍ਹਾਂ ਤੇ 45 ਮੁਕੱਦਮੇ ਬਣੇ, ਅਨੇਕਾਂ ਵਾਰ ਹਰ ਸਾਲ ਜੇਲ੍ਹ ਜਾਂਦੇ ਸੀ ਤਾਂ ਕਿ ਪੰਜਾਬੀ ਲਾਗੂ ਹੋ ਸਕੇ। ਪਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਵੇਂ ਪੰਜਾਬੀ ਬਾਹਰਲਿਆਂ ਨੇ ਆ ਕੇ ਲਾਗੂ ਕਰਨੀ ਸੀ, ਇਸ ਤਰ੍ਹਾਂ ਸਾਡੇ ਵਾਸਤੇ ਉਹ ਵਿਸ਼ਾ ਹੀ ਨਹੀਂ ਰਿਹਾ। ਤੇ ਬਹੁਤ ਦੇਰ ਤੋਂ ਬਾਅਦ ਪੰਜਾਬੀ ਲਾਗੂ ਹੋਈ, ਉਹ ਵੀ ਅਧੂਰੇ ਮਨ ਦੇ ਨਾਲ, ਅਧੂਰੇ ਧਨ ਦੇ ਨਾਲ, ਅਧੂਰੀ ਸੋਚ ਦੇ ਨਾਲ। ਅੱਜ ਸਾਰੇ ਪੰਜਾਬ ਦੀ ਜੇ ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਪੰਜਾਬ, ਪੰਜਾਬੀ ਔਰ ਪੰਜਾਬੀਅਤ ਲਗਭਗ 15-20 ਕਰੋੜ ਲੋਕਾਂ ਦਾ ਸੱਭਿਆਚਾਰ ਹੈ, ਵਿਰਸਾ ਹੈ, ਭਾਸ਼ਾ ਹੈ। ਪਰ ਉਹ ਤੇ ਕਈ ਜਗ੍ਹਾ ਤੇ ਰਾਜਨੀਤੀ ਹੋ ਰਹੀ ਹੈ। ਸਾਨੂੰ ਵੀ ਉਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਪਰ ਸਾਨੂੰ ਇਸ ਗੇਮ ਦੇ ਵਿੱਚ ਖੁਦ ਸ਼ਾਮਲ ਹੋਣਾ ਪਏਗਾ। ਸਾਨੂੰ ਇਹ ਲੜਾਈ ਜਾਗਰੂਕ ਹੋ ਕੇ ਲੜਨੀ ਪਏਗੀ। ਜਿੱਥੇ ਅਸੀਂ ਪੰਜਾਬੀ ਨੂੰ ਸੰਭਾਲਣਾ ਹੈ, ਅੰਗਰੇਜ਼ੀ ਵੀ ਸਿੱਖੀਏ। ਜੇ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਲੋਕਾਂ ਨਾਲ ਕਨੈਕਸ਼ਨ ਕਰਨਾ ਹੈ, ਹਿੰਦੀ ਵੀ ਹਿੰਦੂਆਂ ਨਾਲੋਂ ਵਧੀਆ ਬੋਲੀਏ, ਬ੍ਰਾਹਮਣਾਂ ਨਾਲੋਂ ਵਧੀਆ ਬੋਲੀਏ ਜਦੋਂ ਸਾਨੂੰ ਲੋੜ ਪਵੇ। ਪਰ ਜਦੋਂ ਅਸੀਂ ਆਪਸ 'ਚ ਪੰਜਾਬੀ ਇਕੱਠੇ ਹੋਈਏ, ਸਾਨੂੰ ਸਿਰਫ ਪੰਜਾਬੀ ਬੋਲਣੀ ਚਾਹੀਦੀ ਹੈ। ਪੰਜਾਬੀ ਦੇ ਵਿੱਚ ਹੀ ਸਾਰੀਆਂ ਗੱਲਾਂ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਜੇ ਸਾਡੀ ਬੋਲੀ ਖਤਮ ਹੋ ਗਈ, ਸਾਡੇ ਬੋਲ ਖਤਮ ਹੋ ਜਾਣਗੇ, ਸਾਡਾ ਵਿਰਸਾ ਖਤਮ ਹੋ ਜਾਏਗਾ, ਜਿਸ ਤੋਂ ਅਸੀਂ ਟੁੱਟ ਜਾਾਂਗੇ, ਫਿਰ ਅਸੀਂ ਕਿਸੇ ਜਗ੍ਹਾ ਜੋਗੇ ਨਹੀਂ ਰਹਾਂਗੇ। ਜੇ ਪੰਜਾਬੀ ਸੂਬਾ ਬਣ ਗਿਆ, ਅਸੀਂ ਸਿੱਖੀ ਦਾ ਜਾਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਵੀ, ਕਿਉਂਕਿ ਸਾਡੀ ਸੋਚ ਤੋਂ ਬਾਹਰ ਦੀ ਗੱਲ ਹੋ ਗਈ। ਅੱਜ ਅਸੀਂ ਜੇ ਚਾਹੁੰਦੇ ਹਾਂ, ਸਾਡੇ ਵਿੱਚ ਵੀਰ ਜੀ ਬੈਠੇ ਨੇ, ਚਰਨਜੀਤ ਸਿੰਘ ਜੀ ਉੜੀਸਾ 'ਚ, ਪੰਜਾਬ ਦੇ ਵਿੱਚ ਪੰਜਾਬੀ ਇੱਕ ਅਲੱਗ ਸਮੱਸਿਆ ਹੈ, ਪਰ ਪੰਜਾਬ ਤੋਂ ਬਾਹਰ ਪੰਜਾਬੀ ਵੀ ਨੇ, ਗੈਰ ਪੰਜਾਬੀ ਵੀ। ਹਰ ਗੁਰਪੁਰਬ ਦੇ ਉੱਤੇ ਇਹਨਾਂ ਨੇ ਕਾਪੀ ਲੈ ਕੇ ਬੈਠ ਜਾਂਦੇ ਨੇ ਕਿ ਊੜਾ ਐੜਾ ਲਿਖ ਕੇ ਬਤਾਓ, ਦੱਸੋ 1 2 3 ਦੀ ਗਿਣਤੀ ਕਰਕੇ ਦੱਸੋ। ਕਮਾਲ ਦੀ ਗੱਲ ਹੈ ਕਿ ਸਾਰੇ ਲੋਕਾਂ ਦੇ ਵਿੱਚ ਉਹਨਾਂ ਨੂੰ ਪੈਨ ਇਨਾਮ ਵੰਡਣੇ, ਸਰਟੀਫਿਕੇਟ ਵੰਡਣੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹਜ਼ਾਰਾਂ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਅਸੀਂ ਪੰਜਾਬੀ ਹੋ ਕੇ ਵੀ ਪੰਜਾਬੀਅਤ ਤੋਂ, ਪੰਜਾਬੀ ਤੋਂ ਦੂਰ ਆ। ਉਹਨਾਂ ਦੇ ਅੰਦਰ ਫਿਰ ਪੰਜਾਬੀ ਪੜ੍ਹਨ ਦੀ ਲਲਕ ਤੇ ਸੋਚ ਪੈਦਾ ਕੀਤੀ ਜਾਂਦੀ ਹੈ। ਤੇ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜੋ ਪੰਜਾਬੀ ਸੂਬੇ ਦੇ, ਕਿਉਂਕਿ ਮੈਂ ਛੱਤੀਸਗੜ੍ਹ ਦੇ ਵਿੱਚ ਰਹਿੰਦਾ ਹਾਂ, ਰਾਏਪੁਰ ਇੱਥੇ ਦੀ ਰਾਜਧਾਨੀ ਹੈ। ਇੱਥੇ ਜੈ ਛੱਤੀਸਗੜ੍ਹ ਕਹਿਣ ਵਿੱਚ ਕਿਸੇ ਨੂੰ ਕੋਈ ਪਰਹੇਜ਼ ਨਹੀਂ, ਮਹਾਰਾਸ਼ਟਰ ਨੂੰ ਜੈ ਮਹਾਰਾਸ਼ਟਰ ਕਹਿਣ ਪਰਹੇਜ਼ ਨਹੀਂ। ਪਰ ਪੰਜਾਬ ਦੇ ਜਿਹੜੇ ਰਾਜਨੇਤਾ ਨੇ ਉਹ ਐਡੇ ਕਮਜ਼ੋਰ ਮੰਨਦੇ ਨੇ ਕਿ ਉਹਨਾਂ ਨੂੰ ਜੈ ਪੰਜਾਬ ਜਾਂ ਪੰਜਾਬੀ ਸੂਬਾ ਜ਼ਿੰਦਾਬਾਦ ਅੱਜ ਵੀ ਕਹਿਣ 'ਚ ਪਰਹੇਜ਼ ਹੈ। ਬਾਕੀ ਚੈਨਲਾਂ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੇ ਵਿੱਚ ਬੋਲਿਆ ਜਾਂਦਾ ਹੈ, ਪਰ ਪੰਜਾਬ ਦੇ ਵਿੱਚ
ਇੱਕ ਸਿਰਫ ਨਿਊਜ਼ 18 ਵਾਲੇ ਸਤਿ ਸ੍ਰੀ ਅਕਾਲ ਕਹਿ ਕੇ ਆਪਣੀ ਗੱਲ ਸ਼ੁਰੂ ਕਰਦੇ ਨੇ, ਪਰ ਜੋ ਪੰਜਾਬੀ ਡੀਡੀ ਪੰਜਾਬੀ ਉਹ ਵੀ ਨਮਸਤੇ ਕਹਿ ਕੇ ਨਮਸਕਾਰ ਜੀ, ਉਹ ਇੰਜ ਲੱਗਦਾ ਹੈ ਕਿ ਕਿਸੇ ਨਕਲੀ ਬੰਦੇ ਨੂੰ ਪੰਜਾਬ ਦੇ ਵਿੱਚ ਬਿਠਾਇਆ ਗਿਆ। ਸਿੱਖੀ ਔਰ ਪੰਜਾਬੀਅਤ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਰਲੇ ਹੋਏ ਨੇ ਜਿਵੇਂ ਸਰੀਰ ਔਰ ਜਾਨ। ਕਈ ਲੋਕ ਸਾਡੇ ਵਿੱਚ ਕਹਿ ਦਿੰਦੇ ਨੇ ਕਿ ਅਸੀਂ ਧਰਮ ਤੋਂ ਇਹਨੂੰ ਅਲੱਗ ਕਰ ਦਈਏ, ਧਰਮ ਤੋਂ ਅਲੱਗ ਕਰ ਦਿਆਂਗੇ। ਸਿੱਖਾਂ ਨੇ ਇਹ ਜਿੰਮਾ ਚੁੱਕਿਆ ਹੋਇਆ ਹੈ ਕਿ ਅਸੀਂ ਪੰਜਾਬੀ ਨੂੰ ਮਰਨ ਨਹੀਂ ਦੇਣਾ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਸਾਰੀ ਬਾਣੀ ਲੋਕ ਭਾਸ਼ਾ ਦੇ ਵਿੱਚ ਲਿਖ ਕੇ ਸਾਡੇ ਸਿਰ ਬਖਸ਼ਿਸ਼ਾਂ ਦੇ ਭੰਡਾਰ ਪਾਏ। ਜੇ ਅਸੀਂ ਧਰਮ ਨੂੰ ਵੀ ਇਸ ਤੋਂ ਦੂਰ ਕਰ ਦਿੱਤਾ ਪੰਜਾਬੀ ਤੋਂ, ਫਿਰ ਤਾਂ ਪੰਜਾਬੀ ਦਾ ਕੋਈ ਵਾਰਸ ਹੀ ਨਹੀਂ ਰਹੇਗਾ। ਆਓ ਸਾਰੇ ਰਲ ਮਿਲ ਕੇ ਅਸੀਂ ਵਾਰਸ ਬਣੀਏ। ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਦੁਨੀਆ ਕੁਝ ਸਾਜ਼ਿਸ਼ੀ ਲੋਕਾਂ ਨੂੰ ਛੱਡ ਕੇ ਆਮ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾਂ ਦੂਜੀਆਂ ਜਿਨ੍ਹਾਂ ਨੂੰ ਪੰਜਾਬੀ ਨਹੀਂ ਵੀ ਆਉਂਦੀ, ਉਹ ਵੀ ਜਦੋਂ ਪੰਜਾਬ ਦਾ ਢੋਲ ਵੱਜਦਾ ਹੈ, ਜਾਂ ਗੁਰਦਾਸ ਮਾਨ ਦੀ ਜਿਨ੍ਹਾਂ ਨੇ ਹੁਣੇ ਗੱਲ ਕੀਤੀ, ਜਾਂ ਹੋਰ ਜੋ ਸਾਡੇ ਗਾਇਕ ਨੇ ਉਹਨਾਂ ਦੀ ਗਾਇਕੀ ਦੇ ਉੱਤੇ ਥਿਰਕਣ ਲੱਗਦੇ ਨੇ, ਉਹਨਾਂ ਨੂੰ ਬੜਾ ਆਨੰਦ ਆਉਂਦਾ ਹੈ। ਉਹ ਵੀ ਸਾਡੀ ਪੰਜਾਬੀਅਤ। ਦਾਸ ਪਿਛਲੇ ਦਿਨੀ ਲਾਹੌਰ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਤੋਂ ਪਹਿਲਾਂ ਗਏ। ਉੱਥੇ ਦੇ ਲੋਕ ਉੱਥੇ ਦੀ ਪਠੋਹਾਰੀ ਤੇ ਦੂਜੀ ਭਾਸ਼ਾ ਬੋਲਦੇ ਰਹੇ। ਸਾਨੂੰ ਬੜਾ ਪਹਿਲਾਂ ਹੈਰਾਨੀ ਵੀ ਹੋਈ, ਉਸ ਤੋਂ ਬਾਅਦ ਖੁਸ਼ੀ ਵੀ ਹੋਈ ਕਿ ਕਿਵੇਂ ਅੱਜ ਵੀ ਉਹਨਾਂ ਨੇ ਆਪਣੇ ਪੰਜਾਬੀ ਸੰਭਾਲ ਕੇ ਰੱਖੀ ਹੈ। ਬਾਕੀ ਜਿਵੇਂ ਉਰਦੂ ਲਾਜ਼ਮੀ ਕੀਤੀ, ਉਹ ਉਹਨਾਂ ਦੇ ਆਪਣੇ ਰਾਜਨੀਤਿਕ ਏਜੰਡੇ ਨੇ। ਇੱਥੇ ਵੀ ਬੇਸ਼ੱਕ, ਪਰ ਪੰਜਾਬੀ ਸਾਡੀ ਮੁੱਢਲੀ ਚੀਜ਼ ਹੈ। ਜੇ ਅਸੀਂ ਪੰਜਾਬੀ ਨੂੰ ਗੁਰਮੁਖੀ ਵੀ ਕਹਿੰਦੇ ਹਾਂ, ਲਿਖਣ ਵਾਲੀ ਲਿਪੀ ਨੂੰ, ਗੁਰਮੁਖੀ ਪੜ੍ਹ ਕੇ ਹੀ ਗੁਰਮੁਖ ਬਣ ਸਕਦੇ ਹਾਂ, ਨਹੀਂ ਤਾਂ ਅਸੀਂ ਗੁਰਮੁਖ ਵੀ ਨਹੀਂ ਬਣ ਸਕਾਂਗੇ। ਗੁਰਮੁਖੀ ਤੋਂ ਦੂਰ ਹੋ ਗਏ ਤਾਂ ਪੰਜਾਬ, ਪੰਜਾਬੀ ਔਰ ਪੰਜਾਬੀਅਤ ਤੋਂ ਦੂਰ ਹੋ ਜਾਵਾਂਗੇ। ਬਾਕੀ ਭਾਸ਼ਾਵਾਂ ਸਿਖਾਉਣ ਵਾਸਤੇ ਰੁਜ਼ਗਾਰ ਸਰਕਾਰ ਆਪਣੇ ਉਪਰਾਲੇ ਕਰੇ, ਪਰ ਸਾਨੂੰ ਆਪਣੇ ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਜੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜੀਏ ਤਾਂ ਕਿ ਸਾਡਾ ਵਿਰਸਾ ਵੀ ਬਚ ਸਕੇ, ਸਾਡੀ ਸਿੱਖੀ ਵੀ ਬਚ ਸਕੇ, ਸਾਡੀ ਬੁਲੰਦੀ ਤੇ ਚੜ੍ਹਦੀ ਕਲਾ ਵੀ ਬਚ ਸਕੇ। ਅਸੀਂ ਸੰਸਾਰ ਦੇ ਵਿੱਚ ਜਿੱਥੇ ਜਾਈਏ ਸਿਰਫ ਪਗੜੀ ਲੈ ਕੇ ਨਹੀਂ, ਉੱਥੇ ਪਵਿੱਤਰ ਸੋਚ ਵੀ ਸਾਡੀ ਉਹਨਾਂ ਨਾਲ ਪਹੁੰਚੇ। ਜਿਵੇਂ ਕਿ ਅੱਜ ਵੀ ਇੱਕ ਟੀਵੀ ਦੇ ਵਿੱਚ ਆ ਰਿਹਾ ਸੀ, ਪਗੜੀ ਆਪਣੀ ਨਹੀਂ ਲਾਣ ਦਿੰਦਾ, ਕਿਸੇ ਨੂੰ ਛੂਣ ਨਹੀਂ ਦਿੰਦਾ, ਪਰ ਕਿਸੇ ਦੀ ਜਾਨ ਬਚਾਉਣ ਦੀ ਲੋੜ ਪਵੇ ਆਪਣੀ ਪਗੜੀ ਆਪ ਉਤਾਰ ਕੇ। ਕੱਲ ਕਿਸੇ ਦੇਸ਼ ਵਿਦੇਸ਼ ਦੇ ਵਿੱਚ 3 ਬੱਚਿਆਂ ਨੂੰ ਆਪਣੀ ਪਗੜੀ ਦੇ ਨਾਲ ਉਹਨਾਂ ਨੇ ਬਚਾਇਆ। ਸਾਨੂੰ ਆਪਣੇ ਵਿਰਸੇ ਤੇ ਮਾਣ ਹੈ। ਤੇ ਅੱਜ ਪੰਜਾਬੀ ਦੇ ਬਾਰੇ ਮੈਂ 4 ਲਾਈਨਾਂ ਕਹੀਆਂ ਸੀ। ਮੇਰੀ ਪਿਆਰੀ ਪਿਆਰੀ ਮਾਂ ਬੋਲੀ ਹੈ ਜਿਸ ਦਾ ਪੰਜਾਬੀ ਨਾ ਬੋਲੀ। ਇਹ ਬੋਲੀ ਹੈ ਗੁਰੂਆਂ ਪੀਰਾਂ ਦੀ, ਇਹ ਬੋਲੀ ਹੈ ਭੈਣਾਂ ਵੀਰਾਂ ਦੀ, ਇਹ ਬੋਲੀ ਹੈ ਰਾਂਝੇ ਹੀਰਾਂ ਦੀ, ਇਹ ਬੋਲੀ ਹੈ ਤਿੱਖਿਆਂ ਤੀਰਾਂ ਦੀ। ਮੈਂ ਇਸ ਤੋਂ ਜਾਂ ਸਦਕੇ ਤੇ ਜਾਂ ਬੋਲੀ, ਮੇਰੀ ਪਿਆਰੀ ਪਿਆਰੀ ਮਾਂ ਬੋਲੀ। ਸਾਨੂੰ ਪੰਜਾਬੀ ਵੀ ਮੁਬਾਰਕ, ਪੰਜਾਬੀ ਸੂਬਾ ਵੀ ਮੁਬਾਰਕ, ਪੰਜਾਬੀਅਤ ਵੀ ਮੁਬਾਰਕ, ਦੇਸ਼ ਵੀ ਮੁਬਾਰਕ, ਦੁਨੀਆ ਵੀ ਮੁਬਾਰਕ, ਕਿਉਂਕਿ ਅਸੀਂ ਸਾਰੀ ਦੁਨੀਆ ਦੇ ਵੱਲ ਆਪਣੇ ਵਾਧੇ ਦੇ ਕਦਮ ਵਧਾ ਰਹੇ ਹਾਂ। ਜਿੱਥੇ ਅਸੀਂ ਪੰਜਾਬੀ ਨੂੰ ਵੀ ਸਿੱਖੀਏ, ਜਿਸ ਭਾਸ਼ਾ ਦੇ ਵਿੱਚ ਅਸੀਂ ਰਹਿ ਰਹੇ ਹਾਂ। ਜਿਵੇਂ ਅਸੀਂ ਛੱਤੀਸਗੜ੍ਹ ਦੇ ਵਿੱਚ ਰਹਿੰਦੇ ਹਾਂ, ਮੇਰਾ ਬੇਟਾ ਬਹੁਤ ਵਧੀਆ ਛੱਤੀਸਗੜ੍ਹੀ ਬੋਲ ਕੇ ਛੱਤੀਸਗੜ੍ਹੀ ਲੋਕਾਂ ਦੇ ਨਾਲ ਗੱਲ ਕਰਦਾ ਹੈ। ਗੁਰੂ ਨਾਨਕ ਦੀ ਗੱਲ, ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਜਿੱਥੇ ਮੈਂ ਪੰਜਾਬੀ ਹਿੰਦੀ ਵਿੱਚ ਕਰਦਾ ਹਾਂ, ਉਹ ਛੱਤੀਸਗੜ੍ਹੀ ਚ ਕਰਦਾ ਤੇ ਬੜੀ ਪ੍ਰਭਾਵ ਪੈਂਦਾ ਹੈ। ਉੜੀਸਾ 'ਚ ਰਹਿਣ ਵਾਲੇ ਚੰਗੀ ਉੜੀਆ ਬੋਲ ਰਹੇ ਹਨ, ਅਸੀਂ ਉਹਨਾਂ ਦਾ ਵੀ ਲਾਭ ਲੈਣਾ ਹੈ ਤਾਂ ਕਿ ਜਿੱਥੇ ਅਸੀਂ ਬੋਲੀ ਦੇ ਨੂੰ ਸੰਭਾਲਣਾ ਹੈ, ਉੱਥੇ ਗੁਰੂ ਦੇ ਬੋਲਾਂ ਨੂੰ ਵੀ ਸੰਭਾਲ ਕੇ ਇਹ ਲੋਕ ਸੁਖੀਏ ਔਰ ਲੋਕ ਸੁਹੇਲੇ ਕਰਨਾ ਹੈ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਚੜ੍ਹਦੀ ਕਲਾ 'ਚ ਰਹਿਣਾ ਹੈ। ਮੈਂ ਸਰਦਾਰ ਤਰਲੋਚਨ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਅਨੁਭਵਾਂ ਤੋਂ ਹੀ ਸਾਰੀਆਂ ਗੱਲਾਂ ਕਹੀਆਂ। ਉਹ ਅਨੁਭਵ ਚੋਂ ਕਈਆਂ ਗੱਲਾਂ ਜੋ ਉਹਨਾਂ ਨੇ ਦੇਖੀਆਂ ਕੀਤੀਆਂ। ਮਾਸਟਰ ਤਾਰਾ ਸਿੰਘ ਜੀ ਦਾ ਵੀ ਜ਼ਿਕਰ ਕੀਤਾ। ਕੱਲ ਡਾਕਟਰ ਗੁਰਮੀਤ ਸਿੰਘ ਜੀ ਨੇ ਵੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੇ ਅੱਜ ਜਿਵੇਂ ਸਾਡੇ ਵੀਰ ਮਨਜੀਤ ਸਿੰਘ ਰਾਜਪੁਰਾ ਨੇ ਬਹੁਤ ਸੋਹਣੀਆਂ, ਉਸ ਰਾਜਪੁਰਾ ਦੇ ਇਲਾਕੇ ਦੀ ਭਾਸ਼ਾ ਦੇ ਵਿੱਚ ਉਹ ਵੀ ਪੰਜਾਬੀ ਹੈ। ਕਈ ਵਾਰੀ ਅਸੀਂ ਵਿਚਲਿਤ ਹੋ ਜਾਂਦੇ ਹਾਂ ਕਿ ਜਿਹੜੀ ਮੈਂ ਬੋਲ ਰਿਹਾ ਸ਼ਾਇਦ ਉਹੀ ਪੰਜਾਬੀ ਹੈ। ਪੰਜਾਬੀ ਦੇ ਵਿੱਚ ਬਹੁਤ ਸਾਰੇ ਬਾਹਰਲੇ ਸ਼ਬਦ ਵੀ ਜਿਹੜੇ 35 ਅੱਖਰਾਂ ਤੋਂ ਬਾਅਦ 5 ਸ਼ਬਦ ਹੋਰ, ਸੱਸੇ ਪੈਰੀ ਬਿੰਦੀ ਸ਼ਾਹ ਬੋਲੇ, ਖੱਕੇ ਪੈਰੀ ਬਿੰਦੀ ਖਾ ਬੋਲੇ, ਗੱਗੇ ਪੈਰੀ ਬਿੰਦੀ ਗਾ ਬੋਲੇ, ਜੱਜੇ ਪੈਰੀ ਬਿੰਦੀ ਜ਼ਾ ਬੋਲੇ, ਖੱਪੇ ਪੈਰੀ ਬਿੰਦੀ ਫਾ ਬੋਲੇ। ਇਹ ਫਾਰਸੀ ਦੇ ਸ਼ਬਦ ਜੋ ਕਿ ਪੰਜਾਬੀ ਵਿੱਚ ਉਹਨਾਂ ਦਾ ਸ਼ੁੱਧ ਉਚਾਰਨ ਕਰਨ ਵਾਸਤੇ ਸ਼ਾਮਲ ਕੀਤੇ ਗਏ। ਪੰਜਾਬੀ ਦਾ ਵਿਕਾਸ ਹੋਏਗਾ ਜੇ ਕੋਈ ਹਿੰਦੀ ਦੇ ਚੰਗੇ ਸ਼ਬਦ ਮਿਲਦੇ ਨੇ ਉਹ ਵੀ ਸਾਨੂੰ ਸਮਿਲਿਤ ਕਰਨੇ ਚਾਹੀਦੇ ਨੇ। ਜੇ ਉਰਦੂ ਦੇ ਮਿਲਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ 'ਚ ਗਏ, ਰੱਬ ਜਾਣੇ ਉਹਨਾਂ 'ਚ ਕਿਹੜੀ ਸ਼ਕਤੀ ਸੀ, ਉਹਨਾਂ ਨੇ ਉੱਥੇ ਦੀ ਭਾਸ਼ਾ ਦੇ ਵਿੱਚ ਗੱਲ ਕਰਕੇ
ਉਹਨਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਝੰਡੇ ਦੇਸ਼ਾਂ ਵਿਦੇਸ਼ਾਂ 'ਚ ਕੱਢੇ। ਅਸੀਂ ਵੀ ਜਿੱਥੇ ਜਿੱਥੇ ਬੈਠੇ ਹਾਂ ਉੱਥੇ ਦੀ ਭਾਸ਼ਾ ਵੀ ਸਿੱਖੀਏ, ਪੰਜਾਬੀ ਨਾਲ ਵੀ ਜੁੜੀਏ ਔਰ ਵਧੀਆ ਪੰਜਾਬੀ ਬੋਲਣ ਦੀ ਸਮਰੱਥਾ ਰੱਖੀਏ ਤਾਂ ਕਿ ਸਾਡੇ ਮਨ ਨੂੰ ਸਕੂਨ ਮਿਲੇ। ਕਿ ਜੇ ਅਸੀਂ ਆਪਣੀ ਪੰਜਾਬੀ ਤੋਂ ਦੂਰ ਹੋਣ ਦਾ ਮਤਲਬ ਆਪਣੀ ਮਾਂ ਦੇ ਪਿਆਰ ਤੋਂ ਵਿਰਵੇ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲ ਤੇ ਕਰਦਾ ਬਹੁਤ ਦੇਰ ਗੱਲਾਂ ਕਰੀਏ ਪਰ ਸਮੇਂ ਦੀ ਕਮੀ ਕਰਕੇ ਮੈਂ ਇੱਥੇ ਹੀ ਆਪਣੀ ਗੱਲ ਨੂੰ ਵਿਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਲਾਨੀ ਸਾਹਿਬ, ਬਹੁਤ ਹੀ ਜਜ਼ਬੇ ਭਰਪੂਰ ਤੁਸੀਂ ਗੱਲਾਂ ਸਾਰਿਆਂ ਦਾ ਕੀਤੀਆਂ। ਖੋਲ ਦਿਓ, ਜਗਾਰੇ ਲਵਾ ਦਿਓ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਸਰ ਚਰਨਜੀਤ ਸਿੰਘ ਬਾਰੇ ਤੁਸੀਂ ਗੱਲ ਕੀਤੀ, ਮੈਂ ਉਹਨਾਂ ਨੂੰ ਮਿਲਿਆ ਜਦੋਂ ਅਸੀਂ ਨਾਗਪੁਰ ਗਏ, ਉਦੋਂ ਵੀ ਜਦੋਂ ਅਸੀਂ ਛੱਤੀਸਗੜ੍ਹ ਗਏ ਉਦੋਂ ਵੀ ਵੀਰ ਜੀ ਹੁਣੀ ਸਾਨੂੰ ਮਿਲੇ। ਬਹੁਤ ਹੀ ਚੜ੍ਹਦੀ ਕਲਾ ਦੇ ਨਾਲ, ਉਹ ਵਾਕਿਆ ਹੀ ਤੁਹਾਡੀ ਗੱਲ ਸਹੀ ਹੈ, ਗਲੇ ਦੇ ਵਿੱਚ ਝੋਲਾ ਪਾ ਕੇ ਬਸਤਾ ਨਾਲ ਲੈ ਕੇ ਹਰ ਵੇਲੇ ਤਿਆਰ ਰਹਿੰਦੇ ਆ। ਗੁਰਦੁਆਰੇ ਦੇ ਵਿੱਚ ਜਿੱਥੇ ਵੀ ਕਿਤੇ ਬੱਚੇ ਮਿਲਣ, ਵੱਡੇ ਮਿਲਣ, ਗੁਰਪੁਰਬ ਤੇ ਹਰ ਪ੍ਰੋਗਰਾਮ ਤੇ ਉਹ ਲਿਜਾ ਕੇ ਜਿਹੜੇ 35 ਅੱਖਰੀ ਲਿਖਵਾਉਂਦੇ ਆ, ਪੰਜਾਬੀ ਦੇ ਅੱਖਰ ਲਿਖਾਉਂਦੇ ਆ, ਗਿਣਤੀ ਲਿਖਾਉਂਦੇ ਆ। ਬਹੁਤ ਵੱਡੀ ਸੇਵਾ ਜਿਹੜੀ ਉਹ ਇਸ ਵੇਲੇ ਕਰ ਰਹੇ ਨੇ। ਸਿਰ ਝੁਕਦਾ ਇਸ ਉਮਰ ਦੇ ਵਿੱਚ ਉਹਨਾਂ ਦੀ ਇਹ ਸੇਵਾ ਦੇਖ ਕੇ। ਪ੍ਰਮਾਤਮਾ ਉਹਨਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਣ। ਉਹ ਏਦਾਂ ਹੀ ਜਿਹੜੀ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਸੋ ਸਮਾਂ ਜਿਹੜਾ ਉਹ ਆਪਣੀ ਸਮਾਂ ਜਿਹੜਾ ਆਪਣੀ ਚਾਲੇ ਚੱਲ ਰਿਹਾ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਟਾਈਮ ਜਿਹੜਾ ਉਹ ਕਾਫੀ ਹੋ ਗਿਆ ਹੈ ਜੀ। ਸੋ ਅੱਜ ਦਾ ਜਿਹੜਾ ਹੈ ਵੈਬੀਨਾਰ ਇੱਥੇ ਸਮਾਪਤ ਕਰਦੇ ਆ। ਮਾਈਕ ਖੋਲਣ ਦੀ ਗੱਲ ਜਿਹੜੀ ਕਰ ਰਹੇ ਤੁਸੀਂ ਤੇ ਅਨਮਿਊਟ ਆਲ ਮੈਂ ਕਰ ਦਿੰਦਾ ਜੀ ਇੱਕ ਵਾਰੀ ਸਾਰਿਆਂ ਨੂੰ, ਕੋਸ਼ਿਸ਼ ਕਰਕੇ। ਟਾਈਮ ਲੱਗੇਗਾ 1-2 ਮਿੰਟ ਦੇ ਵਿੱਚ। ਲਓ ਜੀ, ਸਾਰੇ ਆਪਣਾ ਆਪਣਾ ਮਾਈਕ ਜਿਹੜਾ ਅਨਮਿਊਟ ਕਰ ਲੈਣ। ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ। ਸਾਡਾ ਵਿਰਸਾ ਸਾਡਾ ਗੌਰਵ, ਸਾਡਾ ਵਿਰਸਾ ਸਾਡਾ ਗੌਰਵ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। 3 ਦਿਨਾਂ ਦੇ ਵੈਬੀਨਾਰ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਰਿਆਂ ਨੇ ਆਣ ਕਰਕੇ ਚਰਨਜੀਤ ਸਿੰਘ ਜੀ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਸਾਡੇ ਕੋਲ 22,000 ਦੇ ਗੁਰਦੁਆਰਾ ਸਾਹਿਬ ਨੇ। ਅਸੀਂ ਸੰਡੇ ਸਕੂਲ ਬਣਾਈਏ, ਕਲਾਸਾਂ ਲਾਈਏ, ਉਹਦਾ ਰਹਿਣ ਤੋਂ ਬਾਅਦ ਬਦਲਿਓ। ਪਾਠਸ਼ਾਲਾ ਬਣੀਆਂ ਹੋਈਆਂ ਨੇ, ਗੁਰਦੁਆਰੇ ਨੂੰ ਪਾਠਸ਼ਾਲਾ ਬਣਾ ਦਈਏ, ਸਾਡਾ ਹੱਲ ਹੋ ਜਾਏਗਾ। ਸਾਨੂੰ ਪਾਠਸ਼ਾਲਾ ਬਣਾ ਦਈਏ, ਐਤਵਾਰ ਸ਼ੁਰੂ ਕਰੀਏ, ਸਾਡਾ ਬਹੁਤ ਕੰਮ ਹੱਲ ਹੋ ਜਾਏਗਾ। ਕਿਸੇ ਨੂੰ ਨਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो खीर चाहो सारे फतेह बुलाइए जी। वाहिगुरू जी का खालसा, वाहिगुरू जी की फतेह। जाप ताप संयम धर्म नाम सेवा साधना जानिया